ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਸਭ ਦੇਸ ਪਰਾਇਆ। ਇਤਿਹਾਸ ਸਿਰਫ ਇਤਿਹਾਸ ਦੀਆਂ ਪੁਸਤਕਾਂ 'ਚ ਨਹੀਂ ਹੁੰਦਾ। ਪੁਸਤਕਾਂ ਵਿੱਚ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ ਇਤਿਹਾਸ ਕੁਝ ਲੋਕਾਂ ਦੇ ਪਿੰਡਿਆਂ ਉੱਤੇ ਲਿਖਿਆ ਜਾਂਦਾ ਹੈ। ਇਹ ਪੁਸਤਕ ਸਮਰਪਣ ਹੈ ਉਹਨਾਂ ਲੋਕਾਂ ਨੂੰ ਜਿਹੜੇ ਇਤਿਹਾਸ ਨੂੰ ਆਪਣੇ ਪਿੰਡਿਆਂ ਉੱਤੇ ਲਿਖਿਆ ਜਾਣਾ ਜਰਦੇ ਨੇ। ਦੂਰ ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ। ਜੋਤੀ ਤਰਬਕ ਕੇ ਉੱਠੀ। ਸੋਚਿਆ ਕਿੰਨੇ ਲੋਕੀ ਇਸ ਗੱਡੀ ਉੱਤੇ ਆਏ ਹੋਣਗੇ ਤੇ ਕਿੰਨੇ ਲੋਕੀ ਇਸ ਗੱਡੀ ਉੱਤੇ ਚਲੇ ਜਾਣਗੇ। ਲਾਈਟ ਜਲਾਈ, ਘੜੀ ਵੱਲ ਵੇਖਿਆ, 1 ਵੱਜ ਰਿਹਾ ਸੀ। ਉੱਠੀ, ਚੁੰਨੀ ਸਿਰ ਉੱਤੇ ਠੀਕ ਕੀਤੀ, ਚੱਪਲਾਂ ਪਾਈਆਂ ਤੇ ਜਾ ਕੇ ਬਾਰੀ ਵਿੱਚੋਂ ਉੱਲਰ ਕੇ ਸੜਕ ਉੱਤੇ ਦੂਰ ਦੂਰ ਤੱਕ ਵੇਖਿਆ। ਕਾਲੀ ਬੋਲੀ ਛਾਂ ਛਾਂ ਕਰਦੀ ਰਾਤ ਸੀ। ਜਤਿੰਦਰ ਅਜੇ ਵੀ ਕਿਤੇ ਨਹੀਂ ਸੀ ਆ ਰਿਹਾ। ਸ਼ਾਇਦ ਅੱਜ ਉਹ ਘਰ ਹੀ ਨਾ ਆਉਣ, ਸੋਚਦੀ ਜੋਤੀ ਬੇਚੈਨ ਜਿਹੀ ਹੋ ਗਈ। ਤਾਕੀ ਦਾ ਸਹਾਰਾ ਲਈ ਉਹ ਕਿੰਨਾ ਚਿਰ ਬਾਰੀ ਵਿੱਚ ਖੜੋਤੀ ਹਨੇਰੇ ਵੱਲ ਵੇਖਦੀ ਰਹੀ। ਦੂਰ ਦੂਰ ਤੱਕ ਬਸ ਹਨੇਰਾ ਹੀ ਹਨੇਰਾ ਸੀ। ਕੋਠੇ ਉੱਤੇ ਬਿੱਲੀ ਦੇ ਰੋਣ ਦੀ ਆਵਾਜ਼ ਆਈ। ਉਹ ਕਾਹਲੀ ਕਾਹਲੀ ਉਹਨੂੰ ਸ਼ਿਸ਼ਕੇਰਨ ਗਈ। ਇਹ ਕੜਮੀ ਹੁਣ ਕਿਉਂ ਰੋਂਦੀ ਹੈ? ਸੋਚਦਿਆਂ ਉਹਦੇ ਹੌਲ ਜਿਹਾ ਪਿਆ। ਕਿਧਰੇ ਐਕਸੀਡੈਂਟ ਹੀ ਨਾ ਹੋ ਗਿਆ ਹੋਵੇ। ਸ਼ਰਾਬ ਵੀ ਤਾਂ ਇੰਨੀ ਪੀਣ ਲੱਗ ਪਏ ਨੇ। ਉਹਨੂੰ ਮੁੜ ਜਤਿੰਦਰ ਦਾ ਖਿਆਲ ਆਇਆ। ਪਰ ਨਹੀਂ, 12 ਵਜੇ ਤੱਕ ਤਾਂ ਉਹ ਕਲੱਬ ਹੀ ਬੈਠੇ ਰਹਿੰਦੇ ਨੇ। ਉਸ ਤੋਂ ਪਿੱਛੋਂ ਸੋਚਦੀ ਜੋਤੀ ਖਿਝ ਹੀ ਗਈ। ਇਹ ਸਭ ਕੀ ਹੋ ਗਿਆ? ਪੌੜੀਆਂ ਉਤਰੀ ਆ ਰਹੀ ਜੋਤੀ ਨੇ ਜਿਵੇਂ ਆਪਣੇ ਆਪ ਨੂੰ ਕਿਹਾ। ਹੌਲੀ ਹੌਲੀ ਤੁਰਦੀ ਉਹ ਕਮਰੇ 'ਚ ਆ ਪਹੁੰਚੀ। ਡੌਰ ਭੌਰ ਝਾਕਦੀ ਡਰੈਸਿੰਗ ਟੇਬਲ ਦੇ ਮੂਹਰੇ ਆ ਖੜੋਤੀ। ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਅਜਨਬੀਆਂ ਵਾਂਗ ਵੇਖ ਰਹੀ ਸੀ। ਆਪਣੇ ਆਪ ਦੀ ਜਿਵੇਂ ਉਹਨੂੰ ਪਹਿਚਾਣ ਹੀ ਨਹੀਂ ਸੀ ਆ ਰਹੀ। ਇਹ ਸਭ ਕੀ ਹੋ ਗਿਆ? ਸ਼ੀਸ਼ੇ ਵਿਚਲੀ ਸ਼ਕਲ ਨੂੰ ਉਹਨੇ ਜਿਵੇਂ ਫਿਰ ਪੁੱਛਿਆ। ਅੱਖਾਂ ਦੁਆਲੇ ਪਏ ਹਲਕੇ ਕਾਲੇ ਚੱਕਰਾਂ ਨੂੰ ਉਹਨੇ ਹੱਥ ਨਾਲ ਟੋਹਿਆ। ਖਿੰਡ ਦੇ ਵਾਲਾਂ ਨੂੰ ਜੂੜੇ 'ਚ ਲਪੇਟਿਆ, ਜਿਵੇਂ ਉਹ ਉਸ ਨੂੰ ਅਕਲਕਾਨ ਕਰ ਰਹੇ ਹੋਣ। ਡਰੈਸਿੰਗ ਟੇਬਲ ਦੇ ਸਾਹਮਣੇ ਪਏ ਸਟੂਲ ਉੱਤੇ ਬੈਠ ਗਈ। ਪਾਊਡਰ ਦੀ ਡੱਬੀ ਵਿੱਚ ਲੁਕਾ ਕੇ ਰੱਖੀ ਡਰੈਸਿੰਗ ਟੇਬਲ ਦੇ ਦਰਾਜ਼ ਦੀ ਚਾਬੀ ਕੱਢੀ ਤੇ ਡੂੰਘਾ ਸਾਹ ਭਰਦਿਆਂ ਡਰੈਸਿੰਗ ਟੇਬਲ ਦਾ ਹੇਠਲਾ ਖਾਨਾ ਖੋਲ੍ਹਿਆ। ਉਸ ਵਿੱਚੋਂ ਡਾਇਰੀ ਕੱਢੀ। ਡਾਇਰੀ ਦੇ ਕਵਰ ਦੇ ਪਿੱਛੇ ਛੁਪਾ ਕੇ ਰੱਖੀ ਇੱਕ ਤਸਵੀਰ ਸੀ, ਜਿਸ ਨੂੰ ਉਹ ਕਿੰਨਾ ਹੀ ਚਿਰ ਵੇਖਦੀ ਰਹੀ। ਫਿਰ ਉਹਦੀਆਂ ਅੱਖਾਂ ਭਰ ਆਈਆਂ ਤੇ ਤਸਵੀਰ ਧੁੰਦਲੀ ਧੁੰਦਲੀ ਦਿਸਣ ਲੱਗੀ। ਇੱਕ ਹੌਕਾ ਭਰ ਕੇ ਉਹਨੇ ਅੱਖਾਂ ਪੂੰਝੀਆਂ ਹੀ ਸਨ ਕਿ ਉਹ ਫਿਰ ਡੁਬਡੁਬਾ ਆਈਆਂ। ਗੱਡੀ ਨੇ ਸਟੇਸ਼ਨ ਉੱਤੇ ਫਿਰ ਚੀਕ ਮਾਰੀ ਤੇ ਛਕ ਛਕ ਕਰਦੀ ਤੁਰ ਪਈ। ਹਨੇਰੇ 'ਚ ਗੱਡੀ ਤੁਰੀ ਜਾ ਰਹੀ ਸੀ। ਜੋਤੀ ਦਾ ਮਨ ਕੀਤਾ ਉਹ ਵੀ ਕਿਧਰੇ ਨੂੰ ਤੁਰ ਪਵੇ, ਬਸ ਤੁਰਦੀ ਹੀ ਜਾਵੇ। ਹਰ ਰੋਜ਼ ਕਈ ਗੱਡੀਆਂ ਸਟੇਸ਼ਨ ਉੱਤੇ ਆਉਂਦੀਆਂ ਤੇ ਕਈ ਗੱਡੀਆਂ ਸਟੇਸ਼ਨ ਉੱਤੋਂ ਜਾਂਦੀਆਂ, ਪਰ ਨਾ ਕਿਸੇ ਗੱਡੀ ਜੋਤੀ ਨੇ ਜਾਣਾ ਸੀ ਤੇ ਨਾ ਕਿਸੇ ਗੱਡੀ। ਪਰ ਜਦੋਂ ਵੀ ਸਟੇਸ਼ਨ ਉੱਤੇ ਗੱਡੀ ਚੀਕ ਮਾਰਦੀ ਤਾਂ ਉਹ ਸੋਚਦੀ ਕਈ ਲੋਕ ਇਸ ਗੱਡੀ ਆਏ ਹੋਣਗੇ ਤੇ ਕਈ ਲੋਕ ਇਸ ਗੱਡੀ ਚਲੇ ਜਾਣਗੇ। ਉਸ ਵੇਲੇ ਬੂਹਾ ਖੜਕਿਆ। ਜੋਤੀ ਨੇ ਘਬਰਾ ਕੇ ਕਾਹਲੀ ਕਾਹਲੀ ਫੋਟੋ ਤੇ ਡਾਇਰੀ ਡਰੈਸਿੰਗ ਟੇਬਲ ਦੇ ਖਾਨੇ 'ਚ ਰੱਖ ਕੇ ਜੰਦਰਾ ਮਾਰਿਆ ਤੇ ਬੂਹਾ ਖੋਲ੍ਹਣ ਚਲੀ ਗਈ। ਇਸ ਵੇਲੇ ਲਾਈਟ ਜਲਾ ਕੇ ਕੀ ਕਰ ਰਹੀ ਸੀ? ਜਤਿੰਦਰ ਨੇ ਸ਼ੱਕੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਪੁੱਛਿਆ। ਕੁਝ ਨਹੀਂ, ਸਿਰ ਦੁਖਦਾ ਸੀ। ਡਰੈਸਿੰਗ ਟੇਬਲ ਦੇ ਦਰਾਜ਼ 'ਚੋਂ ਕੋਈ ਗੋਲੀ ਲੱਭਦੀ ਸੀ। ਜੋਤੀ ਕਸੂਰਵਾਰਾਂ ਵਾਂਗ ਦੱਸ ਰਹੀ ਸੀ। ਫਿਰ ਰੋਂਦੀ ਰਹੀ ਹੋਏਗੀ। ਉਂਝ ਹੀ ਤਾਂ ਨਹੀਂ ਸਿਰ ਦੁਖਣ ਲੱਗ ਜਾਂਦਾ। ਨਿੱਤ ਨਿੱਤ ਦੇ ਇਸ ਕਲੇਸ਼ ਤੋਂ ਮੈਂ ਤੰਗ ਆ ਗਿਆ। ਲੋਕਾਂ ਦੇ ਘਰ ਜਾ ਕੇ ਦੇਖੋ, ਆਨੰਦ ਨਾਲ ਰਹਿੰਦੇ ਨੇ। ਇੱਥੇ ਜਿਵੇਂ ਕੋਈ ਮਰ ਗਿਆ ਹੋਵੇ। ਮਾਤਮ ਹੀ ਛਾਇਆ ਰਹਿੰਦਾ ਹੈ। ਮੈਂ ਆਖਦਾ ਇਹ ਸਭ ਕੁਝ ਕਰਨ ਦੀ ਕੀ ਲੋੜ ਸੀ? ਫਿਰ ਕੁਰਸੀ ਉੱਥੇ ਬੈਠਾ ਬੂਟ ਲਾ ਕੇ ਬੇਦਿਲੀ ਨਾਲ ਪਰਾਂ ਸੁੱਟਦਾ ਜਤਿੰਦਰ ਆਖ ਰਿਹਾ ਸੀ। ਜੋਤੀ ਨੇ ਕੋਈ ਉੱਤਰ ਨਹੀਂ ਦਿੱਤਾ। ਚੁੱਪਚਾਪ ਨਾਈਟ ਸੂਟ ਲਿਆ ਕੇ ਉਹਦੇ ਕੋਲ ਰੱਖ ਦਿੱਤਾ। ਪੈਂਟ ਹੈਂਗਰ ਵਿੱਚ ਪਾ ਕੇ ਅਲਮਾਰੀ 'ਚ ਰੱਖ ਦਿੱਤੀ। ਖਾਣਾ ਲਿਆਵਾਂ? ਉਹ ਚੱਪਲਾਂ ਫੜਾਉਂਦੀ ਬੋਲੀ। ਨਹੀਂ। ਆਖ ਉਹ ਮੰਜੇ 'ਤੇ ਟੇਢਾ ਹੋ ਗਿਆ।
ਲਓ ਫਿਰ ਦੁੱਧ ਪੀ ਲਓ। ਮੇਜ਼ ਉੱਤੋਂ ਦੁੱਧ ਚੁੱਕਦੀ ਨੇ ਉਹਨੂੰ ਕਿਹਾ। ਰਹਿਣ ਦੇ ਦੁੱਧ ਵੀ, ਆਖਦਾ ਉਹ ਬੈੱਡ ਦੇ ਉੱਤੇ ਦੂਜੇ ਪਾਸੇ ਮੂੰਹ ਕਰਕੇ ਪੈ ਗਿਆ। ਦੁੱਧ ਹੱਥ ਵਿੱਚ ਫੜੀ ਜੋਤੀ ਉਸ ਵੱਲ ਵੇਖਦੀ ਰਹੀ। ਲਾਈਟ ਬੁਝਾ ਦੇ, ਜਤਿੰਦਰ ਨੇ ਖਿੱਚ ਕੇ ਕਿਹਾ। ਦੁੱਧ ਬਾਹਰ ਜਾਲੀ 'ਚ ਰੱਖ ਲਾਈਟ ਬੁਝਾ ਕੇ ਉਹ ਨਾਲ ਵਾਲੇ ਬੈੱਡ ਉੱਤੇ ਚੁੱਪਚਾਪ ਪੈ ਗਈ। ਕੁਝ ਪਲ ਮਗਰੋਂ ਜਤਿੰਦਰ ਨੇ ਪਾਸਾ ਪਰਤਿਆ ਤੇ ਬਾਂਹ ਵਧਾ ਕੇ ਤਲਖੀ ਨਾਲ ਉਸਨੂੰ ਆਪਣੇ ਵੱਲ ਖਿੱਚਿਆ। ਕਿਉਂ, ਅੱਜ ਮੀਨਾ ਬਾਜ਼ਾਰ ਨਹੀਂ ਗਏ? ਜੋਤੀ ਨੇ ਰੋਸ ਨਾਲ ਕਿਹਾ। ਨਹੀਂ, ਅੱਜ ਪੈਸੇ ਨਹੀਂ ਸਨ, ਜਤਿੰਦਰ ਬੋਲਿਆ। ਇਸ ਤੋਂ ਕਿੰਨਾ ਹੀ ਚਿਰ ਪਿੱਛੋਂ ਤੱਕ ਜੋਤੀ ਚੁੱਪਚਾਪ ਪਈ ਰੋਂਦੀ ਰਹੀ। ਜਤਿੰਦਰ ਕਦੋਂ ਦਾ ਸੌਂ ਚੁੱਕਿਆ ਸੀ। ਚੁੱਪਚਾਪ ਪਈ ਜੋਤੀ ਦੀਆਂ ਅੱਖਾਂ ਦੇ ਕੋਇਆਂ ਵਿੱਚੋਂ ਪਾਣੀ ਵਗ ਰਿਹਾ ਸੀ। ਅੱਖਾਂ ਦੇ ਕੋਇਆਂ ਵਿੱਚੋਂ ਵਗਦਾ ਤੁਪਕਾ ਹੀ ਪਾਣੀ ਜੋਤੀ ਨੂੰ ਲੱਗਿਆ ਜਿਵੇਂ ਇੱਕ ਦਰਿਆ ਬਣ ਗਿਆ ਸੀ, ਜਿਸ ਵਿੱਚ ਉਹ ਹੇਠਾਂ ਹੀ ਹੇਠਾਂ ਲਹਿੰਦੀ ਜਾ ਰਹੀ ਸੀ ਤੇ ਉਹਦਾ ਦਮ ਘੁੱਟ ਰਿਹਾ ਸੀ। ਘਬਰਾ ਕੇ ਮਨ ਹੀ ਮਨ ਉਹ ਉਸ ਸ਼ਹਿਰ ਵੱਲ ਤੁਰ ਪਈ ਜੋ ਕਦੇ ਉਹਦਾ ਸੀ। ਉਸੇ ਸ਼ਹਿਰ ਦੀ ਜਾਣੀ ਪਹਿਚਾਣੀ ਸੜਕ ਉੱਤੇ ਉਹ ਤੁਰ ਰਹੀ ਸੀ। ਸੜਕ ਦੇ ਦੋਵੇਂ ਪਾਸੀਂ ਗੋਲਡਮੋਰ ਦੇ ਦਰਖਤ ਸਨ। ਕਦੇ ਇਹਨਾਂ ਗੋਲਡਮੋਰ ਦੇ ਦਰਖਤਾਂ ਉੱਤੇ ਲਾਲ ਫੁੱਲ ਮਹਿਕਦੇ ਹੁੰਦੇ ਸਨ, ਪਰ ਇਸ ਵੇਲੇ ਰਾਤ ਨੂੰ ਚੁੱਪਚਾਪ ਖੜ੍ਹੇ ਇਹ ਦਰਖਤ ਭੂਤ ਲੱਗ ਰਹੇ ਸਨ। ਰਾਹ 'ਚ ਕਾਲੀ ਦੇਵੀ ਦਾ ਮੰਦਰ ਸੀ, ਜਿਸ ਨੂੰ ਉਹ ਹਮੇਸ਼ਾ ਨਮਸਕਾਰ ਕਰਕੇ ਲੰਘਦੀ ਹੁੰਦੀ ਸੀ, ਪਰ ਅੱਜ ਉਹਨੇ ਨਮਸਕਾਰ ਨਹੀਂ ਕੀਤੀ। ਅੱਗੇ ਸਟੈਂਡਰਡ ਹੋਟਲ ਸੀ, ਜਿਹਦੀਆਂ ਸਭ ਬੱਤੀਆਂ ਬੁਝ ਚੁੱਕੀਆਂ ਸਨ, ਪਰ ਚੁਰਾਹੇ ਦੀ ਲਾਲ ਬੱਤੀ ਅਜੇ ਵੀ ਜਗ ਰਹੀ ਸੀ। ਇੱਕਾ-ਇੱਕ ਉਹਦਾ ਮਨ ਕੀਤਾ ਪਿਛਾਂਹ ਪਰਤ ਜਾਵੇ, ਪਰ ਉਹ ਤੁਰਦੀ ਗਈ। ਤੁਰਦੀ ਉਹ ਘਰ ਦੇ ਅੱਗੇ ਜਾ ਪਹੁੰਚੀ। ਬੂਹਾ ਬੰਦ ਸੀ। ਹਾਂ, ਇਸ ਘਰ ਦੇ ਸਾਰੇ ਬੂਹੇ ਉਸ ਲਈ ਬੰਦ ਹੋ ਚੁੱਕੇ ਸਨ। ਇੱਕ ਦਿਨ ਆਪ ਹੀ ਤਾਂ ਇਸ ਘਰ ਵੱਲ ਪਿੱਠ ਕਰਕੇ ਉਹ ਤੁਰ ਗਈ ਸੀ। ਤੁਸੀਂ ਮੈਨੂੰ ਕਿਉਂ ਜਾਣ ਦਿੱਤਾ ਪਿਤਾ ਜੀ? ਤੁਸੀਂ ਰੋਕ ਕਿਉਂ ਨਾ ਲਿਆ? ਤੁਸੀਂ ਝਿੜਕ ਕੇ ਆਖਣਾ ਸੀ ਨਹੀਂ। ਬੰਦ ਬੂਹੇ ਅੱਗੇ ਖੜੋਤੀ ਉਹ ਆਪਣੇ ਸਹੁਰੇ ਨੂੰ ਉਲਾਂਭੇ ਦੇ ਰਹੀ ਸੀ। ਅੰਦਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਸਭ ਲੋਕ ਕਿੱਥੇ ਚਲੇ ਗਏ, ਉਹ ਸੋਚ ਰਹੀ ਸੀ। ਇੱਕਾ-ਇੱਕ ਦਰਵਾਜ਼ਾ ਖੁੱਲ੍ਹਿਆ। ਇੱਕ ਬੱਚਾ ਗੇਂਦ ਲਈ ਬਾਹਰ ਨਿਕਲਿਆ। ਜੋਤੀ ਦੀਆਂ ਛਾਤੀਆਂ ਵਿੱਚ ਦੁੱਧ ਛਲਾਇਆ। ਬਿੱਲੂ, ਮੈਂ ਜੋਤੀ ਹਾਂ, ਤੇਰੀ ਮੰਮੀ। ਬਿੱਲੂ ਨੇ ਗਰਦਨ ਚੁੱਕ ਕੇ ਉਸ ਵੱਲ ਵੇਖਿਆ ਤੇ ਬੋਲਿਆ, ਨਹੀਂ, ਮੇਰੀ ਮੰਮੀ ਤਾਂ ਮਰ ਗਈ ਹੈ, ਤੇ ਪਰੇ ਜਾ ਕੇ ਗੇਂਦ ਨਾਲ ਖੇਡਣ ਲੱਗ ਪਿਆ। ਹਾਂ ਬਿੱਲੂ, ਮੈਂ ਮਰ ਗਈ ਹਾਂ, ਸੋਚਦੀ ਜੋਤੀ ਆਪਣੀ ਹੱਥਾਂ ਦੀਆਂ ਉਂਗਲਾਂ ਮਰੋੜਦੀ ਰਹੀ। ਉਸ ਵੇਲੇ ਉਹਦਾ ਰੋ ਕੇ ਗੌਤਮ ਨੂੰ ਦੱਸਣ ਨੂੰ ਮਨ ਕੀਤਾ, ਗੌਤਮ, ਮੈਂ ਮਰ ਗਈ ਹਾਂ, ਪਰ ਗੌਤਮ ਤੱਕ ਹੁਣ ਉਹਦੀ ਕੋਈ ਆਵਾਜ਼ ਨਹੀਂ ਸੀ ਅੱਪੜਦੀ। ਜੇ ਅੱਪੜ ਸਕਦੀ ਤਾਂ ਉਹ ਉਹਨੂੰ ਦੱਸਦੀ। ਇਹ ਲੋਕ ਜੋ ਕੁਝ ਆਖਦੇ ਨੇ ਸਭ ਗਲਤ ਹੈ ਗੌਤਮ, ਸਰਾਸਰ ਝੂਠ। ਗੱਲ ਇਉਂ ਨਹੀਂ ਇੰਦੂ। ਅਸਲ 'ਚ ਜੋਤੀ ਕਮਲਿਆਂ ਵਾਂਗ ਹੋ ਗਈ ਸੀ। ਸੜਕਾਂ 'ਤੇ ਤੁਰੀ ਫਿਰਦੀ ਸੀ ਜਾਂ ਬਿਸਤਰੇ 'ਤੇ ਪਈ ਰੋਂਦੀ ਜਾਂਦੀ। ਮੈਨੂੰ ਲੱਗਿਆ ਇਉਂ ਇਹ ਕਿਵੇਂ ਬਚੂਗੀ, ਤੇ ਜੋਤੀ ਦਾ ਸਹੁਰਾ ਆਪਣੀ ਧੀ ਇੰਦੂ ਨੂੰ ਦੱਸ ਰਿਹਾ ਸੀ, ਇਹ ਤਾਂ ਠੀਕ ਹੈ ਪਿਤਾ ਜੀ, ਪਰ ਲੋਕੀ ਕੀ ਆਖਦੇ ਹੋਣਗੇ? ਅਜੇ ਸਾਲ ਵੀ ਨਹੀਂ ਹੋਇਆ ਗੌਤਮ ਨੂੰ ਮਰਿਆ, ਨਾਲੇ ਕੀ ਪਤਾ ਪਿਤਾ ਜੀ ਉਹ ਕਿਧਰੇ ਜਿਉਂਦਾ ਹੀ ਹੋਵੇ। ਇੰਦੂ ਪਿਓ ਦੀ ਗੱਲ ਟੋਕ ਕੇ ਬੋਲੀ, ਨਹੀਂ, ਜਿਉਂਦਾ ਹੁੰਦਾ ਤਾਂ ਕਿਤੇ ਅਟਕਦਾ। ਉਹ ਤਾਂ ਜੋਤੀ ਨੂੰ ਇਕੱਲੀ ਛੱਡ ਕੇ ਕਿਤੇ ਵਾਂਢੇ ਨਹੀਂ ਸੀ ਜਾਂਦਾ ਹੁੰਦਾ। ਜਿਉਂਦੇ ਤੋਂ ਤਾਂ ਇਹ ਵੀ ਬਥੇਰੇ ਧਤੜੇ ਲਾਉਂਦੀ ਹੁੰਦੀ ਸੀ। ਜਦੋਂ ਤਾਈ ਉਹਨੇ ਆਉਣਾ ਨਾ, ਇਹਨੇ ਰੋਟੀ ਨੂੰ ਮੂੰਹ ਨਾ ਲਾਉਣਾ, ਭਾਵੇਂ ਦਿਨ ਛਿਪ ਜੇ। ਮਾੜਾ ਜਿਹਾ ਉਹਦਾ ਕਿਤੇ ਪਿੰਡਾ ਤੱਤਾ ਹੋ ਜਾਣਾ, ਇਹਨੇ ਸਾਰੀ ਰਾਤ ਉਹਦੇ ਸਰਾਣੇ ਬੈਠੀ ਰਹਿਣਾ। ਤੇ ਹੁਣ ਦੇਖ ਲਓ, ਅਜੇ ਰਾਹ ਹੀ ਤੁਰਿਆ ਜਾਂਦਾ, ਇਹਨੇ ਨਵਾਂ ਖਸਮ ਵੀ ਕਰ ਲਿਆ। ਇੰਦੂ ਨੇ ਨਫ਼ਰਤ ਨਾਲ ਨੇੜੇ ਬੈਠੀ ਪਾਲਤੂ ਬਿੱਲੀ ਨੂੰ ਛਛਕੇੜਦਿਆਂ ਕਿਹਾ, ਨਹੀਂ ਇੰਦੂ, ਇਹ ਗੱਲ ਨਹੀਂ। ਆਖ ਉਹ ਕੁਝ ਸੋਚਣ ਲੱਗ ਪਿਆ। ਵੀਰ ਵਰਗਾ ਕਿਸੇ ਨੇ ਬਣ ਜਾਣਾ। ਸਵੇਰੇ ਜੇ ਪੜ੍ਹਨਾ ਹੁੰਦਾ, ਆਪ ਉੱਠ ਕੇ ਚਾਹ ਬਣਾ ਲੈਂਦਾ। ਇਹਨੂੰ ਸੁੱਤੀ ਨੂੰ ਕਿਹੜਾ ਜਗਾਉਂਦਾ ਸੀ। ਚੜ੍ਹੇ ਮਹੀਨੇ ਸਾਰੀ ਤਨਖਾਹ ਲਿਆ ਕੇ ਇਹਦੇ ਹੱਥ ਉੱਤੇ ਧਰ ਦਿੰਦਾ ਸੀ, ਤੇ ਮੁੜ ਕੇ ਕਦੀ ਨਹੀਂ ਸੀ ਪੁੱਛਿਆ ਵੀ ਸੱਤਿਆ ਮਾਨੇ ਕਿੱਥੇ ਤੂੰ ਖਰਚਦੀ ਹੈ, ਕਿੱਥੇ ਨਹੀਂ। ਬਥੇਰਾ ਸਾਰਿਆਂ ਨੇ ਮਖੌਲ ਕਰਨਾ,
ਵੀ ਜੋਰੂ ਦਾ ਗੁਲਾਮ ਹੈ, ਪਰ ਉਹਨੇ ਅੱਗੋਂ ਹੱਸ ਛੱਡਣਾ ਤੇ ਇਹੋ ਜਿਹੇ ਬੰਦੇ ਦੀ ਇਹਨੇ ਹਾਂ ਕਦਰ ਪਾਈ ਹੈ। ਹੋਰ ਨਹੀਂ ਬਈ, ਤੂੰ ਜਵਾਕ ਕੰਨੀ ਦੇਖ ਕਿਵੇਂ ਵਿਲੂ ਵਿਲੂ ਕਰਦਾ ਫਿਰਦਾ, ਤੇਰੇ ਆਦਮੀ ਦੀ ਨਿਸ਼ਾਨੀ ਹੈ। ਨਹੀਂ ਇੰਦੂ, ਬਿੱਲੂ ਨੂੰ ਤਾਂ ਮੈਂ ਆਪ ਹੀ ਰੱਖ ਲਿਆ ਸੀ। ਸੋਚਿਆ ਬਗਾਨੇ ਘਰ ਕੌਣ ਇਹਦਾ ਖਿਆਲ ਕਰੂ, ਪਰ ਇੱਥੇ ਵੀ ਉਹ ਉਦਰਿਆ ਰਹਿੰਦਾ। ਦਿਨ 'ਚ ਇੱਕ ਅੱਧੀ ਵਾਰੀ ਜ਼ਰੂਰ ਪੁੱਛ ਲੈਂਦਾ, ਪਿਤਾ ਜੀ ਅਮਰੀਕਾ ਤੋਂ ਡੈਡੀ ਕਦੋਂ ਆਉਣਗੇ? ਹਸਪਤਾਲ ਵਿੱਚ ਜਾ ਕੇ ਮੰਮੀ ਮਰ ਕਿਉਂ ਗਈ? ਉਹਨੂੰ ਸਭ ਕੁਝ ਸੱਚ ਸੱਚ ਦੱਸ ਦੇਣਾ ਸੀ। ਇੱਕ ਦਿਨ ਤਾਂ ਸਭ ਕੁਝ ਪਤਾ ਲੱਗਣਾ ਹੀ ਹੈ ਨਾ। ਪਰ ਇੰਦੂ ਅਜੇ ਉਹ ਇਹ ਗੱਲਾਂ ਸਮਝਣ ਜੋਗਾ ਨਹੀਂ। 8 ਸਾਲ ਕੋਈ ਉਮਰ ਹੁੰਦੀ ਹੈ? ਪਰ ਮੈਂ ਤਾਂ ਹੈਰਾਨ ਹਾਂ, ਉਹਨੂੰ ਨਿੱਜ ਹੋਈ ਨੂੰ ਨੀਂਦ ਕਿਵੇਂ ਆਉਂਦੀ ਹੋਊ ਰਾਤ ਨੂੰ ਇਹੋ ਜਿਹੇ ਜਵਾਕ ਨੂੰ ਛੱਡ ਕੇ। ਇੰਦੂ ਬੋਲੀ। ਜੋਤੀ ਨੂੰ ਨੀਂਦ ਨਹੀਂ ਸੀ ਆ ਰਹੀ। ਡੂੰਘਾ ਸਾਹ ਭਰਿਆ, ਬਿਟ ਬਿਟ ਹਨੇਰੇ ਵੱਲ ਝਾਕਦੀ ਰਹੀ। ਇੱਕਾ ਇੱਕ ਉਹਨੂੰ ਬੜੀ ਤ੍ਰੇਹ ਲੱਗੀ। ਹਨੇਰੇ ਵਿੱਚ ਹੀ ਬਾਂਹ ਵਧਾ ਕੇ ਉਹਨੇ ਸਿਰਹਾਣੇ ਮੇਜ਼ ਉੱਤੇ ਪਈ ਪਾਣੀ ਵਾਲੀ ਗੜਵੀ ਟੋਈ। ਗੜਵੀ ਉੱਤੇ ਰੱਖੀ ਕੌਲੀ ਵਿੱਚ ਹੱਥ ਵੱਜਿਆ ਤੇ ਉਹ ਭੁੰਜੇ ਡਿੱਗ ਪਈ। ਖੜਾਕ ਨਾਲ ਜਤਿੰਦਰ ਜਾਗ ਪਿਆ, ਪਾਸਾ ਪਰਤਿਆ ਤੇ ਉੱਠ ਕੇ ਬੈਠ ਗਿਆ। ਲਾਈਟ ਜਗਾ ਲਈ। ਜੋਤੀ ਦੇ ਹੌਲ ਜਿਹਾ ਪਿਆ, ਨਾ ਜਾਣੀ ਜਤਿੰਦਰ ਕੀ ਆਖੇ। ਸਿਰ ਦੁਖਦਾ ਸੀ। ਜੋਤੀ ਸਹਿਮੀ ਆਵਾਜ਼ 'ਚ ਬੋਲੀ। ਜਤਿੰਦਰ ਇੱਕ ਪਲ ਉਹਦੇ ਮੂੰਹ ਵੱਲ ਵੇਖਦਾ ਰਿਹਾ, ਫਿਰ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਬੋਲਿਆ, ਜੋਤੀ। ਹਾਂਜੀ, ਜੋਤੀ ਨੇ ਬਿਨਾਂ ਉਸ ਵੱਲ ਤੱਕਿਆਂ ਕਿਹਾ। ਜੋਤੀ ਤੈਨੂੰ ਪਤਾ ਨਾ ਮੈਂ ਤੈਨੂੰ ਪਿਆਰ ਕਰਦਾ। ਜੋਤੀ ਕੁਝ ਨਹੀਂ ਬੋਲੀ, ਬਸ ਅੱਖਾਂ ਭਰ ਆਈਆਂ। ਤੈਨੂੰ ਇਹ ਵੀ ਪਤਾ ਕਿ ਅਸੀਂ ਸੰਸਾਰ ਉੱਤੇ ਕੁਝ ਵਰ੍ਹੇ ਹੀ ਜਿਉਣਾ ਹੈ। ਜੋਤੀ ਫੇਰ ਵੀ ਕੁਝ ਨਾ ਬੋਲੀ। ਤੈਨੂੰ ਇਹ ਵੀ ਪਤਾ ਕਿ ਗੌਤਮ ਮਰ ਚੁੱਕਿਆ ਤੇ ਉਹਨੇ ਕਦੇ ਵਾਪਸ ਨਹੀਂ ਆਉਣਾ। ਹਾਂ, ਆਖਦੀ ਜੋਤੀ ਰੋ ਪਈ। ਜੇ ਤੂੰ ਇਸ ਤਰ੍ਹਾਂ ਰੋਂਦੇ ਹੀ ਰਹਿਣਾ ਸੀ ਤਾਂ ਮੇਰੇ ਨਾਲ ਵਿਆਹ ਨਹੀਂ ਸੀ ਕਰਨਾ। ਜੇ ਤੂੰ ਇੱਥੇ ਖੁਸ਼ ਨਹੀਂ ਤਾਂ ਅਜੇ ਵੀ ਜਾ ਸਕਦੀ ਹੈ। ਨਹੀਂ, ਇਉਂ ਨਾ ਆਖੋ, ਜੋਤੀ ਨੇ ਬੌਂਦਲਿਆਂ ਵਾਂਗ ਕਿਹਾ। ਨਹੀਂ ਨਹੀਂ, ਸਭ ਕੁਝ ਬੇਕਾਰ ਹੈ। ਸੋਚਿਆ ਸੀ ਤੈਨੂੰ ਸੁੱਖ ਦੇ ਸਕਾਂਗਾ, ਪਰ ਦੇ ਨਹੀਂ ਸਕਿਆ। ਜਤਿੰਦਰ ਨੇ ਸਖਤ ਆਵਾਜ਼ 'ਚ ਕਿਹਾ। ਇਹ ਮੇਰੀ ਕਿਸਮਤ ਹੈ। ਜੋਤੀ ਜਤਿੰਦਰ ਦਾ ਹੱਥ ਫੜ ਕੇ ਬੋਲੀ। ਮੇਰੀ ਵੀ ਤਾਂ ਇਹ ਕਿਸਮਤ ਹੀ ਹੈ ਕਿ ਆਪਣੇ ਘਰ ਆਉਂਦਾ ਤਾਂ ਲੱਗਦਾ ਜਿਵੇਂ ਕਿਸੇ ਹੋਰ ਦੇ ਘਰ ਆ ਗਿਆ ਹੋਵਾਂ। ਮੈਨੂੰ ਵੇਖ ਕੇ ਤੇਰੇ ਚਿਹਰੇ ਉੱਤੇ ਕੋਈ ਖੇੜਾ ਨਹੀਂ ਆਉਂਦਾ। ਮੇਰੇ ਲਈ ਕਦੇ ਤੂੰ ਬਣ ਸੰਵਰ ਕੇ ਨਹੀਂ ਬੈਠਦੀ। ਕਦੇ ਆਪਣੇ ਹੱਥੀਂ ਕੁਝ ਬਣਾ ਕੇ ਖਵਾਉਣ ਨੂੰ ਤੇਰਾ ਚਿੱਤ ਨਹੀਂ ਕਰਦਾ। ਕਦੇ ਨਹੀਂ ਪੁੱਛਿਆ ਕਿ ਮੈਨੂੰ ਕਿੰਨੇ ਬੱਚੇ ਚਾਹੀਦੇ ਨੇ। ਕਦੇ ਨਹੀਂ ਕਹਿੰਦੀ ਮੈਨੂੰ ਫਲਾਣੀ ਚੀਜ਼ ਲੈ ਦਿਓ। ਤੈਨੂੰ ਆਪਣੇ ਮਰਿਆਂ ਮੁੱਕਿਆਂ ਤੋਂ ਵਿਹਲ ਮਿਲੇ ਤਾਂ ਤੂੰ ਕੁਝ ਸੋਚੇ। ਪਰ ਇਸ ਤਰ੍ਹਾਂ ਸਭ ਕਿੰਨੀ ਕੁ ਦੇਰ ਚੱਲ ਸਕੇਗਾ? ਮੇਰੀਆਂ ਵੀ ਕੁਝ ਲੋੜਾਂ ਨੇ। ਮੈਂ ਵੀ ਚਾਹੁੰਦਾ ਕਿ ਘਰ ਮੇਰੇ ਲਈ ਘਰ ਹੋਵੇ। ਆਪਣੀ ਔਰਤ ਦਾ ਮੈਂ ਸਭੋ ਕੁਝ ਹੋਵਾਂ, ਪਰ ਤੈਨੂੰ ਮੇਰੀ ਪਰਵਾਹ ਨਹੀਂ। ਜਤਿੰਦਰ ਆਖੀ ਗਿਆ। ਨਹੀਂ ਨਹੀਂ, ਪਰਮਾਤਮਾ ਜਾਣਦਾ ਮੈਂ ਚਾਹੁੰਦੀ ਹਾਂ ਤੁਹਾਨੂੰ ਖੁਸ਼ ਰੱਖਾਂ। ਆਪਣੀ ਜਾਨ ਦੇ ਕੇ ਵੀ ਮੈਂ ਤੁਹਾਨੂੰ ਸੁਖੀ ਰੱਖਣਾ ਚਾਹੁੰਦੀ ਹਾਂ। ਤੂੰ ਆਪ ਸੋਚ ਜੋਤੀ, ਮੈਂ ਤੇਰਾ ਕੀ ਵਿਗਾੜਿਆ? ਮੇਰੇ ਮਾਂ ਬਾਪ ਸਾਰੀ ਉਮਰ ਲੜਦੇ ਝਗੜਦੇ ਹੀ ਰਹੇ। ਇਸੇ ਲਈ ਮੈਂ ਸੋਚ ਲਿਆ ਸੀ ਕਿ ਵਿਆਹ ਕਰਾਂਗਾ ਹੀ ਨਹੀਂ। ਬਸ ਇਉਂ ਹੀ ਸ਼ਰਾਬ ਪੀ ਪੀ ਕੇ ਜ਼ਿੰਦਗੀ ਕੱਟ ਦਿਆਂਗਾ। ਜਦੋਂ ਇਸ ਸ਼ਹਿਰ ਦੀ ਬਦਲੀ ਹੋਈ ਪਤਾ ਲੱਗਿਆ ਗੌਤਮ ਬਾਰੇ, ਤੂੰ ਮਿਲੀ, ਲੱਗਿਆ ਮੈਂ ਕਿਸੇ ਦੇ ਕੰਮ ਆ ਸਕਦਾ। ਪਰ ਨਹੀਂ, ਉਦੋਂ ਮੈਨੂੰ ਸ਼ਾਇਦ ਆਪਣੀਆਂ ਲੋੜਾਂ ਦਾ ਹੀ ਪਤਾ ਨਹੀਂ ਸੀ। ਹੁਣ ਲੱਗਦਾ ਤੂੰ ਮੈਨੂੰ ਬਹੁਤ ਪਹਿਲਾਂ ਮਿਲ ਜਾਣੀ ਚਾਹੀਦੀ ਸੀ। ਜਤਿੰਦਰ ਜੋਤੀ ਦੀ ਥਾਂ ਬਹੁਤੀਆਂ ਜਿਵੇਂ ਆਪਣੇ ਨਾਲ ਗੱਲਾਂ ਕਰ ਰਿਹਾ ਸੀ। ਅੱਛਾ, ਤੇਰੀ ਮਰਜ਼ੀ ਜੋਤੀ, ਆਖ। ਜਤਿੰਦਰ ਨੇ ਉੱਠ ਕੇ ਅਲਮਾਰੀ ਵਿੱਚੋਂ ਵਿਸਕੀ ਦੀ ਬੋਤਲ ਚੁੱਕ ਲਿਆਂਦੀ ਤੇ ਗਲਾਸ 'ਚ ਪਾਉਣ ਲੱਗ ਪਿਆ। ਜੋਤੀ ਕੁਝ ਨਹੀਂ ਬੋਲੀ, ਸਿਰਫ ਉਹਦੀਆਂ ਅੱਖਾਂ ਭਰ ਭਰ ਡੁੱਲਦੀਆਂ ਰਹੀਆਂ। ਚਾਹੁੰਦੀ ਸੀ ਜਤਿੰਦਰ ਨੂੰ ਸੁਖੀ ਰੱਖੇ, ਚਾਹੁੰਦੀ ਸੀ ਗੌਤਮ ਨੂੰ ਭੁੱਲ ਜਾਏ, ਚਾਹੁੰਦੀ ਸੀ ਬਿੱਲੂ ਨੂੰ ਯਾਦ ਨਾ ਕਰੇ, ਪਰ ਉਸ ਤੋਂ ਕੁਝ ਵੀ ਨਹੀਂ ਸੀ ਹੋ ਰਿਹਾ। ਜਿਵੇਂ ਉਹ ਹਾਰ ਗਈ ਸੀ। ਫਿਰ ਵੀ ਉਹ ਮਨ ਹੀ ਮਨ ਰੱਬ ਨੂੰ ਆਖ ਰਹੀ ਸੀ, ਜੇ ਕਿਧਰੇ ਰੱਬ ਹੈ, ਜੇ ਉਹਨੂੰ ਸਭ ਸੁਣਦਾ ਹੈ, ਜੇ ਸੁਣ ਕੇ ਉਹ ਧਿਆਨ ਦਿੰਦਾ ਹੈ ਤਾਂ। ਜੋਤੀ ਉਹਨੂੰ ਆਖ ਰਹੀ ਸੀ, ਪੁੱਛ ਰਹੀ ਸੀ ਕਿ ਸਭ ਕੀ ਹੋ ਗਿਆ? ਮਰ ਕੇ ਬੰਦੇ ਕਿੱਥੇ ਚਲੇ ਜਾਂਦੇ ਨੇ? ਮੈਂ ਭਲਾ ਕਾਹਦੇ ਲਈ ਜਿਉਂ ਰਹੀ ਹਾਂ? ਇਹ ਸਭ ਹੋ ਕੀ ਰਿਹਾ? ਭਵੱਤਰੀ ਜੀ ਜੋਤੀ ਆਪਣੀ ਥਾਂ ਤੋਂ ਉੱਠੀ ਤੇ ਜਤਿੰਦਰ ਦੇ ਅੱਗੇ ਪਈ ਸ਼ਰਾਬ ਵਾਲੇ ਗਲਾਸ ਉੱਤੇ ਹੱਥ ਰੱਖ ਕੇ ਬੋਲੀ, ਬਸ ਹੋਰ ਨਹੀਂ ਪੀਣੀ। ਜਤਿੰਦਰ ਉਹਦੇ ਮੂੰਹ ਵੱਲ ਤੱਕਦਾ ਬੋਲਿਆ, ਨਹੀਂ ਪੀਣ ਦੇ,
ਇਹੀ ਤਾਂ ਇੱਕ ਸਹਾਰਾ ਰਹਿ ਗਿਆ ਹੈ। ਤੇ ਗਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ। ਤੁਹਾਨੂੰ ਮੇਰੀ ਕਸਮ ਹੋਰ ਨਹੀਂ ਪੀਣੀ। ਜੋਤੀ ਬੋਤਲ ਪਰਾਂ ਰੱਖਦੀ ਬੋਲੀ। ਤੇਰੀ ਕਸਮ? ਤੂੰ ਮੇਰੀ ਕੌਣ ਹੈ ਜੋ ਆਪਣੀ ਕਸਮ ਦੇ ਰਹੀ ਹੈ? ਨਹੀਂ, ਮੇਰਾ ਇਸ ਦੁਨੀਆ 'ਚ ਕੋਈ ਨਹੀਂ, ਕੋਈ ਵੀ ਨਹੀਂ, ਆਖਦਾ ਜਤਿੰਦਰ ਨੀਟ ਵਿਸਕੀ ਦੀ ਇੱਕ ਗਲਾਸ ਭਰ ਕੇ ਪੀ ਗਿਆ ਤੇ ਫਿਰ ਬਿਸਤਰੇ ਉੱਤੇ ਇੱਕ ਪਾਸੇ ਨੂੰ ਲੁੜਕ ਗਿਆ। ਜੋਤੀ ਨੇ ਉਹਦੀਆਂ ਲੱਤਾਂ ਸਿੱਧੀਆਂ ਕੀਤੀਆਂ ਤੇ ਠੀਕ ਕਰਕੇ ਪਾਇਆ। ਉੱਪਰ ਚਾਦਰ ਦਿੱਤੀ ਤੇ ਲਾਈਟ ਬੁਝਾ ਕੇ ਮਲਕ ਦੇ ਕੇ ਪਰਲੇ ਪਾਸੇ ਨੂੰ ਪੈ ਗਈ। ਪੈ ਤਾਂ ਗਈ, ਪਰ ਨੀਂਦ ਉਹਨੂੰ ਅਜੇ ਵੀ ਨਹੀਂ ਸੀ ਆ ਰਹੀ। ਖਿਆਲਾਂ ਹੀ ਖਿਆਲਾਂ 'ਚ ਉਹ ਨਾ ਜਾਣੇ ਕਿੱਧਰ ਨੂੰ ਤੁਰ ਪਈ। ਖਿਆਲਾਂ ਹੀ ਖਿਆਲਾਂ 'ਚ ਤੁਰਦੀ ਜਿੱਥੇ ਉਹ ਪਹੁੰਚੀ, ਉਹ ਸਾਲ ਪਹਿਲਾਂ ਦਾ ਸਮਾਂ ਸੀ। ਛੋਟੇ ਜਿਹੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਲੱਗੇ ਫੁੱਲ ਬੂਟਿਆਂ ਦੇ ਵਿਚਕਾਰ 2 ਕੁਰਸੀਆਂ ਉੱਤੇ ਜੋਤੀ ਤੇ ਗੌਤਮ ਬੈਠੇ ਸਨ। ਕੋਲ ਹੀ ਬਿੱਲੂ ਆਪਣੀ ਰੇਲ ਗੱਡੀ ਨਾਲ ਖੇਡ ਰਿਹਾ ਸੀ। ਡੈਡੀ ਆਓ, ਗੱਡੀ ਚੱਲਣ ਵਾਲੀ ਹੈ। ਮੂੰਹ ਨਾਲ ਛੁਕ ਛੁਕ ਕਰਕੇ ਬਿੱਲੂ ਨੇ ਗੌਤਮ ਨੂੰ ਕਿਹਾ। ਆਪਣੀ ਮੰਮੀ ਨੂੰ ਕਰਵਾ ਲਿਆ ਸੈਰ, ਮੈਂ ਤਾਂ ਅਜੇ ਵਿਹਲਾ ਨਹੀਂ। ਗੌਤਮ ਨੇ ਫਿਲਾਸਫੀ ਦੀ ਕਿਤਾਬ ਦੇ ਵਰਕੇ ਫਰੋਲਦਿਆਂ ਕਿਹਾ। ਚਲੋ ਮੰਮੀ, ਤੁਸੀਂ ਚਲੋ, ਬਿੱਲੂ ਨੇ ਉਹਦਾ ਹੱਥ ਫੜ ਕੇ ਕਿਹਾ। ਛੱਡ ਬਿੱਲੂ, ਮੈਨੂੰ ਸਵੈਟਰ ਉਣਨ ਦੇ। ਨਹੀਂ ਮੰਮੀ, ਪਹਿਲਾਂ ਆਪਾਂ ਖੇਡਾਂਗੇ, ਆਖਦਾ ਬਿੱਲੂ ਉਹਨੂੰ ਖਿੱਚ ਕੇ ਉਠਾ ਕੇ ਲੈ ਗਿਆ। ਅਗਲੇ ਸਾਲ ਤੋਂ ਬਿੱਲੂ ਨੂੰ ਹੋਸਟਲ ਭੇਜ ਦੇਣਾ, ਗੌਤਮ ਬੋਲਿਆ। ਕਿਉਂ? ਜੋਤੀ ਨੇ ਪੁੱਛਿਆ। ਤੈਨੂੰ ਸਤਾਉਂਦਾ ਜੋ ਹੈ। ਬਿੱਲੂ ਦੀ ਰੇਲ ਗੱਡੀ ਦੇ ਪਿੱਛੇ ਪਿੱਛੇ ਤੁਰ ਕੇ ਵਿਹੜੇ ਦਾ ਇੱਕ ਚੱਕਰ ਕੱਟ ਜੋਤੀ ਆਪਣੀ ਕੁਰਸੀ ਉੱਤੇ ਬੈਠ ਸਵੈਟਰ ਚੁੱਕਦੀ ਬੋਲੀ। ਬਿੱਲੂ ਦੇ ਸਾਹਮਣੇ ਨਾ ਇਉਂ ਕਿਹਾ ਕਰੋ। ਗੌਤਮ ਕੁਝ ਨਹੀਂ ਬੋਲਿਆ, ਇੱਕ ਟੱਕ ਉਸ ਵੱਲ ਦੇਖਦਾ ਰਿਹਾ। ਕੀ ਸੋਚ ਰਹੇ ਹੋ? ਸੋਚ ਰਿਹਾ ਕਿ ਸੱਚਮੁੱਚ ਇੱਕ ਦਿਨ ਤੂੰ ਇਸ ਦੁਨੀਆ ਉੱਤੇ ਹੀ ਨਹੀਂ ਹੋਏਂਗੀ ਤੇ ਮੈਂ ਵੀ ਨਹੀਂ ਹੋਵਾਂਗਾ। ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ? ਜੋਤੀ ਨੇ ਹੱਸ ਕੇ ਕਿਹਾ। ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਜੋ ਹੋਣਾ ਇਕੱਠਿਆਂ ਨੂੰ ਹੋਵੇ, ਜਦੋਂ ਵੀ ਹੋਵੇ, ਗੌਤਮ ਬੋਲਿਆ। ਤੁਹਾਨੂੰ ਤਾਂ ਮੇਰੇ ਨਾਲੋਂ ਅੱਛੀ ਲੜਕੀ ਮਿਲ ਸਕਦੀ ਹੈ। ਮੈਨੂੰ ਸਿਰਫ ਤੂੰ ਹੀ ਚਾਹੀਦੀ ਹੈ। ਇਹ ਤਾਂ ਬਾਈ ਚਾਂਸ ਹੈ ਕਿ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ। ਤੁਹਾਡਾ ਵਿਆਹ ਕਿਸੇ ਹੋਰ ਨਾਲ ਵੀ ਤਾਂ ਹੋ ਸਕਦਾ ਸੀ। ਵਿਆਹ ਜਿਵੇਂ ਮਰਜ਼ੀ ਹੋ ਗਿਆ, ਪਰ ਹੁਣ ਮੈਂ ਚਾਹੁੰਦਾ ਤੂੰ ਹਮੇਸ਼ਾ ਹਮੇਸ਼ਾ ਮੇਰੇ ਕੋਲ ਰਹੀਂ। ਅਗਲੇ ਜਨਮ ਵੀ? ਜੇ ਕੋਈ ਅਗਲਾ ਜਨਮ ਹੈ ਤਾਂ। ਜੋਤੀ ਦੱਸੋ, ਆਪਾਂ ਦੋਵੇਂ ਇੱਕ ਦਿਨ ਨੀਂਦ ਦੀਆਂ ਗੋਲੀਆਂ ਖਾ ਕੇ ਮਰ ਕਿਉਂ ਨਾ ਜਾਈਏ? ਪਰ ਕਿਉਂ? ਇੱਕ ਦਿਨ ਤਾਂ ਮਰਨਾ ਹੀ ਹੈ। ਮਰ ਕੇ ਕੀ ਹੋਊ? ਤੇਰੀ ਮਿੱਟੀ ਮੇਰੀ ਮਿੱਟੀ ਵਿੱਚ ਰਲ ਜਾਊ। ਉਸ ਮਿੱਟੀ ਵਿੱਚੋਂ ਫਿਰ ਫੁੱਲ ਉੱਗਿਆ ਕਰਨਗੇ। ਮੈਂ ਇਹ ਨਹੀਂ ਚਾਹੁੰਦਾ ਕਦੇ ਮੈਂ ਮਰ ਜਾਵਾਂ ਤੇ ਤੂੰ ਰੁਲੇ। ਤੁਸੀਂ ਹਰ ਵੇਲੇ ਮਰਨ ਦੀਆਂ ਹੀ ਕਿਉਂ ਗੱਲਾਂ ਕਰਦੇ ਰਹਿੰਦੇ ਹੋ? ਮੈਨੂੰ ਲੱਗਦਾ ਮੈਂ ਬਹੁਤੀ ਦੇਰ ਜਿਉਣਾ ਨਹੀਂ। ਕਦੇ ਮੈਨੂੰ ਲੱਗਦਾ ਜਿਵੇਂ ਤੂੰ ਮਰ ਜਾਏਂਗੀ। ਛੱਡੋ ਪਰੇ ਇਹ ਗੱਲਾਂ। ਨਹੀਂ ਜੋਤੀ, ਜਿਹੜੇ ਬੰਦੇ ਮੌਤ ਬਾਰੇ ਨਹੀਂ ਸੋਚਦੇ ਉਹ ਖਬਰੇ ਕਿਵੇਂ ਜਿਉਂ ਹੀ ਜਾਂਦੇ ਨੇ। ਤੂੰ ਹੈਰਾਨ ਹੋਵੇਂਗੀ, ਕਦੇ ਕਦੇ ਰਾਤ ਨੂੰ ਜਦੋਂ ਮੈਨੂੰ ਜਾਗ ਆ ਜਾਂਦੀ ਹੈ, ਮੈਂ ਉੱਠ ਕੇ ਦੇਖਦਾ ਕਿ ਤੂੰ ਸੁੱਤੀ ਸੁੱਤੀ ਕਿਧਰੇ ਮਰ ਤਾਂ ਨਹੀਂ ਗਈ। ਜੋਤੀ ਹੱਸ ਪਈ, ਬੋਲੀ। ਕੀ ਹੋ ਗਿਆ ਤੁਹਾਨੂੰ? ਪਤਾ ਨਹੀਂ ਜੋਤੀ, ਜਿਵੇਂ ਮੈਂ ਕਿਸੇ ਲੰਮੇ ਸਫ਼ਰ 'ਤੇ ਜਾਣ ਲੱਗਿਆ ਹੋਵਾਂ। ਇਉਂ ਖੋਜ ਹੀ ਪੈਂਦੀ ਰਹਿੰਦੀ ਹੈ। ਇਹ ਸਭ ਰੱਜੇ ਪੁੱਜੇ ਘਰਾਂ ਦੇ ਲੋਕਾਂ ਦੇ ਮਸਲੇ ਨੇ। ਰੋਟੀ ਲਈ ਸਾਰਾ ਦਿਨ ਧੰਦ ਪਿੱਟਣਾ ਪਵੇ ਤੇ ਥੱਕ ਟੁੱਟ ਕੇ ਆਥਣੇ ਘਰ ਮੁੜੋ, ਫਿਰ ਦੇਖਾਂ ਕਿਵੇਂ ਔੜਦੀਆਂ ਨੇ ਇਹ ਗੱਲਾਂ। ਜੋਤੀ ਹੱਸ ਕੇ ਬੋਲੀ। ਕਾਲਜ ਵਿੱਚ ਪੜ੍ਹਾਉਣਾ ਤੇਰਾ ਖਿਆਲ 'ਚ ਕੋਈ ਕੰਮ ਹੀ ਨਹੀਂ? ਇਹ ਆਪਣੇ ਆਪ ਨੂੰ ਭੁੱਲ ਜਾਣ ਵਾਲਾ ਕੰਮ ਨਹੀਂ, ਸਗੋਂ ਆਪਣਾ ਆਪ ਯਾਦ ਕਰਵਾਉਣ ਵਾਲਾ ਕੰਮ ਹੈ। ਤੂੰ ਜੋਤੀ ਏਡੀ ਸਿਆਣੀ ਕਿਵੇਂ ਹੋ ਗਈ? ਗੌਤਮ ਨੇ ਮਜ਼ਾਕ ਨਾਲ ਪੁੱਛਿਆ। ਤੁਹਾਡੀ ਸੰਗਤ 'ਚ ਰਹਿ ਕੇ, ਜੋਤੀ ਨੇ ਵੀ ਮਜ਼ਾਕ ਵਿੱਚ ਹੀ ਜਵਾਬ ਦਿੱਤਾ। ਜੋਤੀ, ਤੂੰ ਰੱਬ ਵਿੱਚ ਵਿਸ਼ਵਾਸ ਕਰਦੀ ਹੈ? ਹਾਂ, ਤੇ ਉਹਨੂੰ ਆਖਦੀ ਹੁੰਦੀ ਹਾਂ ਉਹ ਤੁਹਾਡਾ ਖਿਆਲ ਰੱਖੇ। ਇਸੇ ਲਈ ਤੈਨੂੰ ਕਿਸੇ ਕਿਸਮ ਦੀ ਕੋਈ ਔਖ ਨਹੀਂ ਹੁੰਦੀ। ਆਪਣੇ ਆਪ ਨੂੰ ਸੌਖਿਆਂ ਰੱਖਣ ਦਾ ਇਹ ਵੀ ਇੱਕ ਤਰੀਕਾ ਹੈ ਕਿ ਮੰਨ ਲਓ ਕਿ ਰੱਬ ਹੈ। ਤੁਹਾਡੇ ਕੋਲ ਕੀ ਸਬੂਤ ਹੈ ਕਿ ਰੱਬ ਨਹੀਂ ਹੈ? ਜੋਤੀ ਜ਼ਰਾ ਤਲਖ ਹੋ ਕੇ ਬੋਲੀ। ਜਿਸ ਕਿਸਮ ਦੀ ਇਹ ਦੁਨੀਆ ਹੈ, ਕੀ ਰੱਬ ਦੀ ਬਣਾਈ ਹੋਈ ਹੈ? ਸਾਡੇ ਕਰਮਾਂ ਦੇ ਫਲ ਵੀ ਤਾਂ ਨੇ। ਮਤਲਬ ਇਹ ਹੋਇਆ ਕਿ ਮੈਂ ਤਾਂ ਚੰਗੇ ਕਰਮ ਕੀਤੇ ਸਨ ਜੋ ਤੂੰ ਮੈਨੂੰ ਮਿਲੀ, ਤੇ ਤੈਂ ਚੰਗੇ ਕਰਮ ਨਹੀਂ ਸਨ ਕੀਤੇ ਹੋਏ ਜੋ ਤੈਨੂੰ ਮੈਂ ਮਿਲਿਆ। ਅੰਦਰੋਂ ਟੁੱਟਿਆ ਭੱਜਿਆ ਜਿਹਾ ਬੰਦਾ। ਮੈਨੂੰ ਤਾਂ ਤੁਸੀਂ ਸਾਰੀ ਦੁਨੀਆ ਤੋਂ ਚੰਗੇ ਲੱਗਦੇ ਹੋ।
ਤੇ ਮੈਨੂੰ ਜੋਤੀ ਤੂੰ ਸਾਰੀ ਦੁਨੀਆ ਤੋਂ ਚੰਗੀ ਲੱਗਦੀ ਹੈ। ਗੌਤਮ ਨੇ ਹੱਸ ਕੇ ਕਿਹਾ, ਜਾਓ, ਤੁਸੀਂ ਤਾਂ ਮਜ਼ਾਕ ਕਰਨ ਲੱਗ ਪਏ ਹੋ। ਆਖ ਕੇ ਜੋਤੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ। ਕੁਝ ਚਿਰ ਤੋਂ ਗੌਤਮ ਮਰਨ ਦੀਆਂ ਨਹੀਂ ਸਗੋਂ ਜਿਉਣ ਦੀਆਂ ਗੱਲਾਂ ਕਰਦਾ ਸੀ। ਜਮਾਤ ਵਿੱਚ ਉਹ ਦੱਸ ਰਿਹਾ ਸੀ, ਫਰਜ਼ ਕਰੋ ਰੌਸ਼ਨ ਦਿਨ ਵਿੱਚ 8 ਘੰਟੇ ਪੜ੍ਹਦਾ ਹੈ ਤੇ ਰਤਨ ਪੜ੍ਹਦਾ ਹੀ ਨਹੀਂ, ਤੇ ਨਤੀਜਾ ਨਿਕਲਣ ਉੱਤੇ ਰਤਨ ਫਸਟ ਰਹਿੰਦਾ ਹੈ ਤੇ ਰੌਸ਼ਨ ਫੇਲ ਹੋ ਜਾਂਦਾ ਹੈ। ਤੁਹਾਨੂੰ ਕਿਵੇਂ ਲੱਗੇਗਾ? ਸਾਡੇ ਸਮਾਜ 'ਚ ਆਰਥਿਕ ਵੰਡ ਕੁਝ ਇਹੋ ਜਿਹੀ ਹੈ, ਠੀਕ ਹੈ ਰੌਸ਼ਨ? ਉਹਨੇ ਰੌਸ਼ਨ ਤੋਂ ਪੁੱਛਿਆ ਸੀ, ਜਿਵੇਂ ਇਹ ਗੱਲਾਂ ਰੌਸ਼ਨ ਬਾਕੀਆਂ ਨਾਲੋਂ ਵੱਧ ਸਮਝਦਾ ਸੀ। ਰੌਸ਼ਨ ਦਾ ਪਿਓ ਸੇਠ ਧਰਮਦਾਸ ਦਾ ਡਰਾਈਵਰ ਸੀ। ਸੇਠ ਧਰਮਦਾਸ ਜੀ ਦੇ ਕਈ ਸ਼ਹਿਰਾਂ 'ਚ ਸਿਨੇਮੇ ਸਨ, ਕਈ ਸ਼ਹਿਰਾਂ 'ਚ ਕੋਠੀਆਂ ਸਨ। ਰੌਸ਼ਨ ਦਾ ਬਾਪ ਕਦੇ ਕਦੇ ਰੌਸ਼ਨ ਨੂੰ ਆਪਣੇ ਨਾਲ ਸੇਠ ਧਰਮਦਾਸ ਜੀ ਦੇ ਬੰਗਲੇ 'ਤੇ ਲੈ ਜਾਂਦਾ ਤੇ ਸੇਠਾਣੀ ਉਹਨੂੰ ਛੋਟਾ ਡਰਾਈਵਰ ਆ ਕੇ ਮਖੌਲ ਕਰਦੀ ਤੇ ਆਖਦੀ, ਡਰਾਈਵਿੰਗ ਸਿੱਖ ਲੈ, ਜਦੋਂ ਕੁਬੇਰ ਵਲੈਤ ਤੋਂ ਆਇਆ ਉਹਦੀ ਕਾਰ ਉੱਤੇ ਤੈਨੂੰ ਲਗਾ ਦਾਂਗੇ। ਰੌਸ਼ਨ ਦੀ ਨਿੱਕੀ ਭੈਣ ਕਈ ਸਾਲਾਂ ਤੋਂ ਸੇਠ ਧਰਮਦਾਸ ਦੇ ਘਰ ਬੱਚਿਆਂ ਦੀ ਖਿਡਾਵੀ ਸੀ। 1-1 ਵਜੇ ਤੱਕ ਕਲੱਬ ਦੇ ਗੇਟ ਮੂਹਰੇ ਕਾਰ 'ਚ ਬੈਠੇ ਸੇਠ ਧਰਮਦਾਸ ਜੀ ਨੂੰ ਉਡੀਕਦੇ। ਉਹ ਨੀਂਦਰੇ ਉਬਾਸੀਆਂ ਲੈਂਦੇ ਆਪਣੇ ਬਾਪ ਦਾ। ਜਦੋਂ ਰੌਸ਼ਨ ਨੂੰ ਖਿਆਲ ਆਉਂਦਾ ਤਾਂ ਉਹਦਾ ਜੀ ਪੜ੍ਹਾਈ ਛੱਡ ਕੇ ਡਰਾਈਵਰੀ ਸਿੱਖ ਲੈਣ ਤੇ ਆਪਣੇ ਬਾਪ ਨੂੰ ਸਾਰੀ ਉਮਰ ਧੱਕੇ ਖਾਧੇ ਤੋਂ ਹੁਣ ਆਰਾਮ ਕਰ ਤੇ ਤੇਰੀ ਥਾਂ ਡਰਾਈਵਰ ਮੈਂ ਬਣ ਜਾਣਾ ਕਹਿਣ ਨੂੰ ਦਿਲ ਕਰਦਾ। ਪਰ ਬਾਪ ਉਹਦਾ ਇਸ ਗੱਲ 'ਤੇ ਰਾਜ਼ੀ ਨਾ ਹੁੰਦਾ। ਉਹ ਬਸ ਇਹੀ ਆਖਦਾ ਕਿ ਤੂੰ ਬਸ ਪੜ੍ਹੀ ਚੱਲ। ਕਾਲਜ ਪੜ੍ਹਦਿਆਂ ਉਹਦੀ ਪ੍ਰੋਫੈਸਰ ਗੌਤਮ ਨਾਲ ਜਾਣ ਪਛਾਣ ਹੋ ਗਈ। ਗੌਤਮ ਦੀਆਂ ਗੱਲਾਂ ਉਹਨੂੰ ਹੋਰ ਹੀ ਪਾਸੇ ਲਈ ਜਾ ਰਹੀਆਂ ਸਨ। ਫਿਰ ਉਹ ਗੌਤਮ ਨੂੰ ਇਕੱਲਾ ਮਿਲਣ ਲੱਗ ਪਿਆ। ਅਜਿਹੀਆਂ ਕਿਤਾਬਾਂ ਉਹ ਤੋਂ ਲਿਜਾ ਕੇ ਪੜ੍ਹਨ ਲੱਗ ਪਿਆ ਜਿਨ੍ਹਾਂ ਉੱਤੇ ਕਵਰ ਹੋਰ ਕਿਤਾਬਾਂ ਦੇ ਚੜ੍ਹੇ ਹੁੰਦੇ ਸਨ। ਫਿਰ ਉਹ ਰਾਤ ਬਰਾਤੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਵੀ ਜਾਣ ਲੱਗ ਪਿਆ। ਉਹਦੇ ਨਾਲ ਕਾਲਜ ਦੇ ਹੋਰ ਮੁੰਡੇ ਵੀ ਜਾਣ ਲੱਗ ਪਏ। ਇੱਕ ਦਿਨ ਅਚਾਨਕ ਉਹਦੀ ਨਿੱਕੀ ਭੈਣ ਰੋਂਦੀ ਘਰ ਆ ਗਈ। ਸੇਠ ਧਰਮਦਾਸ ਜੀ ਨੇ ਸ਼ਰਾਬ 'ਚ ਗੁੱਟ ਮੁੰਨੀ ਦੀ ਇੱਜ਼ਤ ਨੂੰ ਹੱਥ ਪਾਇਆ ਸੀ ਤੇ ਚੀਕ ਚਿਹਾੜਾ ਪਾਉਣ 'ਤੇ ਸੇਠਾਣੀ ਨੇ ਸਗੋਂ ਮੁੰਨੀ ਨੂੰ ਝਾੜਿਆ ਸੀ ਕਿ ਉਹਨੇ ਸੇਠ ਧਰਮਦਾਸ ਜੀ ਦੀ ਬਦਨਾਮੀ ਕਰ ਦਿੱਤੀ ਸੀ। ਗੱਲ ਬਾਹਰ ਨਿਕਲ ਗਈ ਸੀ। ਪਤਾ ਨਹੀਂ ਕਿੱਥੋਂ ਪਿਸਤੌਲ ਲੈ ਕੇ ਰੌਸ਼ਨ ਸੇਠ ਧਰਮਦਾਸ ਜੀ ਦੇ ਬੰਗਲੇ ਤੱਕ ਜਾ ਪਹੁੰਚਿਆ। ਸੇਠ ਧਰਮਦਾਸ ਜੀ ਨੇ ਟੈਲੀਫੋਨ ਕਰਕੇ ਪੁਲਿਸ ਸੱਦ ਲਈ ਕਿ ਨਕਸਲਵਾੜੀਆਂ ਨੂੰ ਮਾਰਨ ਆ ਪਿਆ। ਰੌਸ਼ਨ ਦੌੜ ਕੇ ਕਾਲਜ ਆ ਗਿਆ। ਪੁਲਿਸ ਰੌਸ਼ਨ ਨੂੰ ਗ੍ਰਿਫਤਾਰ ਕਰਨ ਲਈ ਪਿੱਛੇ ਆਈ। ਵਿਦਿਆਰਥੀ ਰੌਸ਼ਨ ਦੀ ਮਦਦ ਲਈ ਜਮਾਤਾਂ ਛੱਡ ਕੇ ਬਾਹਰ ਆ ਗਏ। ਵਿਦਿਆਰਥੀਆਂ ਦੀਆਂ ਪੁਲਿਸ ਨਾਲ ਝੜਪਾਂ ਹੋ ਗਈਆਂ। ਪੁਲਿਸ ਨੇ ਟੀਅਰ ਗੈਸ ਛੱਡੀ, ਲਾਠੀ ਚਾਰਜ ਕੀਤਾ। ਗੱਲ ਵੱਧ ਗਈ। ਅਥਰੇ ਮੁੰਡਿਆਂ ਨੇ ਪੁਲਿਸ ਵਾਲਿਆਂ ਉੱਤੇ ਇੱਟਾਂ ਰੋੜੇ ਵਗਾਹ ਮਾਰੇ। ਮੀਂਹ ਜਿਵੇਂ ਥਾਂ ਕੁਥਾਂ ਵੇਖ ਕੇ ਨਹੀਂ ਵਰਦਾ, ਉਸੇ ਤਰ੍ਹਾਂ ਗੋਲੀਆਂ ਨੇ ਥਾਂ ਕੁਥਾਂ ਨਹੀਂ ਵੇਖਿਆ। ਵਿਦਿਆਰਥੀਆਂ ਦੇ ਨਾਲ ਗੌਤਮ ਵੀ ਸੀ। ਇੱਕ ਗੋਲੀ ਗੌਤਮ ਦੇ ਵੀ ਵੱਜੀ। ਪਤਾ ਲੱਗਣ 'ਤੇ ਘਬਰਾਈ ਜੋਤੀ ਪਤਾ ਕਰਨ ਗਈ ਕਿ ਗੌਤਮ ਸਵੇਰੇ ਕਾਲਜ ਗਿਆ ਸੀ, ਪਰਤਿਆ ਨਹੀਂ। ਹਰੇਕ ਆਖੇ ਸਾਨੂੰ ਨਹੀਂ ਪਤਾ, ਪੁਲਿਸ ਵਾਲਿਆਂ ਨੂੰ ਪੁੱਛੋ। ਪੁਲਿਸ ਵਾਲੇ ਆਖਣ, ਅੱਛਾ ਉਹ ਪ੍ਰੋਫੈਸਰ ਹੋ ਕੇ ਵੀ ਮੁੰਡਿਆਂ ਦੇ ਨਾਲ ਸੀ। ਆਖਰ ਇੱਕ ਵਿਦਿਆਰਥੀ ਨੇ ਦੱਸਿਆ, ਮੇਰੇ ਸਾਹਮਣੇ ਉਹਨਾਂ ਦੀ ਗੋਲੀ ਲੱਗੀ ਸੀ। ਬਗਾਨੇ ਦੇਸ਼ ਦੇ ਰੇਡੀਓ ਨੇ ਖਬਰ ਦਿੱਤੀ, ਦਰਿਆ ਵਿੱਚ ਕੁਝ ਲਾਸ਼ਾਂ ਆਈਆਂ ਨੇ, ਅਸੀਂ ਬਰਫ਼ ਵਿੱਚ ਲਾ ਰੱਖੀਆਂ ਨੇ, ਆ ਕੇ ਪਹਿਚਾਣ ਲਓ। ਰੋਂਦੀ ਕੁਰਲਾਂਦੀ ਜੋਤੀ ਬਾਰਡਰ ਉੱਤੇ ਪਹੁੰਚੀ। ਅਗਲੇ ਆਖਣ ਪਾਸਪੋਰਟ ਲਿਆਓ। ਪਾਸਪੋਰਟ ਵਾਲੇ ਆਖਣ ਤੁਸੀਂ ਠੀਕ ਦੱਸੋ ਕਿਸ ਲਈ ਜਾ ਰਹੇ ਹੋ। ਮਰੇ ਪਤੀ ਦਾ ਮੂੰਹ ਦੇਖਣ ਜਾ ਰਹੀ ਹਾਂ। ਪਰ ਪਤਾ ਕਰਨ ਉੱਤੇ ਪਾਸਪੋਰਟ ਵਾਲਿਆਂ ਨੂੰ ਪੁਲਿਸ ਨੇ ਦੱਸਿਆ ਕਿ ਇਹ ਸਭ ਬਗਾਨੇ ਦੇਸ਼ ਵਾਲਿਆਂ ਦਾ ਪ੍ਰੋਪੇਗੰਡਾ ਹੈ। ਨਾ ਜਾਣੇ ਕਿਹਨਾਂ ਦੀਆਂ ਲਾਸ਼ਾਂ ਲਿਆ ਕੇ ਰੱਖ ਦਿੱਤੀਆਂ ਹਨ। ਅਸੀਂ ਤਾਂ ਕੋਈ ਲਾਸ਼ ਸੁੱਟੀ ਨਹੀਂ ਦਰਿਆ ਵਿੱਚ। ਹੋ ਸਕਦਾ ਇਸ ਔਰਤ ਦਾ ਪਤੀ ਫੜਿਆ ਗਿਆ ਹੋਵੇ ਤੇ ਕਿਸੇ ਜੇਲ੍ਹ 'ਚ ਹੋਵੇ। ਜੋਤੀ ਨੇ ਸਾਰੀਆਂ ਜੇਲ੍ਹਾਂ ਛਾਣ ਮਾਰੀਆਂ। ਗੌਤਮ ਨਾਂ ਦਾ ਉੱਥੇ ਕੋਈ ਬੰਦਾ ਨਹੀਂ ਸੀ। ਜੋਤੀ ਹਸਪਤਾਲਾਂ 'ਚ ਗਈ ਪਰ ਗੌਤਮ ਕਿਧਰੇ ਨਹੀਂ ਸੀ। ਪਰ ਜੋਤੀ ਨੂੰ ਇਤਬਾਰ ਨਾ ਆਉਂਦਾ ਕਿ ਗੌਤਮ ਹੁਣ ਕਦੇ ਵੀ ਨਹੀਂ ਆਏਗਾ ਜਾਂ ਉਹ ਮਰ ਗਿਆ। ਉਹ ਤਾਂ ਕਹਿੰਦਾ ਸੀ ਜੋਤੀ ਮੁੜ ਮੁੜ ਸੋਚਦੀ ਸੀ।
ਜੋਤੀ ਮੁੜ ਸੋਚਦੀ। ਸ਼ਾਇਦ ਜੋਤੀ ਕੁਝ ਵੀ ਨਹੀਂ ਸੀ ਸੋਚਦੀ। ਉਹ ਆਪਣੇ ਆਪ ਨੂੰ ਸੋਚਣ ਦਾ ਮੌਕਾ ਹੀ ਨਹੀਂ ਸੀ ਦਿੰਦੀ। ਸਾਰਾ ਦਿਨ ਉਹਦਾ ਸਕੂਲ ਵਿੱਚ ਲੰਘ ਜਾਂਦਾ। ਉਹ ਪੜ੍ਹਾਉਣ ਲੱਗ ਪਈ ਸੀ। ਆਥਣੇ ਆ ਕੇ ਘਰ ਦਾ ਸਾਰਾ ਕੰਮ ਕਰਦੀ। ਰਾਤ ਵੇਲੇ ਬਿੱਲੂ ਨੂੰ ਪੜ੍ਹਾਉਂਦੀ। ਜਦੋਂ ਸੌਂ ਜਾਂਦਾ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹਨ ਬੈਠ ਜਾਂਦੀ। ਸਾਰਾ ਵੇਲਾ ਰੇਡੀਓ ਵੱਜਦਾ ਰਹਿੰਦਾ। ਜਿਸ ਦਿਨ ਸਕੂਲੋਂ ਛੁੱਟੀ ਹੁੰਦੀ ਉਹ ਬਿੱਲੂ ਨੂੰ ਲੈ ਕੇ ਬਾਜ਼ਾਰ ਚਲੀ ਜਾਂਦੀ। ਬਿੱਲੂ ਵਾਂਗ ਦੁਕਾਨਾਂ ਵੱਲ ਵੇਖਦੀ। ਉਹ ਪਰਚੀ ਰਹਿੰਦੀ। ਭੀੜ ਵਿੱਚ ਆਪਣੇ ਆਪ ਨੂੰ ਗਵਾਈ ਰੱਖਦੀ। ਲੋਕਾਂ ਦੇ ਘਰ ਮਿਲਣ ਤੁਰੀ ਰਹਿੰਦੀ। ਸਿਨੇਮਾ ਵੇਖ ਆਉਂਦੀ। ਬਿੱਲੂ ਨਾਲ ਕੈਰਮ ਖੇਡਦੀ ਰਹਿੰਦੀ। ਕਿੰਨਾ ਚਿਰ ਪਿਤਾ ਜੀ ਨੂੰ ਰਮਾਇਣ ਪੜ੍ਹ ਕੇ ਸੁਣਾਉਂਦੀ ਰਹਿੰਦੀ। ਉਹ ਯਾਦ ਨਹੀਂ ਸੀ ਕਰਨਾ ਚਾਹੁੰਦੀ ਕਿ ਗੌਤਮ ਮਰ ਗਿਆ ਹੈ। ਉਹਨੇ ਬਿੱਲੂ ਨੂੰ ਵੀ ਇਹੀ ਦੱਸਿਆ ਸੀ ਕਿ ਡੈਡੀ ਕਿਸੇ ਹੋਰ ਦੇਸ਼ ਚਲਿਆ ਗਿਆ। ਉਸ ਦੇ ਕਈ ਵਾਰੀ ਪੁੱਛਣ ਉੱਤੇ ਉਸ ਆਖ ਦਿੱਤਾ ਅਮਰੀਕਾ। ਹੁਣ ਉਸ ਨੂੰ ਆਪ ਨੂੰ ਵੀ ਲੱਗਣ ਲੱਗ ਪਿਆ ਸੀ ਜਿਵੇਂ ਗੌਤਮ ਸੱਚੀ ਮੁੱਚੀ ਅਮਰੀਕਾ ਹੀ ਗਿਆ ਹੋਇਆ ਹੈ। ਲੋਕਾਂ ਨਾਲ ਉਹ ਲੋਕਾਂ ਦੀਆਂ ਹੀ ਗੱਲਾਂ ਕਰਦੀ ਰਹਿੰਦੀ। ਉਸ ਦੇ ਨਾਲ ਕੋਈ ਉਹਦੀ ਗੱਲ ਨਾ ਕਰਦਾ। ਹੌਲੀ ਹੌਲੀ ਉਹਨੂੰ ਲੱਗਣ ਲੱਗ ਪਿਆ ਜਿਵੇਂ ਉਸ ਨਾਲ ਕੁਝ ਵਾਪਰਿਆ ਹੀ ਨਹੀਂ। ਗੌਤਮ ਤਾਂ ਅਮਰੀਕਾ ਗਿਆ ਹੋਇਆ ਸੀ। ਬਿੱਲੂ ਨਾਲ ਅਮਰੀਕਾ ਰਹਿੰਦੇ ਗੌਤਮ ਦੀਆਂ ਗੱਲਾਂ ਕਰਦੀ ਨੂੰ ਉਹਨੂੰ ਯਾਦ ਹੀ ਨਾ ਰਹਿੰਦਾ ਕਿ ਇਹ ਸਭ ਕੁਝ ਉਹਨੇ ਮਨੋਂ ਹੀ ਘੜ ਲਿਆ ਹੋਇਆ ਹੈ। ਫਿਰ ਬਿੱਲੂ ਦੇ ਨਾਲ ਉਹ ਵੀ ਉਡੀਕਣ ਲੱਗ ਪਈ ਕਿ ਗੌਤਮ ਕਦੋਂ ਅਮਰੀਕਾ ਤੋਂ ਆਏਗਾ ਅਤੇ ਉਹਨਾਂ ਲਈ ਕੀ ਲੈ ਕੇ ਆਏਗਾ। ਭੁੱਲੇ ਚੁੱਕੇ ਜਦੋਂ ਕੋਈ ਗੌਤਮ ਦੀ ਮੌਤ ਦਾ ਜ਼ਿਕਰ ਕਰਦਾ ਤਾਂ ਜੋਤੀ ਨੂੰ ਮਾੜਾ ਵੀ ਲੱਗਦਾ ਅਤੇ ਅਜੀਬ ਵੀ। ਉਹ ਅੱਗੋਂ ਕੋਈ ਹੁੰਗਾਰਾ ਨਾ ਦਿੰਦੀ। ਬਿੱਲੂ ਜਦੋਂ ਕਿਸੇ ਗੱਲੋਂ ਤੰਗ ਕਰਦਾ ਉਹ ਆਖਦੀ ਆਹ ਲੈਣ ਦੇ ਤੇਰੇ ਡੈਡੀ ਨੂੰ, ਦੱਸੂਗੀ। ਉਹ ਜਦੋਂ ਬਿੱਲੂ ਨੂੰ ਕੋਈ ਚੀਜ਼ ਲੈ ਕੇ ਨਾ ਦਿੰਦੀ ਤਾਂ ਬਿੱਲੂ ਆਖਦਾ ਆਹ ਲੈਣ ਦਿਓ ਡੈਡੀ ਨੂੰ, ਦੱਸੂਗਾ। ਬਸ ਇੱਕ ਉਹਦਾ ਸਹੁਰਾ ਸੀ। ਜਦੋਂ ਇਹ ਗੱਲਾਂ ਸੁਣਦਾ ਤਾਂ ਅੰਦਰੋਂ ਅੰਦਰ ਝੂਰਦਾ ਰਹਿੰਦਾ। ਸੋਚਦਾ ਇਉਂ ਦਿਨ ਕਿਵੇਂ ਲੰਘਣਗੇ। ਕਦ ਬਿੱਲੂ ਵੱਡਾ ਹੋਇਆ। ਆਪਣੇ ਵੇਲੇ ਉਹ ਅੰਗਰੇਜ਼ੀ ਰਾਜ ਦੀ ਵਿਰੋਧਤਾ ਕਰਨ ਕਾਰਨ ਕਈ ਵਾਰ ਜੇਲ੍ਹ ਗਿਆ ਸੀ। ਕਈ ਸਰਕਾਰ ਵਿਰੋਧੀ ਕਾਰਵਾਈਆਂ 'ਚ ਹਿੱਸਾ ਲੈਂਦਾ ਰਿਹਾ ਸੀ ਅਤੇ ਕਦੇ ਜਾਨ ਦੀ ਪਰਵਾਹ ਨਹੀਂ ਸੀ ਕੀਤੀ ਅਤੇ ਉਹਨੂੰ ਹੋਇਆ ਵੀ ਕੁਝ ਨਹੀਂ ਸੀ। ਪਰ ਅੱਜ ਉਸ ਨੂੰ ਆਪਣੀ ਜਾਨ ਦੀ ਪਰਵਾਹ ਸੀ। ਬਿੱਲੂ ਤੇ ਜੋਤੀ ਦਾ ਕੌਣ ਸੀ ਉਸ ਤੋਂ ਬਿਨਾਂ। ਆਪਣੇ ਰਾਜ ਵਿੱਚ ਉਹਦਾ ਪੁੱਤਰ ਮਾਰਿਆ ਗਿਆ ਸੀ। ਇਹ ਕਿਹੋ ਜਿਹਾ ਆਪਣਾ ਰਾਜ ਹੈ, ਉਹ ਸੋਚਦਾ। ਕਦੇ ਕਦੇ ਉਹਦਾ ਮਨ ਕਰਦਾ ਇੱਕੋ ਦਿਨ ਵਿੱਚ 20 ਵਰ੍ਹੇ ਲੰਘ ਜਾਣ। ਬਿੱਲੂ ਜਵਾਨ ਹੋ ਜਾਏ ਅਤੇ ਜੋਤੀ ਬੁੱਢੀ। ਪਰ ਇੱਕ ਦਿਨ 'ਚ ਮਸਾਂ 21 ਦਿਨ ਲੰਘਦਾ ਸੀ ਅਤੇ ਕਦੇ ਕਦੇ ਤਾਂ ਉਹ ਵੀ ਜਿਵੇਂ ਅੜ ਕੇ ਖਲੋ ਜਾਂਦਾ ਸੀ। ਕਈ ਵਾਰੀ ਉਹ ਸੋਚਦਾ ਜੋਤੀ ਨਾਲ ਕੁਝ ਗੱਲਾਂ ਕਰੇ, ਉਹਨੂੰ ਹੌਸਲਾ ਦੇਵੇ, ਉਹਨੂੰ ਕੁਝ ਸਮਝਾਵੇ। ਪਰ ਘਾਉ ਉੱਚੜ ਜਾਣ ਦੇ ਡਰੋਂ ਕੁਝ ਨਾ ਆਖਦਾ। ਜਦੋਂ ਜੋਤੀ ਬਿੱਲੂ ਨੂੰ ਆਖਦੀ ਜਦੋਂ ਤੇਰੇ ਡੈਡੀ ਅਮਰੀਕਾ ਤੋਂ ਆਉਣਗੇ ਆਪਾਂ, ਉਹ ਲੰਮਾ ਸਾਹ ਭਰਦਾ ਅਤੇ ਮਨ ਹੀ ਮਨ 'ਚ ਆਖਦਾ ਅੱਛਾ ਰੱਬਾ ਤੇਰੀ ਮਰਜ਼ੀ। ਪਰ ਕਦੇ ਕਦੇ ਜਦੋਂ ਬਿਜਲੀ ਬੁੱਝ ਜਾਂਦੀ, ਬਿੱਲੂ ਸੁੱਤਾ ਪਿਆ ਹੁੰਦਾ, ਰੇਡੀਓ ਬੰਦ ਹੋ ਜਾਂਦਾ, ਕਿਤਾਬ ਦੇ ਅੱਖਰ ਦਿਸਣੋਂ ਹਟ ਜਾਂਦੇ ਤਾਂ ਜੋਤੀ ਦੇ ਇੱਕ ਖੋਹ ਜਿਹੀ ਪੈਂਦੀ। ਜੀ ਘੁੱਟਣ ਲੱਗਦਾ। ਉਹ ਬਿੱਲੂ ਦਾ ਹੱਥ ਫੜ ਲੈਂਦੀ। ਪਰ ਜਿਵੇਂ ਕੋਈ ਭੁਚਾਲ ਆ ਗਿਆ ਹੋਵੇ, ਸਭ ਕੁਝ ਡੋਲਦਾ ਡਿੱਗਦਾ ਪ੍ਰਤੀਤ ਹੁੰਦਾ। ਉਹ ਬਿੱਲੂ ਨੂੰ ਆਪਣੀ ਬੁੱਕਲ 'ਚ ਲੈ ਲੈਂਦੀ। ਅੱਖਾਂ ਫਾੜ ਹਨੇਰੇ ਵੱਲ ਤੱਕਦੀ। ਉਸ ਵੇਲੇ ਉਹਨੂੰ ਯਾਦ ਆਉਣ ਲੱਗਦਾ ਕੋਸਾ ਜਿਹਾ ਦਿਨ ਸੀ। ਕਿਤਾਬਾਂ ਹੱਥ 'ਚ ਫੜੀ ਗੌਤਮ ਪੌੜੀਆਂ ਲੈ ਗਿਆ ਸੀ ਪਰ ਹੇਠਾਂ ਜਾ ਕੇ ਫੇਰ ਮੁੜ ਆਇਆ। ਕੀ ਗੱਲ, ਉਹਨੇ ਪੁੱਛਿਆ ਸੀ। ਤੈਨੂੰ ਬਿਨਾਂ ਮਿਲੇ ਹੀ ਚੱਲਿਆ ਸੀ, ਉਹਨੇ ਜੋਤੀ ਨੂੰ ਗਲ ਨਾਲ ਲਾ ਕੇ ਕਿਹਾ ਸੀ। ਹੁਣੇ ਤਾਂ ਆ ਜਾਣਾ, ਅੱਜ ਤਾਂ 21 ਪੀਰੀਅਡ ਹੈ। ਹਾਂ ਹੁਣੇ ਹੀ ਆ ਜਾਵਾਂਗਾ, ਆਖ ਕੇ ਉਹ ਗਿਆ ਸੀ ਅਤੇ ਮੁੜ ਕੇ ਕਦੀ ਨਹੀਂ ਆਇਆ ਸੀ। ਹਾਂ ਹੁਣੇ ਆ ਜਾਵਾਂਗਾ, ਆਖ ਕੇ ਗਏ ਸੀ ਪਰ ਮੁੜ ਕੇ ਨਹੀਂ ਆਏ। ਅੱਖਾਂ ਭਰ ਕੇ ਜੋਤੀ ਨੇ ਜਤਿੰਦਰ ਨੂੰ ਦੱਸਿਆ ਸੀ। ਜਤਿੰਦਰ ਗੌਤਮ ਦਾ ਦੋਸਤ ਸੀ, ਜਮਾਤੀ ਸੀ। MA ਕਰਕੇ ਗੌਤਮ ਪ੍ਰੋਫੈਸਰ ਲੱਗ ਗਿਆ ਸੀ ਅਤੇ ਜਤਿੰਦਰ ਅੱਗੇ ਪੜ੍ਹਨ ਲਈ ਅਮਰੀਕਾ ਚਲਾ ਗਿਆ ਅਤੇ ਫਿਰ ਕਿੰਨੇ ਹੀ ਸਾਲ ਨਹੀਂ ਸੀ ਮੁੜਿਆ। ਗੌਤਮ ਕਦੇ ਕਦੇ ਜਤਿੰਦਰ ਦੀਆਂ ਗੱਲਾਂ ਕਰਦਾ ਹੁੰਦਾ ਸੀ। ਆਖਦਾ ਹੁੰਦਾ ਸੀ ਜਤਿੰਦਰ ਐਕਸਟਰੋਵਰਟ ਹੈ ਅਤੇ ਮੈਂ ਇੰਟਰੋਵਰਟ। ਦੋਵਾਂ ਨੂੰ ਰਲਾ ਕੇ ਇੱਕ ਸਾਬਤਾ ਬੰਦਾ ਬਣ ਸਕਦਾ ਹੈ। ਇਸ ਤਰ੍ਹਾਂ ਅਸੀਂ ਦੋਵੇਂ ਅੱਧੇ ਅਧੂਰੇ ਹਾਂ। ਗੌਤਮ ਦਾ ਅਫਸੋਸ ਕਰਨ ਆਇਆ ਜਤਿੰਦਰ ਕਿੰਨਾ ਹੀ ਚਿਰ ਬੈਠਾ ਜੋਤੀ ਨਾਲ ਗੌਤਮ ਦੀਆਂ ਗੱਲਾਂ ਕਰਦਾ ਰਿਹਾ।
ਪਰ ਗੌਤਮ ਤਾਂ ਕਹਿੰਦਾ ਸੀ ਮੈਂ ਕਦੇ ਵਿਆਹ ਹੀ ਨਹੀਂ ਕਰਨਾ, ਜਤਿੰਦਰ ਨੇ ਪੁੱਛਿਆ। ਇਹ ਮੇਰੇ ਭਰਾ ਦੇ ਦੋਸਤ ਸਨ। ਕੇਸਰ ਨਾਮ ਤਾਂ ਸੁਣਿਆ ਹੋਏਗਾ ਤੁਸੀਂ। ਕੌਣ ਕੇਸਰ? ਮਾਰਕਸਿਸਟ ਲੀਡਰ। ਹਾਂ, ਪਿਤਾ ਜੀ ਦੀ ਮੌਤ ਤੋਂ ਪਿੱਛੋਂ ਮੇਰੇ ਵਿਆਹ ਦਾ ਭਾਰ ਉਸੇ ਦੇ ਹੀ ਸਿਰ ਸੀ ਅਤੇ ਮੇਰਾ ਵਿਆਹ ਕੀਤੇ ਬਿਨਾਂ ਉਹ ਘਰ ਛੱਡ ਕੇ ਨਹੀਂ ਸੀ ਜਾ ਸਕਦਾ ਅਤੇ ਉਹਦੀ ਇਹ ਸਮੱਸਿਆ ਇਹਨਾਂ ਨੇ ਹੱਲ ਕਰ ਦਿੱਤੀ, ਜੋਤੀ ਨੇ ਦੱਸਿਆ। ਕਮਾਲ ਹੈ, ਲੋਕ ਕਿਸੇ ਦੀ ਸਮੱਸਿਆ ਹੱਲ ਕਰਨ ਲਈ ਆਪਣਾ ਵਿਆਹ ਕਰ ਲੈਂਦੇ ਨੇ। ਪਤਾ ਨਹੀਂ ਇਹ ਲੋਕ ਕਿਸ ਧਾਤ ਦੇ ਬਣੇ ਹੋਏ ਨੇ। ਕਿਸੇ ਆਦਰਸ਼ ਲਈ ਆਪਣਾ ਸਭ ਕੁਝ ਛੱਡਦੇ ਆ ਇਹਨਾਂ ਨੂੰ ਕੋਈ ਔਖ ਨਹੀਂ ਹੁੰਦੀ, ਜੋਤੀ ਆਖ ਰਹੀ ਸੀ। ਗੌਤਮ ਨੇ ਛੱਡਿਆ ਥੋੜ੍ਹੇ ਕੁਝ, ਉਹਨੇ ਤਾਂ ਸਗੋਂ ਤੁਹਾਨੂੰ ਪਾਇਆ। ਕੁਝ ਪਾਇਆ ਸਮਝਦੇ ਤਾਂ ਜ਼ਿੰਦਗੀ ਨਾਲ ਕੋਈ ਮੋਹ ਜਾਗਦਾ ਅਤੇ ਇਉਂ ਨਾ ਕਰਦੇ। ਜੋਤੀ ਨੇ ਅੱਖਾਂ ਭਰ ਕੇ ਤੱਕਿਆ। ਨਹੀਂ, ਸਿਰਫ ਉਹੀ ਇਉਂ ਕਰ ਸਕਦੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਅੰਤਾਂ ਦਾ ਮੋਹ ਹੁੰਦਾ ਹੈ, ਜਤਿੰਦਰ ਦੱਸ ਰਿਹਾ ਸੀ। ਇਸ ਵੇਲੇ ਨੀਲੀ ਨਿੱਕਰ, ਚਿੱਟੀ ਕਮੀਜ਼ ਅਤੇ ਪੈਰੀਂ ਬਾਟੇ ਦੇ ਬੂਟ ਪਾਈ 8 ਸਾਲਾਂ ਦਾ ਬਿੱਲੂ ਜਦੋਂ ਅੰਦਰ ਆਇਆ ਤਾਂ ਜੋਤੀ ਸਾੜੀ ਦੇ ਪੱਲੇ ਨਾਲ ਅੱਖਾਂ ਪੂੰਝ ਰਹੀ ਸੀ। ਉਹਨੇ ਇੱਕ ਵਾਰੀ ਜਤਿੰਦਰ ਵੱਲ ਵੇਖਿਆ। ਉਹਨੂੰ ਉਹ ਚੰਗਾ ਨਾ ਲੱਗਿਆ, ਜਿਹੜਾ ਨਾ ਜਾਣੇ ਕਿਉਂ ਉਹਦੀ ਮੰਮੀ ਨੂੰ ਰਵਾ ਰਿਹਾ ਸੀ। ਉਹ ਜੋਤੀ ਦੀ ਗੋਦੀ 'ਚ ਜਾ ਕੇ ਬੈਠਾ ਅਤੇ ਉਹਦੀਆਂ ਦੋਵੇਂ ਅੱਖਾਂ ਉੱਤੇ ਹੱਥ ਰੱਖ ਦਿੱਤੇ। ਹੈਲੋ ਸਾਹਿਬ, ਕਿਆ ਨਾਮ ਹੈ ਆਪਕਾ? ਜਤਿੰਦਰ ਨੇ ਉੱਠ ਕੇ ਉਹਦੀ ਬਾਂਹ ਫੜ ਆਪਣੀ ਵੱਲ ਕਰਦਿਆਂ ਪੁੱਛਿਆ। ਬਿੱਲੂ ਨੇ ਕੋਈ ਜਵਾਬ ਨਾ ਦਿੱਤਾ, ਸਗੋਂ ਜੋਤੀ ਦੀ ਗੱਲ ਨੂੰ ਚੰਬੜ ਗਿਆ। ਜਾਓ ਬੇਟਾ, ਅੰਕਲ ਨੇ ਅਮਰੀਕਾ ਤੋਂ ਆਏ ਨੇ, ਜੋਤੀ ਬੋਲੀ। ਅਮਰੀਕਾ ਦਾ ਨਾਮ ਸੁਣ ਬਿੱਲੂ ਨੇ ਇੱਕ ਵਾਰੀ ਧਿਆਨ ਨਾਲ ਜਤਿੰਦਰ ਨੂੰ ਵੇਖਿਆ ਅਤੇ ਚੁੱਪ ਕਰ ਗਿਆ। ਅੱਛਾ, ਆ ਪੈਸੇ ਦਿਆਂ, ਜਤਿੰਦਰ ਨੇ ਜੇਬ ਵਿੱਚੋਂ ਅਮਰੀਕਨ ਸਿੱਕੇ ਕੱਢਦਿਆਂ ਕਿਹਾ। ਮੇਰੇ ਡੈਡੀ ਵੀ ਇੰਨੇ ਸਾਰੇ ਪੈਸੇ ਲੈ ਕੇ ਆਉਣਗੇ ਅਮਰੀਕਾ ਤੋਂ, ਬਿੱਲੂ ਨੇ ਬਾਹਾਂ ਫੈਲਾ ਕੇ ਦੱਸਿਆ। ਜਤਿੰਦਰ ਉਦਾਸ ਜਿਹਾ ਹੋ ਕੇ ਕੁਰਸੀ 'ਤੇ ਜਾ ਬੈਠਾ। ਮੰਮੀ ਸੇਬ ਦਿਓ, ਬਿੱਲੂ ਬੋਲਿਆ। ਜਾਂ ਫਰਿੱਜ 'ਚੋਂ ਲੈ ਲੈ। ਨਹੀਂ ਤੁਸੀਂ ਦਿਓ। ਅੱਛਾ, ਰਾਮੂ ਨੂੰ ਆਖ ਕੱਢ ਦੇਵੇਗਾ। ਨਹੀਂ ਤੁਸੀਂ ਦਿਓ, ਬਿੱਲੂ ਨੇ ਜਿੱਦ ਕੀਤੀ। ਜਾ, ਨਹੀਂ ਮਾਰੂੰਗੀ, ਆਖਦਿਆਂ ਜੋਤੀ ਨੇ ਉਹਨੂੰ ਆਪਣੀ ਗੋਦ ਵਿੱਚੋਂ ਉਠਾ ਦਿੱਤਾ। ਉਹ ਅੰਦਰ ਜਾ ਕੇ ਡੁਸਕਣ ਲੱਗ ਪਿਆ। ਕਿੰਨੇ ਚਿਰ ਮਗਰੋਂ ਜਤਿੰਦਰ ਦੇ ਜਾਣ ਪਿੱਛੋਂ ਜੋਤੀ ਅੰਦਰ ਆਈ ਤਾਂ ਬਿੱਲੂ ਰੋ ਰੂ ਕੇ ਸੌਂ ਗਿਆ ਹੋਇਆ ਸੀ। ਜੋਤੀ ਸਿਓ ਲਿਆਈ, ਦੁੱਧ ਲਿਆਈ। ਨੀ ਮੇਰੀ ਸੋਭਾ, ਨੀ ਮੇਰੀ ਭੋਲਾ, ਮੇਰਾ ਗੋਰਾ, ਮੇਰਾ ਰਾਜਾ, ਉੱਠੋ ਦੁੱਧ ਪੀਓ, ਸਿਓ ਖਾਓ, ਉਹ ਜਗਾਉਂਦੀ ਰਹੀ। ਪਰ ਬਿੱਲੂ ਜਾਗਿਆ ਨਹੀਂ। ਹੂੰ ਹਾਂ ਕਰਕੇ ਫਿਰ ਲੁੜਕ ਜਾਂਦਾ। ਹਾਰ ਕੇ ਜੋਤੀ ਨੇ ਉਹਨੂੰ ਠੀਕ ਤਰ੍ਹਾਂ ਨਾਲ ਪਾਇਆ, ਬੂਟ ਉਤਾਰੇ, ਨਿੱਕਰ ਦਾ ਉੱਪਰਲਾ ਬਟਨ ਖੋਲ੍ਹ ਕੇ ਢਿੱਲੀ ਕੀਤੀ ਅਤੇ ਮੱਥੇ ਉੱਤੇ ਪਿਆਰ ਕੀਤਾ। ਪਿਤਾ ਜੀ ਨੂੰ ਦੁੱਧ ਡਬਲ ਰੋਟੀ ਦੇ ਕੇ ਆਪਣੇ ਕਮਰੇ 'ਚ ਆ ਕੇ ਪੈ ਗਈ। ਆਪਣੇ ਲਈ ਕੁਝ ਵੀ ਬਣਾਉਣ ਨੂੰ ਅੱਜ ਉਹਦਾ ਚਿੱਤ ਨਹੀਂ ਕਰਦਾ ਸੀ। ਅੱਜ ਉਹਨੇ ਰੇਡੀਓ ਵੀ ਨਾ ਲਾਇਆ, ਨਵਾਂ ਨਾਵਲ ਵੀ ਨਾ ਸ਼ੁਰੂ ਕੀਤਾ। ਹਨੇਰੇ 'ਚ ਪਈ ਚੁੱਪ-ਚਾਪ ਕੁਝ ਸੋਚਦੀ ਰਹੀ। ਬਾਹਰ ਗੱਡੀ ਨੇ ਚੀਕ ਮਾਰੀ। ਜੇ ਭਲਾ ਗੌਤਮ ਇਸ ਗੱਡੀ 'ਚ ਆ ਜਾਵੇ। ਉਹਨੇ ਮਨ ਹੀ ਮਨ 'ਚ ਕਿਹਾ, ਪਰ ਉਹ ਤਾਂ ਉਨ੍ਹੀਂ ਰਾਹੀਂ ਤੁਰ ਗਿਆ ਸੀ ਜਿਨ੍ਹਾਂ ਰਾਹਾਂ 'ਤੇ ਕਦੇ ਕੋਈ ਪਰਤ ਕੇ ਨਹੀਂ ਆਉਂਦਾ। ਕਈ ਦਿਨ ਮਗਰੋਂ ਬਹੁਤ ਰਾਤ ਗਈ, ਜੋਤੀ ਨੇ ਸੁੱਤੇ ਪਏ ਬਿੱਲੂ ਨੂੰ ਗਲ ਨਾਲ ਲਾ ਲਿਆ ਅਤੇ ਰੋ ਪਈ, ਜਿਵੇਂ ਬਿੱਲੂ ਵੀ ਉਹਨੂੰ ਛੱਡ ਕੇ ਕਿਧਰੇ ਜਾਣ ਲੱਗਿਆ ਹੋਵੇ। ਨਾਲ ਦੇ ਕਮਰੇ 'ਚੋਂ ਖੰਘਣ ਦੀ ਆਵਾਜ਼ ਆਈ। ਪਿਤਾ ਜੀ ਨਾ ਜਾਣੇ ਇਸ ਵੇਲੇ ਤੱਕ ਕਿਉਂ ਜਾਗ ਰਹੇ ਨੇ। ਮਾਂ ਜੀ ਮਰਿਆਂ ਨੂੰ ਕਿੰਨੇ ਵਰ੍ਹੇ ਹੋ ਗਏ। ਲੋਕ ਇਉਂ ਵੀ ਤਾਂ ਦਿਨ ਕੱਟ ਲੈਂਦੇ ਨੇ, ਪਰ ਨਹੀਂ, ਮੈਂ ਇਉਂ ਨਹੀਂ ਦਿਨ ਕੱਟ ਸਕਦੀ। ਮੈਂ ਗੌਤਮ ਤੋਂ ਬਿਨਾਂ ਜੀ ਨਹੀਂ ਸਕਦੀ। ਸੋਚਦੀ ਉੱਠ ਕੇ ਬੈਠ ਗਈ, ਲਾਈਟ ਜਲਾਈ। ਬਾਹਰ ਵਿਹੜੇ 'ਚ ਪੈੜ ਚਾਲ ਸੁਣਾਈ ਦਿੱਤੀ। ਕੌਣ ਹੈ? ਜੋਤੀ ਨੇ ਪੁੱਛਿਆ। ਮੈਂ ਜਤਿੰਦਰ ਹਾਂ। ਕੀ ਗੱਲ, ਇਸ ਵੇਲੇ ਕਿਵੇਂ ਆਏ? ਜੋਤੀ ਨੇ ਹੈਰਾਨ ਹੋ ਕੇ ਪੁੱਛਿਆ। ਕਲੱਬ ਵਿੱਚ ਬੈਠੇ ਸੀ, ਹੁਣੇ ਖਬਰ ਮਿਲੀ ਹੈ ਕਿ ਪਾਕਿਸਤਾਨ ਇੱਕ ਜ਼ਬਰਦਸਤ ਹਮਲਾ ਕਰਨ ਵਾਲਾ ਹੈ। ਪਿਤਾ ਜੀ ਨੂੰ ਜਗਾ ਲਓ ਅਤੇ ਫਟਾਫਟ ਅਟੈਚੀ 'ਚ ਚੀਜ਼ਾਂ ਪਾ ਲਓ, ਸਵੇਰ ਤੱਕ ਆਪਾਂ ਦਿੱਲੀ ਹੋਵਾਂਗੇ। ਪਰ ਦਿੱਲੀ ਕਿਸ ਕੋਲ ਜਾਵਾਂਗੇ? ਮੇਰੇ ਕੋਲ ਜਿਹੜੇ 2 ਕਮਰੇ ਹੈ, ਅਜੇ ਉਹੀ ਸਹੀ, ਪਿੱਛੋਂ ਚੰਗਾ ਮਕਾਨ ਵੇਖ ਲਾਂਗੇ। ਸੁਣਿਆ ਉੱਥੇ ਤਾਂ ਕਿਰਾਇਆ ਹੀ ਬਹੁਤ ਹੈ। ਤੁਹਾਨੂੰ ਇਹਨਾਂ ਗੱਲਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਪਿਤਾ ਜੀ ਨੂੰ ਜਗਾਓ ਅਤੇ ਤਿਆਰ ਹੋ ਜਾਓ। ਪਿਤਾ ਜੀ ਵੀ ਆਵਾਜ਼ ਸੁਣ ਕੇ ਬਾਹਰ ਆਏ ਅਤੇ ਹੁਣ ਛੇਤੀ ਤਿਆਰ ਹੋ ਜਾਣ ਨੂੰ ਆਖ ਰਹੇ ਸਨ। ਅਟੈਚੀ ਕੇਸ 'ਚ ਚੀਜ਼ਾਂ ਪਾਉਂਦੀ ਜੋਤੀ ਸੋਚ ਰਹੀ ਸੀ, ਅਸੀਂ ਆਪਣੀਆਂ ਜਾਨਾਂ ਆਖਰ ਕਾਹਦੇ ਲਈ ਬਚਾਉਣੀਆਂ ਨੇ? ਆਖਰ ਕਾਹਦੇ ਲਈ? ਫਿਰ ਕੰਮ ਵਿੱਚ ਹੀ ਛੱਡੋ, ਜਤਿੰਦਰ ਕੋਲ ਆ ਕੇ ਬੋਲੇ, ਤੁਸੀਂ ਜਾਓ, ਅਸੀਂ ਇੱਥੇ ਠੀਕ ਹਾਂ। ਪਾਗਲ ਹੋ ਗਏ ਕੀ? ਜਤਿੰਦਰ ਬੋਲਿਆ।
ਜੋ ਲੋਕਾਂ ਨਾਲ ਹੋਏਗੀ ਸਾਡੇ ਨਾਲ ਸਹੀ। ਨਹੀਂ ਇਉਂ ਨਹੀਂ ਹੋ ਸਕਦਾ। ਗੌਤਮ ਨਾ ਸਹੀ, ਮੈਂ ਤਾਂ ਜਿਉਂਦਾ ਅਜੇ, ਜਤਿੰਦਰ ਨੇ ਭਾਵੁਕ ਹੋ ਕੇ ਕਿਹਾ। 3 ਕੁ ਘੰਟੇ ਮਗਰੋਂ ਜਦੋਂ ਸ਼ਹਿਰ ਉੱਤੇ ਬੰਬਾਰਮੈਂਟ ਹੋਈ ਤਾਂ ਉਹ ਸ਼ਹਿਰ ਛੱਡ ਚੁੱਕੇ ਸਨ। ਹਨੇਰੀ ਰਾਤ ਵਿੱਚ ਉਹ ਦਿੱਲੀ ਨੂੰ ਜਾ ਰਹੇ ਸਨ। ਪੌ ਫੁੱਟ ਰਹੀ ਸੀ। ਉਹ ਦਿੱਲੀ ਪਹੁੰਚ ਗਏ। 2 ਕਮਰਿਆਂ ਦੇ ਜਤਿੰਦਰ ਦੇ ਫਲੈਟ ਅੱਗੇ ਟੈਕਸੀ ਰੁਕੀ। ਜੋਤੀ ਦਾ ਸਹੁਰਾ ਜੇ ਪੈਸੇ ਕੱਢ ਹੀ ਰਿਹਾ ਸੀ ਕਿ ਜਤਿੰਦਰ ਨੇ ਪੈਸੇ ਦੇ ਕੇ ਟੈਕਸੀ ਵਾਲੇ ਨੂੰ ਤੋਰ ਦਿੱਤਾ। ਜਤਿੰਦਰ ਦੇ ਬਿਸਤਰੇ ਵਿੱਚ ਬਿੱਲੂ ਨੂੰ ਪਾ ਕੇ ਜੋਤੀ ਰਸੋਈ 'ਚ ਜਾ ਕੇ ਚਾਹ ਦਾ ਸਮਾਨ ਢੂੰਡਣ ਲੱਗੀ। ਤੁਸੀਂ ਬੈਠੋ, ਚਾਹ ਮੈਂ ਬਣਾ ਕੇ ਲਿਆਉਣਾ। ਅਜੇ ਤਾਂ ਤੁਸੀਂ ਮੇਰੇ ਮਹਿਮਾਨ ਹੋ। ਸੁੱਕੇ ਦੁੱਧ ਦਾ ਡੱਬਾ ਖੋਲ੍ਹਦਾ ਜਤਿੰਦਰ ਬੋਲਿਆ। ਅਜੇ ਤੋਂ ਤੁਹਾਡਾ ਕੀ ਮਤਲਬ ਹੈ? ਜੋਤੀ ਨੇ ਹੱਸ ਕੇ ਪੁੱਛਿਆ। ਜਤਿੰਦਰ ਤੋਂ ਕੋਈ ਜਵਾਬ ਨਾ ਸਰਿਆ। ਜੋਤੀ ਨੇ ਚਾਹ ਬਣਾਈ, ਇੱਕ ਕੱਪ ਆਪਣੇ ਸਹੁਰੇ ਤੇ ਜਤਿੰਦਰ ਨੂੰ ਦਿੱਤਾ। ਤੁਸੀਂ ਆਪ? ਜਤਿੰਦਰ ਨੇ ਪੁੱਛਿਆ। ਮੈਂ ਪੂਜਾ ਪਾਠ ਕੀਤੇ ਬਿਨਾਂ ਕੁਝ ਨਹੀਂ ਖਾਂਦੀ ਪੀਂਦੀ। ਪੂਜਾ ਪਾਠ? ਜਤਿੰਦਰ ਨੇ ਮਨ 'ਚ ਸੋਚਿਆ ਤਾਂ ਸਹੀ, ਪਰ ਬੋਲਿਆ ਕੁਝ ਨਾ। 10 ਕੁ ਵਜੇ ਤੱਕ ਨਹਾ ਧੋ ਕੇ ਤਿਆਰ ਹੋ ਕੇ ਜਤਿੰਦਰ ਘਰ ਲਈ ਲੋੜੀਂਦੀਆਂ ਚੀਜ਼ਾਂ ਲੈਣ ਚਲਿਆ ਗਿਆ। ਆਟਾ, ਦਾਲਾਂ, ਘੀ, ਨਮਕ, ਮਸਾਲੇ, ਕੁਝ ਭਾਂਡੇ, ਤਵਾ, ਪਰਾਤ, ਹੋਰ ਨਿੱਕ ਸੁੱਕ। ਜੋਤੀ ਆਖਦੀ ਸੀ, ਹੁਣ ਰੋਟੀ ਘਰ ਹੀ ਤਿਆਰ ਕਰ ਲਿਆ ਕਰਾਂਗੇ। ਚੀਜ਼ਾਂ ਲੈ ਕੇ ਜਦੋਂ ਘਰ ਪਰਤਿਆ ਤਾਂ ਘਰ ਦੀ ਕਾਇਆ ਕਲਪ ਹੋਈ ਦੇਖੀ। ਸਭ ਚੀਜ਼ਾਂ ਥਾਂ ਟਿਕਾਣੇ। ਇੱਕ ਕਮਰੇ 'ਚ ਆਪਣੇ ਸਹੁਰੇ ਤੇ ਜਤਿੰਦਰ ਦੇ ਮੰਜੇ ਲਗਾ ਕੇ ਦੂਜੇ ਵਿੱਚ ਜੋਤੀ ਨੇ ਆਪਣੇ ਤੇ ਬਿੱਲੂ ਲਈ ਚਟਾਈ ਉੱਤੇ ਹੀ ਬਿਸਤਰਾ ਵਿਛਾ ਲਿਆ। ਹੁਣ ਤਾਂ ਲੱਗਦਾ ਜਿਵੇਂ ਮੈਂ ਇੱਥੇ ਮਹਿਮਾਨ ਆਇਆ ਹੋਵਾਂ, ਜਤਿੰਦਰ ਨੇ ਇੱਕ ਦਿਨ ਕਿਹਾ। ਉਂਝ ਤਾਂ ਅਸੀਂ ਸਾਰੇ ਇਸ ਜੱਗ ਉੱਤੇ ਮਹਿਮਾਨ ਆਏ ਹੋਏ ਹਾਂ, ਜੋਤੀ ਨੇ ਵੇਲਾ ਨੂੰ ਪਾਣੀ ਪਾਉਂਦੇ ਨੇ ਕਿਹਾ। ਹੁਣ ਕੀ ਕਰੋਗੇ ਤੁਸੀਂ ਅੱਗੋਂ? ਜਤਿੰਦਰ ਨੇ ਪੁੱਛਿਆ। ਸਵਾਲ ਜੋਤੀ ਦੀ ਸਮਝ ਨਹੀਂ ਆਇਆ। ਉਹ ਜਤਿੰਦਰ ਵੱਲ ਵੇਖ ਕੇ ਚੁੱਪ ਕਰ ਰਹੀ। ਮੇਰਾ ਮਤਲਬ ਹੈ ਕਿਵੇਂ ਲੰਘਾਓਗੇ ਜ਼ਿੰਦਗੀ? ਇਸ ਬਾਰੇ ਮੈਂ ਕਦੇ ਸੋਚਿਆ ਨਹੀਂ। ਅਸਲ 'ਚ ਹੁਣ ਤਾਂ ਮੈਂ ਕਾਸੇ ਬਾਰੇ ਵੀ ਨਹੀਂ ਸੋਚ ਸਕਦੀ। ਕੁਝ ਵੀ ਸੋਚਣ ਲੱਗਦੀਆਂ ਡੋਬ ਜਿਹਾ ਪੈਂਦਾ ਜਾਣੇ। ਪਰ ਸਾਰੀ ਉਮਰ ਕਿਵੇਂ ਲੰਘੇਗੀ? ਲੰਘ ਹੀ ਜਾਏਗੀ। ਕਦੇ ਲੱਗਦਾ ਸੀ ਗੌਤਮ ਤੋਂ ਬਿਨਾਂ ਮੈਂ ਜੀ ਨਹੀਂ ਸਕਾਂਗੀ, ਪਰ ਜੀ ਰਹੀ ਹਾਂ। ਇਹ ਜੀਣਾ ਕਿੱਥੇ ਹੈ? ਬਾਹਰਲੇ ਮੁਲਕਾਂ 'ਚ ਲੋਕ ਕਿਉਂ ਨਹੀਂ ਕਰਦੇ? ਉਹ ਜ਼ਿੰਦਗੀ ਨੂੰ ਬੜੀ ਕੀਮਤੀ ਸਮਝਦੇ ਨੇ। ਜੋਤੀ ਕੁਝ ਨਹੀਂ ਬੋਲੀ। ਤੁਸੀਂ ਸ਼ਾਦੀ ਕਿਉਂ ਨਹੀਂ ਕਰ ਲੈਂਦੇ? ਘਬਰਾ ਕੇ ਜਤਿੰਦਰ ਤੋਂ ਆਖਿਆ ਗਿਆ। ਜੋਤੀ ਹੈਰਾਨ ਹੋਈ, ਉਹਦੇ ਮੂੰਹ ਵੱਲ ਤੱਕਦੀ ਰਹੀ, ਬੋਲੀ ਕੁਝ ਨਹੀਂ। ਤੁਹਾਡੇ ਨਾਲ ਕੋਈ ਵੀ ਆਦਮੀ ਸ਼ਾਦੀ ਕਰਨ ਲਈ ਤਿਆਰ ਹੋ ਸਕਦਾ ਹੈ। ਜੋ ਕੁਝ ਤੁਹਾਡੇ ਨਾਲ ਵਾਪਰ ਗਿਆ ਉਸ 'ਚ ਤੁਹਾਡਾ ਕੀ ਕਸੂਰ ਹੈ? ਜਤਿੰਦਰ ਨੇ ਥਿੜਕਦੀ ਆਵਾਜ਼ 'ਚ ਕਿਹਾ। ਜੋਤੀ ਅਜੇ ਵੀ ਚੁੱਪ ਸੀ। ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਹੈ ਤੇ ਅੱਗੋਂ ਚੁੱਪ ਕਰ ਗਿਆ। ਪਲ ਦੇ ਪਲ ਜੋਤੀ ਨੂੰ ਲੱਗਿਆ ਜਿਵੇਂ ਉਹ ਆਖ ਰਿਹਾ ਹੋਵੇ, ਸ਼ਾਇਦ ਤੈਨੂੰ ਗੌਤਮ ਮੁੜ ਕੇ ਮਿਲ ਜਾਏ। ਪਰ ਫਿਰ ਉਹਨੂੰ ਲੱਗਿਆ, ਇਹ ਕਿਵੇਂ ਹੋ ਸਕਦਾ ਹੈ? ਉਹਨੇ ਜਤਿੰਦਰ ਨੂੰ ਇੰਨਾ ਹੀ ਆਖਿਆ, ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਚਾਹੋ ਤਾਂ ਸਭ ਕੁਝ ਹੋ ਸਕਦਾ ਹੈ। ਵੈਸਟ ਵਿੱਚ ਲੋਕ ਜਿਉਂਦੇ ਬੰਦੇ ਉੱਤੇ ਜ਼ਿੰਦਗੀ ਨਾਲੋਂ ਕਿਸੇ ਮਰ ਗਏ ਦਾ ਹੱਕ ਵਧੇਰੇ ਨਹੀਂ ਸਮਝਦੇ। ਇਸੇ ਲਈ ਜੋਤੀ ਕੁਝ ਨਹੀਂ ਬੋਲੀ, ਬਸ ਉਸ ਵੱਲ ਵੇਖਦੀ ਰਹੀ। ਦੇਖੋ, ਮਨੁੱਖ ਨੇ ਇਸ ਧਰਤੀ ਉੱਤੇ ਕੁਝ ਵਰ੍ਹੇ ਹੀ ਜਿਉਣਾ ਹੁੰਦਾ ਹੈ। ਬਸ ਇਹ ਨਹੀਂ ਭੁੱਲਣਾ ਚਾਹੀਦਾ। ਹਾਂ, ਕੁਝ ਵਰ੍ਹੇ। ਪਰ ਪਿਤਾ ਜੀ, ਜੋਤੀ ਨਾ ਜਾਣੇ ਕੀ ਸੋਚ ਰਹੀ ਸੀ। ਉਹਨਾਂ ਦੀ ਨੂੰਹ ਸਾਰੀ ਉਮਰ ਰੁਲਦੀ ਰਹੇ, ਇਹ ਚੰਗਾ ਕਿ ਸੁੱਖ ਆਰਾਮ ਨਾਲ ਰਹੇ, ਇਹ ਚੰਗਾ। ਕੋਈ ਬਾਪ ਇਹ ਨਹੀਂ ਚਾਹੇਗਾ ਕਿ। ਤੁਸੀਂ ਕੀ ਆਖ ਰਹੇ ਹੋ? ਜੋਤੀ ਨੇ ਸਿੱਧਾ ਜਤਿੰਦਰ ਦੀਆਂ ਅੱਖਾਂ 'ਚ ਝਾਕ ਕੇ ਪੁੱਛਿਆ। 2 ਦਿਨ ਲਈ ਘਰ ਗਿਆ ਸੀ, ਪਤਾ ਲੱਗਿਆ ਗੌਤਮ ਨਹੀਂ ਰਿਹਾ। ਅਫਸੋਸ ਕਰਨ ਗਿਆ, ਤੁਹਾਨੂੰ ਦੇਖਿਆ। 15 ਦਿਨ ਤੱਕ ਛੁੱਟੀ ਐਕਸਟੈਂਡ ਕਰਾਉਂਦਾ ਰਿਹਾ ਤੇ ਹਰ ਰੋਜ਼ ਸੋਚਦਾ ਰਿਹਾ ਤੁਹਾਨੂੰ ਆਖਾਂਗਾ। ਪਰ ਕੀ? ਜੋਤੀ ਨੇ ਕਾਹਲੀ ਪੈ ਕੇ ਪੁੱਛਿਆ। ਇਹੀ ਕਿ ਮੈਨੂੰ ਤੁਹਾਡੀ ਲੋੜ ਹੈ। ਇਹ ਤੁਸੀਂ ਕੀ ਆਖ ਰਹੇ ਹੋ? ਜੋਤੀ ਨੇ ਘਬਰਾ ਕੇ ਕਿਹਾ। ਮੈਂ ਨੀਂਦ 'ਚ ਨਹੀਂ ਬੋਲ ਰਿਹਾ ਤੇ ਨਾ ਹੀ ਸ਼ਰਾਬ ਪੀ ਕੇ। ਗੌਤਮ ਜਿੰਨਾ ਵਧੀਆ ਮੈਂ ਸ਼ਾਇਦ ਨਹੀਂ, ਪਰ ਤੁਹਾਡੇ ਕੁਝ ਦੁੱਖ ਘਟਾ ਸਕਾਂ ਮੇਰੇ ਲਈ ਇੰਨਾ ਹੀ ਬੜਾ ਹੈ। ਪਰ ਕਿਉਂ? ਮੇਰੇ ਕੋਲ ਜ਼ਿੰਦਗੀ 'ਚ ਕੁਝ ਕਰਨ ਨੂੰ ਹੀ ਨਹੀਂ। ਚਾਹੁੰਦਾ ਸ਼ਾਇਦ ਤੁਹਾਡੇ ਕੰਮ ਆ ਸਕਾਂ। ਇਹ ਸਭ ਤੁਸੀਂ ਕੀ ਆਖ ਰਹੇ ਹੋ? ਜੋਤੀ ਨੇ ਰੋਣ ਹਾਕੀ ਹੋ ਕੇ ਕਿਹਾ। ਮੈਨੂੰ ਬੰਬਈ ਨੌਕਰੀ ਮਿਲ ਸਕਦੀ ਹੈ। ਉੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਹੋਏਗਾ। ਉੱਥੇ ਆਪਾਂ ਜ਼ਿੰਦਗੀ ਮੁੜ ਕੇ ਸ਼ੁਰੂ ਕਰ ਸਕਦੇ ਹਾਂ।
ਤ੍ਰਿਪ ਤ੍ਰਿਪ ਜੋਤੀ ਦੀਆਂ ਅੱਖਾਂ ਵਿੱਚੋਂ ਹੰਝੂ ਘਿਰ ਪਏ। ਨਹੀਂ ਰੋਣਾ ਨਹੀਂ, ਜਤਿੰਦਰ ਨੇ ਉੱਠ ਕੇ ਜੋਤੀ ਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ। ਮਮਾ ਸੱਟ ਵੱਜੀ। ਅੰਦਰ ਆਉਂਦਿਆਂ ਹੀ ਬਿੱਲੂ ਨੇ ਆਪਣੇ ਛਿੱਲੇ ਹੋਏ ਗੋਡਿਆਂ ਵੱਲ ਇਸ਼ਾਰਾ ਕੀਤਾ। ਹਾਏ ਕੀ ਹੋਇਆ, ਆਖਦੀ ਜੋਤੀ ਉੱਠ ਖੜੀ ਹੋਈ। ਡਿਟੋਲ ਨਾਲ ਧੋ ਕੇ ਦਵਾਈ ਲਾ ਕੇ ਪੱਟੀ ਬੰਨੀ। ਲੱਗੀ ਕਿਵੇਂ ਸੱਟ, ਉਹਨੇ ਬਿੱਲੂ ਨੂੰ ਮੁੜ ਪੁੱਛਿਆ। ਬਿੱਲੂ ਕੁਝ ਨਹੀਂ ਬੋਲਿਆ। ਸ਼ੈਤਾਨੀਆਂ ਕਰਦਾ ਨਾ, ਜਤਿੰਦਰ ਨੇ ਕਿਹਾ। ਮਮਾ ਆਪਣੇ ਘਰ ਵਾਪਸ ਚੱਲੋ, ਬਿੱਲੂ ਬੋਲਿਆ। ਹੁਣ ਤਾਂ ਮਮਾ ਇੱਥੇ ਹੀ ਰਹਿਣਗੇ, ਜਤਿੰਦਰ ਨੇ ਹੱਸ ਕੇ ਕਿਹਾ। ਮਮਾ ਡੈਡੀ ਨੂੰ ਚਿੱਠੀ ਲਿਖਦੇ ਵੀ ਹੁਣੇ ਆ ਜਾਓ, ਬਿੱਲੂ ਜਤਿੰਦਰ ਵੱਲ ਪਿੱਠ ਕਰਕੇ ਆਪਣੀ ਮਮਾ ਦੇ ਗਲ ਬਾਹਾਂ ਪਾ ਕੇ ਬੋਲਿਆ। ਅੱਛਾ, ਜੋਤੀ ਨੇ ਕਿਹਾ। ਜਤਿੰਦਰ ਉੱਠ ਕੇ ਬਾਹਰ ਨੂੰ ਚਲਾ ਗਿਆ। ਦੇਖ ਬੇਟੇ, ਅੰਕਲ ਕਿੰਨੇ ਚੰਗੇ ਨੇ, ਆਪਾਂ ਨੂੰ ਬਚਾ ਕੇ ਇੱਥੇ ਲੈ ਆਏ। ਨਹੀਂ, ਅੰਕਲ ਤਾਂ ਗੰਦੇ ਨੇ, ਬਿੱਲੂ ਨੇ ਕਿਹਾ। ਪਰ ਕਿਉਂ, ਜੋਤੀ ਨੇ ਪੁੱਛਿਆ। ਮੇਰੀ ਮਰਜ਼ੀ, ਬਿੱਲੂ ਬੋਲਿਆ। ਜੋਤੀ ਕਿੰਨਾ ਚਿਰ ਉਹਦੇ ਮੂੰਹ ਵੱਲ ਤੱਕਦੀ, ਕੁਝ ਸੋਚਦੀ ਰਹੀ। ਰਾਤ ਅੱਧੀ ਤੋਂ ਵੱਧ ਟੱਪ ਚੁੱਕੀ ਹੈ। ਜੋਤੀ ਕਿੰਨਾ ਹੀ ਚਿਰ ਸੁੱਤੇ ਪਏ ਬਿੱਲੂ ਦੇ ਮੂੰਹ ਵੱਲ ਤੱਕਦੀ ਰਹੀ। ਫਿਰ ਉਹਦੇ ਮੱਥੇ ਉੱਤੇ ਪਿਆਰ ਦਿੱਤਾ ਤੇ ਆਪਣੇ ਨਾਲ ਘੁੱਟ ਲਿਆ। ਬਿੱਲੂ ਨੇ ਉਸਲਵੱਟੇ ਲਈ ਤੇ ਪਾਸਾ ਪਰਤ ਕੇ ਸੌਂ ਗਿਆ। ਜੋਤੀ ਨੇ ਉੱਠ ਕੇ ਲਾਈਟ ਜਗਾ ਲਈ। ਅਟੈਚੀ ਕੇਸ ਵਿੱਚੋਂ ਗੌਤਮ ਦੀ ਡਾਇਰੀ ਕੱਢੀ, ਜਿਹੜੀ ਆਪਣੀਆਂ ਕੀਮਤੀ ਚੀਜ਼ਾਂ ਸਮੇਤ ਨਾਲ ਲੈ ਆਈ ਸੀ। ਜਿੱਥੋਂ ਵੀ ਖੁੱਲ੍ਹੀ ਪੜ੍ਹਨ ਲੱਗ ਪਈ, ਲਿਖਿਆ ਸੀ। ਰਸਲ ਲਿਖਦਾ ਹੈ, ਮਨੁੱਖ ਜਦੋਂ ਇਸ ਸੱਚ ਨੂੰ ਸਮਝ ਲੈਂਦਾ ਹੈ ਕਿ ਸਭ ਕੁਝ ਅਸਥਿਰ ਹੈ, ਮਾਇਆ ਹੈ, ਤਾਂ ਉਹਦੇ ਪੈਰਾਂ ਹੇਠ ਜ਼ਮੀਨ ਨਹੀਂ ਰਹਿੰਦੀ, ਸਿਰ ਉੱਤੇ ਅਸਮਾਨ ਨਹੀਂ ਰਹਿੰਦਾ। ਇੱਕ ਮੁਹੱਬਤ ਤੇ ਇੱਕ ਸੰਗੀਤ ਉਹਦਾ ਓਹਲਾ ਬਣ ਸਕਦੇ ਨੇ, ਜੋ ਉਹਨੂੰ ਪੌਣਾਂ ਵਿੱਚ ਘੁਲ ਜਾਣੋਂ, ਪੁਲਾੜ ਵਿੱਚ ਗੁੰਮ ਜਾਣੋਂ ਤੇ ਗਹਿਰਾਈਆਂ 'ਚ ਡੁੱਬ ਜਾਣੋਂ ਬਚਾਉਂਦੇ ਹਨ। ਗੱਲ ਰੇਡੀਓ ਉੱਤੇ ਵੱਜਦੇ ਗੀਤ ਦੀ ਨਹੀਂ, ਜ਼ਿੰਦਗੀ ਦੇ ਸੰਗੀਤ ਦੀ ਹੈ। 12-13 ਸਾਲ ਦੀ ਕਾਲੀ ਕਲੂਟੀ ਝੂਰਾਂ ਦੀ ਕਾਂਤਾ, ਜਿਹਦਾ ਇੱਕ ਪੈਰ ਖਰਾਬ ਹੈ, ਰਾਤ ਦੇ 12 ਵਜੇ ਜਦੋਂ ਘਰ ਦੇ ਸਾਰੇ ਜੀਅ ਸੌਂ ਚੁੱਕੇ ਹਨ, ਜਿਨ੍ਹਾਂ ਦੇ ਉਹ ਨੌਕਰ ਹੈ, ਇਕੱਲੀ ਭਾਂਡੇ ਮਾਂਜਦੀ ਗਾਉਂਦੀ। ਮੋਰੇ ਨੈਣਾ ਬਹਾਏ ਨੀਰ ਸਖੀਰੀ, ਮੈਂ ਕਾ ਕਰੂੰ, ਤਾਂ ਮੈਂ ਹਨੇਰੇ ਵਿੱਚ ਹੀ ਆਪਣੇ ਬਿਸਤਰੇ 'ਚ ਉੱਠ ਕੇ ਬੈਠ ਜਾਂਦਾ। ਮੇਰੀਆਂ ਅੱਖਾਂ 'ਚ ਪਾਣੀ ਆ ਜਾਂਦਾ ਹੈ। ਇਸ ਵੇਲੇ ਜਦੋਂ ਮੈਂ ਲਾਈਨਾਂ ਲਿਖ ਰਿਹਾ ਤਾਂ ਜੋਤੀ ਮੇਰੇ ਕੋਲ ਸੁੱਤੀ ਹੋਈ ਹੈ, ਸ਼ਾਂਤ, ਅਡੋਲ। ਮੁਹੱਬਤ, ਘਰ-ਬਾਰ, ਪਤੀ, ਬੱਚਾ ਤੇ ਆਪਣੇ ਆਪ ਦੇ ਵਿੱਚ ਖੋ ਕੇ ਅਣਜਾਣੇ ਉਸ ਸੰਸਾਰ ਨੂੰ ਜੋ ਮਿਥਿਆ ਹੈ, ਸੱਚ ਸਵੀਕਾਰ ਕਰਕੇ ਕਿੱਡੇ ਆਰਾਮ ਨਾਲ ਜਿਉਂ ਜਾ ਰਹੀ ਹੈ। ਨਾ ਜਾਣੇ ਇਸ ਵੇਲੇ ਕਿਹੜਾ ਸੁਪਨਾ ਵੇਖ ਰਹੀ ਹੋਏਗੀ ਤੇ ਉਹਦੇ ਸੱਚ ਵਿੱਚ ਜਿਉਂ ਰਹੀ ਹੋਏਗੀ, ਇਹ ਭੁੱਲ ਕੇ ਕਿ ਇਹ ਸੁਪਨਾ ਹੈ। ਤੇ ਆਪਣਾ ਜ਼ਿਕਰ ਪੜ੍ਹ ਜੋਤੀ ਨੇ ਡਾਇਰੀ ਪੁੱਠੀ ਕਰਕੇ ਰੱਖ ਦਿੱਤੀ ਤੇ ਕੁਝ ਸੋਚਣ ਲੱਗ ਪਈ। ਸੁੱਤਾ ਪਿਆ ਬਿੱਲੂ ਹੱਸ ਪਿਆ। ਕੋਠੇ ਉੱਤੇ ਪੈੜ ਚਾਲ ਹੋਈ। ਜਾਣਦੀ ਸੀ ਪਿਤਾ ਜੀ ਤੁਰ ਫਿਰ ਰਹੇ ਹੋਣਗੇ। ਦੁਖਦੇ ਗੋਡਿਆਂ ਨਾਲ ਲੱਤਾਂ ਘੜੀਸਦੇ, ਹੱਥਾਂ ਵਿੱਚ ਮਾਲਾ। ਜਿਸ ਪਿਓ ਦਾ ਇੱਕੋ ਇੱਕ ਜਵਾਨ ਪੁੱਤ ਉਹਦੇ ਬੈਠਿਆਂ ਤੁਰ ਜਾਏ, ਉਹਨੇ ਕਾਹਦੇ ਲਈ ਮਾਲਾ ਫੇਰਨੀ ਹੈ ਭਲਾ। ਪਰ ਪੁਰਾਣੇ ਲੋਕਾਂ ਨੂੰ ਰੱਬ 'ਤੇ ਬੜਾ ਭਰੋਸਾ ਸੀ। ਅਣਿਆਈਆਂ ਕਰਨ ਵਾਲੇ ਰੱਬ ਉੱਤੇ ਵੀ ਜੋਤੀ ਸੋਚਦੀ ਰਹੀ। ਮੈਂ ਨੀਂਦ 'ਚ ਨਹੀਂ ਬੋਲ ਰਿਹਾ, ਜਤਿੰਦਰ ਆਖ ਰਿਹਾ ਸੀ। ਇਹ ਸਭ ਕੀ ਹੈ, ਜੋਤੀ ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਕੋਲੋਂ ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ। ਲੱਗਦਾ ਸੀ ਜਿਵੇਂ ਉਹ ਕਿਸੇ ਚਿੱਕੜ ਦਲਦਲ 'ਚ ਖੁੱਭ ਗਈ ਹੋਵੇ। ਇੱਕ ਪੈਰ ਪੁੱਟਦੀ, ਦੂਸਰਾ ਖੁੱਭ ਜਾਂਦਾ, ਦੂਸਰਾ ਚੁੱਕਦੀ, ਪਹਿਲਾ ਪੁੱਟਿਆ ਨਾ ਜਾਂਦਾ ਤੇ ਉਹ ਬੌਂਦਲ ਗਈ ਸੀ। ਪਤਾ ਨਹੀਂ ਇੰਨਾ ਵਕਤ ਕਿਵੇਂ ਲੰਘ ਗਿਆ। 4 ਵਜੇ ਉਹਦਾ ਬੂਹਾ ਖੜਕਿਆ। ਖੋਲ੍ਹਦੀ ਹਾਂ ਪਿਤਾ ਜੀ, ਆਖ ਉਹਨੇ ਚੁੰਨੀ ਸਿਰ ਉੱਤੇ ਲਈ। ਜੋਤੀ ਬੇਟੀ, ਸਾਰੀ ਰਾਤ ਲਾਈਟ ਜਲਦੀ ਰਹੀ, ਤੇਰਾ ਜੀ ਤਾਂ ਰਾਜੀ ਹੈ? ਬਿੱਲੂ ਤਾਂ ਠੀਕ ਹੈ? ਉਹਦੇ ਸਹੁਰੇ ਨੇ ਦਰਵਾਜ਼ੇ 'ਚ ਹੀ ਖੜੇ ਹੋ ਕੇ ਪੁੱਛਿਆ। ਨਹੀਂ, ਮੈਂ ਤਾਂ ਠੀਕ ਹਾਂ, ਬਿੱਲੂ ਵੀ ਠੀਕ ਹੈ। ਤੁਸੀਂ ਬੈਠੋ, ਮੈਂ ਹੁਣੇ ਚਾਹ ਦਾ ਕੱਪ ਬਣਾ ਕੇ ਦਿੰਦੀ ਹਾਂ, ਆਖਦੀ ਜੋਤੀ ਨੇ ਕੁਰਸੀ ਅੱਗੇ ਖਸਕਾ ਦਿੱਤੀ। ਰਸੋਈ 'ਚ ਜਦੋਂ ਚਾਹ ਲੈ ਕੇ ਮੁੜੀ ਤਾਂ ਉਹਦਾ ਸਹੁਰਾ ਅੱਖਾਂ ਮੀਟੀ ਕੁਰਸੀ ਉੱਤੇ ਬੈਠਾ ਸੀ, ਮਾਲਾ ਵੀ ਨਹੀਂ ਸੀ ਫੇਰ ਰਿਹਾ। ਲਓ ਪਿਤਾ ਜੀ ਚਾਹ, ਜੋਤੀ ਨੇ ਕਿਹਾ। ਹੈਂ? ਹਾਂ, ਲਿਆ। ਮੈਂ ਕਿਹਾ ਜੋਤੀ ਬੇਟਾ, ਆਪਾਂ ਵਾਪਸ ਚਲੇ ਚੱਲੀਏ, ਉਹ ਚੌਂਕ ਕੇ ਬੋਲਿਆ। ਜਿਵੇਂ ਤੁਸੀਂ ਆਖੋ, ਜੋਤੀ ਬਿੱਲੂ ਉੱਤੇ ਕੱਪੜਾ ਦਿੰਦੀ ਬੋਲੀ। ਹਾਂ ਹਾਂ, ਆਪਾਂ ਵਾਪਸ ਚੱਲੀਏ। ਰੱਬ ਸਾਰੀ ਥਾਂ ਇੱਕੋ ਹੀ ਹੈ। ਜੇ ਮਰਨਾ ਹੀ ਹੈ
ਤਾਂ ਆਪਣਾ ਘਰ ਤਾਂ ਮਰਾਂਗੇ। ਨਾਲੇ ਜਦੋਂ ਉਹ ਹੀ ਚਲਾ ਗਿਆ ਸਾਡਾ ਕੀ ਹੈ। ਚਾਹ ਦੀ ਘੁੱਟ ਭਰ ਕੇ ਉਹਨੇ ਜਿਵੇਂ ਆਪਣੇ ਆਪ ਨੂੰ ਕਿਹਾ, ਕੱਲ੍ਹ ਚੱਲੀਏ ਪਿਤਾ ਜੀ, ਅੱਜ ਹੀ ਕਿਉਂ ਨਾ ਰਾਤ ਦੀ ਗੱਡੀ। ਮੇਰਾ ਮਤਲਬ ਸੀ ਅੱਜ ਹੀ ਠੀਕ ਹੈ, ਆਪਾਂ ਕਾਹਨੂੰ ਕਿਸੇ ਉੱਤੇ ਬੋਝ ਬਣਨਾ। ਨਾਲੇ ਆਪਣਾ ਘਰ ਹੀ ਠੀਕ ਹੁੰਦਾ। ਜਤਿੰਦਰ ਹੋਰਾਂ ਨੂੰ ਫਿਰ ਆਖ ਦੇਣਾ। ਆਖ ਦਿਆਂ ਉਹਨੂੰ ਕੀ, ਅਸੀਂ ਹੁਣ ਆਪਣੇ ਘਰ ਨਹੀਂ ਜਾਣਾ। ਉਹ ਆਖਦੇ ਸਨ, ਨਹੀਂ ਆਪਾਂ ਅੱਜ ਹੀ ਵਾਪਸ ਚੱਲਾਂਗੇ। ਬਿੱਲੂ ਦਾ ਵੀ ਇੱਥੇ ਚਿੱਤ ਨਹੀਂ ਲੱਗਿਆ। ਆਪਾਂ ਨੂੰ ਆਉਣਾ ਹੀ ਨਹੀਂ ਸੀ ਚਾਹੀਦਾ। ਮੌਤ ਤੋਂ ਭੱਜ ਕੇ ਬੰਦਾ ਕਿੱਥੇ ਜਾ ਸਕਦਾ। ਜੇ ਉਹਨੇ ਮਰਨਾ ਹੀ ਹੈ, ਉੱਧਰ ਭਾਵੇਂ ਕੋਈ ਸਾਰਾ ਘਰ ਲੁੱਟ ਕੇ ਲੈ ਜਾਏ। ਤੂੰ ਬੇਟੀ ਕੋਈ ਫਿਕਰ ਨਾ ਕਰਿਆ ਕਰ। ਮੇਰੇ ਹੁੰਦੇ ਤੈਨੂੰ ਕਿਸ ਗੱਲ ਦਾ ਫਿਕਰ ਹੈ। ਆਪਾਂ ਸਹੁਰੇ ਰੱਬ ਦੇ ਮਾਂ ਤਾਂ ਨਹੀਂ ਮਾਰੇ ਹੋਏ। ਹੋਇਆ ਬਿੱਲੂ 4 ਵਰ੍ਹਿਆਂ ਨੂੰ ਹੁਸ਼ਿਆਰ, ਹੁਣੇ ਹਰ ਗੱਲ ਸਮਝਦਾ ਹੈ। ਪਿਤਾ ਜੀ ਨਾ ਜਾਣੇ ਇਹ ਸਭ ਗੱਲਾਂ ਅੱਜ ਕਿਉਂ ਕਰ ਰਹੇ ਸਨ। ਜੋਤੀ ਸ਼ਾਇਦ ਕੁਝ ਵੀ ਨਹੀਂ ਸੀ ਸੁਣ ਰਹੀ। ਉਹ ਦੂਸਰੇ ਕਮਰੇ 'ਚ ਜਤਿੰਦਰ ਨੂੰ ਚਾਹ ਦਾ ਕੱਪ ਦੇਣ ਲਈ ਚਲੀ ਗਈ। ਉਹ ਆਪਣੇ ਸ਼ਹਿਰ ਪਰਤ ਆਏ ਸਨ। ਮਹੀਨਾ ਹੋ ਗਿਆ ਸੀ। ਸੀਮਾ ਉੱਤੇ ਜੰਗ ਬੰਦ ਹੋ ਗਈ ਸੀ। ਬੰਬਾਂ ਵਾਲੇ ਜਹਾਜ਼ਾਂ ਦਾ ਖਤਰਾ ਮੁੱਕ ਗਿਆ ਸੀ। ਪਰ ਜੋਤੀ ਤਰਬਕ ਉੱਠਦੀ। ਕਦੇ ਉਹਨੂੰ ਸੁਪਨਾ ਆਉਂਦਾ ਜਿਵੇਂ ਗੱਡੀ ਚੜ੍ਹ ਰਹੀ ਹੈ, ਕਦੇ ਆਉਂਦਾ ਉਹਦਾ ਸਮਾਨ ਕਿਧਰੇ ਰਹਿ ਗਿਆ ਹੈ, ਕਦੇ ਆਉਂਦਾ ਉਹ ਕਿਸੇ ਅਣਜਾਣ ਸਟੇਸ਼ਨ ਉੱਤੇ ਲੈ ਗਈ ਹੈ ਅਤੇ ਹੁਣ ਸਮਝ ਨਹੀਂ ਲੱਗਦੀ ਕੀ ਕਰੇ। ਅਤੇ ਕਦੇ ਲੱਗਦਾ ਗੱਡੀ ਚੀਕਾਂ ਮਾਰਦੀ ਉਹਦੇ ਕੋਲੋਂ ਦੀ ਲੰਘੀ ਜਾ ਰਹੀ ਹੈ। ਟਨ 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 ਸਕੂਲ ਦੀ ਘੰਟੀ ਵੱਜ ਰਹੀ ਸੀ। ਬੂਟ ਪਾਉਂਦੇ ਬਿੱਲੂ ਨੇ ਬੂਟ ਵਗਾਹ ਮਾਰਿਆ ਅਤੇ ਕਿਹਾ, ਮਿਸ ਮਾਰਦੀ ਹੈ, ਮੈਂ ਸਕੂਲ ਨਹੀਂ ਜਾਊਂਗਾ। ਬੋਲਦੀ ਹੈ ਹਰ ਰੋਜ਼ ਦੇਰ ਸੇ ਆਤਾ ਹੈ। ਜੋਤੀ ਨੇ ਬੂਟ ਚੁੱਕਿਆ ਅਤੇ ਖਿਜੀ ਉਹਦੇ ਪਾਉਣ ਲੱਗੀ। ਮੈਂ ਨਹੀਂ ਪਾਉਂਦਾ, ਬਿੱਲੂ ਨੇ ਲੱਤ ਪਰਾਂ ਖਿੱਚਦਿਆਂ ਕਿਹਾ। ਜੋਤੀ ਨੇ ਇੱਕ ਮਾਰਿਆ ਚਾਂਟਾ ਖਿੱਚ ਗਈ। ਜ਼ਬਰਦਸਤੀ ਲੜ ਫੜ ਕੇ ਬੂਟ ਪਾਉਂਦੀ ਬੋਲੀ, ਛੇਤੀ ਨਹੀਂ ਤਿਆਰ ਹੋਇਆ ਜਾਂਦਾ ਹੁੰਦਾ। ਘੰਟਾ ਭਰ ਤਾਂ ਗੁਸਲਖਾਨੇ 'ਚ ਹੀ ਖੇਡਦਾ ਰਹਿਣਾ। ਬਿੱਲੂ ਪੈਰ ਛੁਡਾਉਂਦਾ ਉੱਚੀ ਚੀਕਾਂ ਮਾਰਨ ਲੱਗਿਆ। ਜੋਤੀ ਨੇ 2-3 ਥੱਪੜ ਉਹਦੇ ਹੋਰ ਮਾਰੇ। ਬੋਲੀ, ਕਰਦਾ ਨਹੀਂ ਚੁੱਪ, ਜੰਮ ਲਿਆ ਸਮਾਂ ਹੀ। ਬਿੱਲੂ ਬਹੁਤ ਡਰ ਗਿਆ। ਅੱਗੇ ਕਦੀ ਉਹਦੀ ਮੰਮੀ ਨੇ ਉਸਨੂੰ ਇਉਂ ਨਹੀਂ ਸੀ ਮਾਰਿਆ। ਚੁੱਪ ਕਰਕੇ ਬੂਟ ਪਵਾ ਲਿਆ, ਪਰ ਹੰਝੂ ਕਿਰਦੇ ਰਹੇ। ਅੱਜ ਉਹ ਬਿਨਾਂ ਹੀ ਕੁਝ ਖਾਧੇ ਸਕੂਲ ਨੂੰ ਚਲਾ ਗਿਆ। ਸੋਚਦਾ ਸੀ ਅੱਜ ਅੱਧੀ ਛੁੱਟੀ ਵੇਲੇ ਜਦੋਂ ਘਰ ਜਾਊਗਾ, ਮੰਮੀ ਸੌਰੀ ਬੋਲਣਗੇ, ਚੀਜ਼ਾਂ ਦੇਣਗੇ ਅਤੇ ਪਿਆਰ ਵੀ ਕਰਨਗੇ। ਪਰ ਅੱਜ ਅੱਧੀ ਛੁੱਟੀ ਵੇਲੇ ਜਦੋਂ ਘਰ ਆਇਆ ਤਾਂ ਜੋਤੀ ਘਰ ਨਹੀਂ ਸੀ। ਉਹ ਬਿਨਾਂ ਹੀ ਕੁਝ ਖਾਧੇ ਮੁੜ ਗਿਆ। ਮੰਮੀ ਬਾਹਰ ਗਈ ਹੈ, ਤੂੰ ਦੁੱਧ ਤਾਂ ਪੀ ਲੈ ਬਿੱਲੂ, ਪਿਤਾ ਜੀ ਨੇ ਕਿਹਾ ਸੀ। ਨਹੀਂ ਮੰਮੀ ਅੰਕਲ ਕੋਲ ਹੋਟਲ 'ਚ ਗਈ ਹੈ, ਮੈਨੂੰ ਪਤਾ। ਆਖੋ ਸਕੂਲ ਨੂੰ ਮੁੜ ਗਿਆ। ਸ਼ਾਮ ਨੂੰ ਜਦੋਂ ਜੋਤੀ ਆਈ ਤਾਂ ਰਾਮੂ ਨੇ ਦੱਸਿਆ, ਬਿੱਲੂ ਕਾਕਾ ਜੀ ਨੇ ਕੁਝ ਨਹੀਂ ਖਾਧਾ, ਰੋਤਾ ਸੋ ਗਿਆ। ਜੋਤੀ ਨੇ ਅੰਦਰ ਜਾ ਕੇ ਦੇਖਿਆ ਬਿੱਲੂ ਬੂਟਾਂ ਸਮੇਤ ਬਿਸਤਰੇ ਉੱਤੇ ਗੁੱਛਾ ਮੁੱਛਾ ਹੋਇਆ ਪਿਆ ਸੀ। ਉਹਨੇ ਸੁੱਤੇ ਪਏ ਬਿੱਲੂ ਦਾ ਮੂੰਹ ਚੁੰਮਿਆ ਤੇ ਜਗਾਇਆ। ਉਹ ਜੋਤੀ ਦੀ ਗੱਲ ਨੂੰ ਚੰਬੜ ਕੇ ਫੇਰ ਰੋਣ ਲੱਗ ਪਿਆ। ਜੋਤੀ ਨੇ ਉਹਨੂੰ ਪਿਆਰ ਕੀਤਾ ਤੇ ਦੁੱਧ ਦੇ ਨਾਲ ਸਿਓ ਵੀ ਕੱਟ ਕੇ ਦਿੱਤਾ। ਪੂਰਾ 1 ਰੁਪਈਆ ਬੰਟਿਆਂ ਲਈ ਵੀ ਦਿੱਤਾ। ਬਿੱਲੂ ਖੁਸ਼ ਹੋ ਗਿਆ। ਬਿੱਲੂ ਤੈਨੂੰ ਮੈਂ ਹੋਸਟਲ ਭੇਜ ਦੇਣਾ, ਤੰਗ ਕਰਨ ਲੱਗ ਪਿਆ, ਰਾਤ ਨੂੰ ਜੋਤੀ ਨੇ ਬਿੱਲੂ ਨੂੰ ਕਿਹਾ। ਮੈਂ ਡੈਡੀ ਨੂੰ ਚਿੱਠੀ ਲਿਖੂੰਗਾ ਬਈ ਮੰਮੀ ਮੈਨੂੰ ਮਾਰਦੀ ਹੁੰਦੀ ਹੈ। ਬਿੱਲੂ ਨੇ ਸਵੇਰ ਦਾ ਗੁੱਸਾ ਕੱਢਿਆ। ਡੈਡੀ ਤਾਂ ਤੇਰੇ ਮਰ ਗਏ ਨੇ, ਅਚਾਨਕ ਜੋਤੀ ਤੋਂ ਆਖਿਆ ਗਿਆ। ਨਹੀਂ, ਤੁਸੀਂ ਝੂਠ ਬੋਲਦੇ ਹੋ, ਡੈਡੀ ਅਮਰੀਕਾ ਚਲੇ ਗਏ ਨੇ। ਬਿੱਲੂ ਨੇ ਰੋਣ ਹਾਕਾ ਹੋ ਕੇ ਕਿਹਾ। ਨਹੀਂ ਬਿੱਲੂ, ਅਮਰੀਕਾ ਤੋਂ ਤਾਂ ਅੰਕਲ ਆਏ ਨੇ, ਉਹ ਦੱਸਦੇ ਨੇ ਡੈਡੀ ਮਰ ਗਏ ਨੇ, ਜੋਤੀ ਨੇ ਠਰਮੇ ਨਾਲ ਕਿਹਾ। ਬਿੱਲੂ ਦਾ ਮੂੰਹ ਇੱਕਦਮ ਪੀਲਾ ਪੈ ਗਿਆ। ਬੋਲਿਆ, ਉਹਨਾਂ ਨੂੰ ਜਲਾਤਾ ਫਿਰ? ਪਿੰਕੀ ਦੇ ਡੈਡੀ ਵੀ ਜਦੋਂ ਮਰੇ ਸੀ ਉਹਨਾਂ ਨੂੰ ਵੀ ਜਲਾਤਾ ਸੀ। ਹਾਂ, ਜੋਤੀ ਨੇ ਹੌਕਾ ਭਰ ਕੇ ਕਿਹਾ। ਬਿੱਲੂ ਬਹੁਤ ਉਦਾਸ ਹੋ ਗਿਆ। ਆਪਾਂ ਅੰਕਲ ਨੂੰ ਡੈਡੀ ਬਣਾ ਲਈਏ? ਜੋਤੀ ਨੇ ਪੁੱਛਿਆ। ਨਹੀਂ, ਅੰਕਲ ਮੈਨੂੰ ਚੰਗੇ ਨਹੀਂ ਲੱਗਦੇ। ਕਿਉਂ? ਮੈਂ ਕਿਹਾ ਆ ਜਾਓ ਬੰਟੇ ਖੇਡੀਏ। ਬੋਲੇ ਨਹੀਂ, ਤੂੰ ਜਾ ਬਾਹਰ ਜਾ ਕੇ ਖੇਡ। ਜਦੋਂ ਤੂੰ ਉਹਨਾਂ ਦਾ ਬੇਟਾ ਬਣ ਗਿਆ ਫਿਰ ਖੇਡ ਲਿਆ ਕਰਨਗੇ। ਨਹੀਂ, ਮੈਂ ਉਹਨਾਂ ਦਾ ਬੇਟਾ ਨਹੀਂ ਬਣਾਂਗਾ, ਉਹ ਤਾਂ ਗੰਦੇ ਨੇ। ਗੰਦੇ ਕਿਸ ਲਈ ਨੇ? ਬਸ ਮੈਂ ਆਖ ਤਾਂ ਗੰਦੇ ਨੇ। ਤੇਰੇ ਲਈ ਤਾਂ ਉਹ ਟੌਫੀਆਂ ਲੈ ਕੇ ਆਉਂਦੇ ਹੁੰਦੇ ਨੇ। ਮੈਂ ਨਹੀਂ ਲੈਣੀਆਂ ਉਹਨਾਂ ਦੀਆਂ ਟੌਫੀਆਂ। ਤੈਨੂੰ ਉਹ ਚੰਗੇ ਕਿਉਂ ਨਹੀਂ ਲੱਗਦੇ? ਨਾ, ਬਿੱਲੂ ਨੇ ਫਿਰ ਸਿਰ ਹਿਲਾਇਆ। ਅੱਜ ਬਿੱਲੂ ਇੱਕ ਲੱਤ ਅਤੇ ਇੱਕ ਬਾਂਹ ਜੋਤੀ ਦੇ ਉੱਪਰ ਰੱਖ ਕੇ ਉਹਨੂੰ ਫੜ ਕੇ ਸੁੱਤਾ। ਮੰਮੀ ਕਰਕੇ ਇੱਕ ਵਾਰੀ ਵਿੱਚੋਂ ਜਾਗਿਆ ਅਤੇ ਫਿਰ ਉਹਨੂੰ ਨਾਲ ਪਈ ਨੂੰ ਟੋਹ ਕੇ ਉਹਦੇ ਮੂੰਹ ਉੱਤੇ ਹੱਥ ਫੇਰ ਕੇ ਫਿਰ ਸੌਂ ਗਿਆ। ਅੱਜ ਛੁੱਟੀ ਸੀ,
ਸਵੇਰੇ ਉਹ ਦੇਰ ਨਾਲ ਜਾਗਿਆ। ਜਦੋਂ ਜਾਗਿਆ ਤਾਂ ਜੋਤੀ ਕਿਧਰੇ ਜਾਣ ਲਈ ਤਿਆਰ ਹੋ ਰਹੀ ਸੀ। ਮੈਂ ਵੀ ਨਾਲ ਜਾਊਂਗਾ, ਬਿੱਲੂ ਉੱਠ ਕੇ ਉਹਦੇ ਕੋਲ ਆ ਕੇ ਬੋਲਿਆ। ਨਹੀਂ ਬੇਟਾ, ਮੈਂ ਡਾਕਟਰ ਦੇ ਚੱਲੀ ਹਾਂ। ਡਾਕਟਰ ਬੱਚਿਆਂ ਦੀ ਸੂਆ ਲਾ ਦਿੰਦੇ। ਜੋਤੀ ਨੇ ਸਾੜੀ ਦਾ ਪੱਲਾ ਠੀਕ ਕਰਦੀ ਨੇ ਕਿਹਾ। ਨਹੀਂ, ਮੈਨੂੰ ਪਤਾ ਤੁਸੀਂ ਡਾਕਟਰ ਦੇ ਨਹੀਂ ਚੱਲੇ, ਅੰਕਲ ਕੋਲ ਚੱਲਿਓ, ਬਿੱਲੂ ਨੇ ਉਹਨੂੰ ਚੰਬੜਦਿਆਂ ਕਿਹਾ। ਨਹੀਂ, ਮੈਂ ਡਾਕਟਰ ਦੇ ਚੱਲੀ ਹਾਂ। ਜੋਤੀ ਖਿਝ ਕੇ ਪਈ ਤੇ ਬਿੱਲੂ ਦੇ ਹੱਥ ਆਪਣੇ ਨਾਲੋਂ ਝਟਕ ਦਿੱਤੇ। ਉਹ ਰੋਣ ਹਾਕਾ ਹੋਇਆ ਉਹਨੂੰ ਤਿਆਰ ਹੁੰਦੀ ਨੂੰ ਵੇਖਦਾ ਰਿਹਾ। ਜਾਣਦਾ ਸੀ ਜ਼ਿੱਦ ਕੀਤੀ ਤਾਂ ਮੰਮੀ ਮਾਰੇਗੀ। ਜਦੋਂ ਜੋਤੀ ਜਾਣ ਲੱਗੀ ਤਾਂ ਬੂਹੇ ਤੱਕ ਪਿੱਛੇ ਪਿੱਛੇ ਗਿਆ। ਜਾ ਕੇ ਸਕੂਲ ਦਾ ਕੰਮ ਕਰ, ਜੋਤੀ ਝਿੜਕ ਕੇ ਪਈ। ਬਿੱਲੂ ਨੂੰ ਕੱਲ੍ਹ ਵਾਲੀ ਮਾਰ ਯਾਦ ਆ ਗਈ। ਉਹ ਸਹਿਮ ਕੇ ਪਿੱਛੇ ਹਟ ਗਿਆ। ਫਿਰ ਝੀਥ ਵਿੱਚੋਂ ਕਿੰਨਾ ਹੀ ਚਿਰ ਉਹਨੂੰ ਜਾਂਦੀ ਨੂੰ ਵੇਖਦਾ ਰਿਹਾ। ਸਾਰਾ ਦਿਨ ਜੋਤੀ ਅੱਜ ਘਰ ਨਹੀਂ ਪਰਤੀ। ਆਪਣੇ ਸਹੁਰੇ ਨੂੰ ਆ ਗਈ ਸੀ ਕਿ ਉਹ ਨਾਲ ਦੇ ਸ਼ਹਿਰ ਆਪਣੀ ਸਹੇਲੀ ਕੋਲ ਉਹਦੀ ਮਾਂ ਦਾ ਅਫਸੋਸ ਕਰਨ ਚੱਲੀ ਹੈ। ਸ਼ਾਮ ਤੀਕ ਪਰਤ ਆਏਗੀ। ਰਾਤ ਨੂੰ ਜਦੋਂ ਜੋਤੀ ਪਰਤੀ, ਬਿੱਲੂ ਸੁੱਤਾ ਹੋਇਆ ਸੀ। ਉਹ ਉਸ ਲਈ ਟੌਫੀਆਂ ਦਾ ਪੈਕਟ ਲੈ ਕੇ ਆਈ ਸੀ। ਸਵੇਰੇ ਜੋਤੀ ਨੇ ਰਾਮੂ ਨੂੰ ਕਿਹਾ, ਬਿੱਲੂ ਨੂੰ ਨਹੀਂ ਜਗਾਉਣਾ, ਉਹਨੂੰ ਸਕੂਲ ਵੀ ਨਹੀਂ ਭੇਜਣਾ, ਥੋੜ੍ਹਾ ਬੁਖਾਰ ਹੈ। ਪਿਤਾ ਜੀ ਨੇ ਉਹਨੂੰ ਦੱਸਿਆ ਮੰਦਰ ਚੱਲੀਆਂ ਘੰਟੇ ਕੁ ਤੀਕ ਆ ਜਾਵਾਂਗੇ। ਬਿੱਲੂ ਜਦੋਂ ਜਾਗਿਆ ਉਹਦੇ ਸਿਰਹਾਣੇ ਟੌਫੀਆਂ ਦਾ ਪੈਕਟ ਪਿਆ ਸੀ। ਅੰਕਲ ਆਏ ਹੋਣਗੇ, ਉਹਨੂੰ ਖਿਆਲ ਆਇਆ। ਉਹਨੇ ਪੈਕਟ ਭੁੰਜੇ ਫਰਸ਼ ਉੱਤੇ ਵਗਾਹ ਮਾਰਿਆ ਤੇ ਉੱਠ ਕੇ ਜੋਤੀ ਨੂੰ ਲੱਭਣ ਲੱਗਿਆ। ਜੋਤੀ ਨਹੀਂ ਮਿਲੀ। ਟੌਫੀਆਂ ਦਾ ਪੈਕਟ ਚੁੱਕਿਆ ਤੇ ਘਰ ਤੋਂ ਬਾਹਰ ਆ ਗਿਆ। ਸੜਕ ਪਾਰ ਕਰਕੇ ਮੋੜ ਮੁੜ ਗਿਆ। ਥੋੜ੍ਹਾ ਬੁਖਾਰ ਸੀ, ਤੁਰਿਆ ਨਹੀਂ ਸੀ ਜਾ ਰਿਹਾ। ਫਿਰ ਵੀ ਉਹ ਤੁਰਦਾ ਗਿਆ। ਰਿਕਸ਼ੇ ਲਈ ਉਸ ਕੋਲ ਪੈਸੇ ਨਹੀਂ ਸਨ। 2 ਮੀਲ ਤੋਂ ਕੁਝ ਹੀ ਘੱਟ ਤੁਰ ਕੇ ਜਦੋਂ ਉਹ ਉਸ ਹੋਟਲ ਕੋਲ ਪਹੁੰਚਿਆ ਜਿੱਥੇ 4 ਦਿਨਾਂ ਤੋਂ ਜਤਿੰਦਰ ਠਹਿਰਿਆ ਹੋਇਆ ਸੀ। ਪਹਿਲੇ ਦਿਨ ਮੰਮੀ ਜਿੱਥੇ ਉਸਦੇ ਨਾਲ ਆਈ ਸੀ ਤਾਂ ਉਹਦਾ ਮੂੰਹ ਕੁਮਲਾਇਆ ਹੋਇਆ ਸੀ। ਪੌੜੀਆਂ ਚੜ੍ਹ ਕੇ ਉੱਪਰ ਗਿਆ। ਪਰਦਾ ਹਟਾ ਕੇ ਜਦੋਂ ਅੰਦਰ ਝਾਕਿਆ ਤਾਂ ਉਹਦੀ ਮੰਮੀ ਤੇ ਜਤਿੰਦਰ ਅੰਕਲ ਚਾਹ ਪੀ ਰਹੇ ਸਨ, ਹੱਸ ਵੀ ਰਹੇ ਸਨ। ਉਹਨੇ ਬੂਹੇ ਵਿੱਚ ਹੀ ਖਲੋ ਕੇ ਟਾਫੀਆਂ ਦਾ ਪੈਕਟ ਉਹਨਾਂ ਦੇ ਅੱਗੇ ਸੁੱਟ ਦਿੱਤਾ ਤੇ ਮੁੜ ਪਿਆ। ਬਿੱਲੂ ਸੁਣ ਬਿੱਲੂ, ਜੋਤੀ ਨੇ ਪਿੱਛੋਂ ਆਵਾਜ਼ਾਂ ਦਿੱਤੀਆਂ। ਉਹ ਰੁਕਿਆ ਨਹੀਂ। ਜੋਤੀ ਦੌੜ ਕੇ ਪਿੱਛੇ ਆਈ, ਬਾਂਹ ਤੋਂ ਫੜ ਲਿਆ। ਇੱਕ ਮਨ ਕੀਤਾ 2 ਮਾਰੇ ਚਾਂਟੇ। ਹੋਇਆ ਕੀ ਹੈ ਇਹਨੂੰ? ਫਿਰ ਤਰਸ ਆ ਗਿਆ। ਬੋਲੀ, ਠਹਿਰ, ਮੈਂ ਵੀ ਚੱਲਦੀ ਹਾਂ। ਬਿੱਲੂ ਬਿਟ ਉਹਦੇ ਮੂੰਹ ਵੱਲ ਤੱਕਦਾ ਰਿਹਾ। ਰਿਕਸ਼ੇ 'ਚ ਬੈਠੇ ਜਦੋਂ ਉਹ ਵਾਪਸ ਜਾ ਰਹੇ ਸਨ, ਜੋਤੀ ਨੇ ਉਹਦਾ ਤੱਤਾ ਪਿੰਡਾ ਟੋਹ ਕੇ ਕਿਹਾ, ਤੂੰ ਇੱਥੇ ਕੀ ਕਰਨ ਆਇਆ ਸੀ? ਤੈਨੂੰ ਤਾਂ ਬੁਖਾਰ ਹੈ। ਟੌਫੀਆਂ ਵਾਪਸ ਕਰਨ। ਕਿਉਂ? ਮੈਨੂੰ ਨਹੀਂ ਚਾਹੀਦੀਆਂ ਅੰਕਲ ਦੀਆਂ ਟੌਫੀਆਂ। ਅੰਕਲ ਥੋੜ੍ਹੇ, ਉਹ ਤਾਂ ਮੈਂ ਲਿਆਈ ਸੀ। ਬੁਖਾਰ ਵਿੱਚ ਨਾਲੇ ਇਉਂ ਤੁਰ ਪਈਦਾ। ਪਿਤਾ ਜੀ ਨੇ ਰੋਕਿਆ ਨਾ ਤੈਨੂੰ? ਮੈਂ ਦੱਸ ਕੇ ਨਹੀਂ ਆਇਆ, ਬਿੱਲੂ ਨੇ ਸਹਿਮ ਕੇ ਕਿਹਾ। ਜੋਤੀ ਨਾ ਜਾਣੇ ਕੀ ਸੋਚਦੀ ਰਹੀ। ਉਹਨੇ ਮੁੜ ਕੇ ਬਿੱਲੂ ਵੱਲ ਨਹੀਂ ਵੇਖਿਆ। ਰਿਕਸ਼ੇ ਵਿੱਚ ਬੈਠੀ ਜੋਤੀ ਸੋਚ ਰਹੀ ਸੀ ਜਤਿੰਦਰ ਦੀਆਂ ਗੱਲਾਂ ਬਾਰੇ। ਆਖਦਾ ਸੀ, ਜੋਤੀ ਤੂੰ ਮੇਰੇ ਕੋਲ ਆ ਜਾ, ਮੈਂ ਹੁਣ ਤੇਰੇ ਬਗੈਰ ਨਹੀਂ ਰਹਿ ਸਕਦਾ। ਤੁਹਾਡੇ ਲਈ ਮੈਂ ਚੰਗੀ ਜਿਹੀ ਕੁੜੀ ਲੱਭ ਦਿਆਂਗੀ, ਉਹਨੇ ਜਵਾਬ ਦਿੱਤਾ ਸੀ। ਨਹੀਂ, ਤੈਨੂੰ ਮਿਲਣ ਤੋਂ ਪਿੱਛੋਂ ਮੈਂ ਕਿਸੇ ਛਛੂੰਦਰ ਜੀ ਨਾਲ ਵਿਆਹ ਨਹੀਂ ਕਰ ਸਕਦਾ। ਗਹਿਣੇ ਜਿਹੇ ਪਾਈ, ਪਾਊਡਰ ਸੁਰਖੀਆਂ ਮਲੀ, ਤੁਰੀ ਫਿਰਦੀ ਕੱਚੀ ਜਿਹੀ ਕੁੜੀ ਹੁਣ ਮੇਰੀ ਲੋੜ ਨਹੀਂ। ਨਹੀਂ, ਸੋਹਣੀ ਕੁੜੀ ਲੱਭਾਂਗੇ, ਜੋਤੀ ਨੇ ਕਿਹਾ। ਮੈਂ ਬਥੇਰੀਆਂ ਸੋਹਣੀਆਂ ਕੁੜੀਆਂ ਵੇਖੀਆਂ ਨੇ। ਮੈਨੂੰ ਕੋਈ ਉਹ ਕੁੜੀ ਸੋਹਣੀ ਨਹੀਂ ਲੱਗਦੀ ਜਿਹਦੀਆਂ ਅੱਖਾਂ 'ਚ ਕੁਝ ਨਾ ਹੋਵੇ। ਕੀ ਮਤਲਬ? ਗਹਿਰੀਆਂ, ਉਦਾਸ, ਵਿਸ਼ਾਲ ਖੂਹੀਆਂ ਵਿੱਚ ਜੋ ਕੁਝ ਮੈਂ ਵੇਖਿਆ ਹੈ ਉਹ ਮੈਂ ਕਿਸੇ ਹੋਰ ਦੀਆਂ ਅੱਖਾਂ ਵਿੱਚ ਨਹੀਂ ਵੇਖਿਆ। ਤੂੰ ਦੱਸ, ਮੈਨੂੰ ਪ੍ਰਵਾਨ ਕਰ ਸਕਦੀ ਹੈ ਕਿ ਨਹੀਂ? ਜੇ ਮੈਂ ਆਖਦਿਆਂ ਨਹੀਂ, ਫਿਰ ਕੀ ਕਰੋਗੇ? ਫਿਰ ਕੀ ਕਰਾਂਗਾ? ਇਸ ਨਾਲ ਤੈਨੂੰ ਕੀ? ਤੁਸੀਂ ਕਿਉਂ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਹੋ ਮੇਰੇ ਲਈ? ਨਹੀਂ, ਸੋਚਦਾ ਇਉਂ ਸ਼ਾਇਦ ਕਿਸੇ ਅਰਥ ਲੱਗ ਜਾਏ। ਉਹ ਵੀ ਕੀ ਗੱਲ ਹੋਈ? ਹਰ ਰੋਜ਼ ਦਫ਼ਤਰ ਚਲੇ ਗਏ, ਹਰ ਰੋਜ਼ ਦਫ਼ਤਰੋਂ ਆ ਗਏ, ਹਰ ਰੋਜ਼ ਸਵੇਰੇ ਉੱਠ ਖੜ੍ਹੇ ਹੋਏ, ਹਰ ਰੋਜ਼ ਰਾਤ ਨੂੰ ਸੌਂ ਗਏ, ਹਰ ਰੋਜ਼ ਰੋਟੀ ਖਾ ਲਈ, ਹਰ ਰੋਜ਼ ਸ਼ਰਾਬ ਪੀ ਲਈ। ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਵੀ ਤਾਂ ਨਹੀਂ। ਮੈਨੂੰ ਕੁਝ ਨਹੀਂ ਚਾਹੀਦਾ, ਸਿਰਫ ਤੂੰ ਚਾਹੀਦੀ ਹੈ। ਜਿਹੜੇ 2 ਦਿਨ ਤੁਸੀਂ ਮੇਰੇ ਘਰ ਰਹੇ, ਉਹ ਅਹਿਸਾਸ ਹੀ ਹੋਰ ਕਿਸਮ ਦਾ ਹੈ। ਇੱਕ ਛੋਟਾ ਜਿਹਾ ਘਰ ਦੀ ਮਾਲਕਣ। ਤੁਹਾਨੂੰ ਕੀ ਹੋ ਗਿਆ? ਪਤਾ ਨਹੀਂ ਜੋਤੀ, ਮੈਨੂੰ ਬਚਾ ਲੈ, ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ। ਮੈਨੂੰ ਲੱਗਦਾ ਜਿਵੇਂ ਮੇਰਾ ਕੋਈ ਨਹੀਂ ਇਸ ਜੱਗ ਉੱਤੇ। ਮੈਂ ਬਹੁਤ ਇਕੱਲਾ। ਇਉਂ ਨਾ ਆਖੋ, ਮਾਂ ਬਾਪ ਭੈਣ ਭਾਈ ਸਭ ਹੀ ਤਾਂ ਹਨ। ਮੈਂ ਆਪਣੀ ਕਸਮ ਖਾ ਕੇ ਆਖਦਾ ਜੋਤੀ, ਮੈਂ ਬਾਰ ਸੋਚ ਕੇ ਵੇਖਿਆ ਹੈ। ਮੈਨੂੰ ਕੋਈ ਆਪਣਾ ਹੀ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਉਹਨਾਂ ਵਿੱਚੋਂ
ਕੋਈ ਮਰ ਵੀ ਜਾਵੇ ਤਾਂ ਵੀ ਮੈਨੂੰ ਕੁਝ ਨਹੀਂ ਮਹਿਸੂਸ ਹੋਏਗਾ। ਪਰ ਕਿਉਂ? ਪਤਾ ਨਹੀਂ। ਸ਼ਾਇਦ ਯੂਰਪ ਰਹਿੰਦਿਆਂ ਇਉਂ ਹੋ ਗਿਆ ਹੋਵੇ। ਮੈਂ ਇਹ ਗੱਲ ਹੁਣ ਸਮਝ ਸਕਦਾ ਜਦੋਂ ਕਾਮੂ ਦੇ ਨਾਵਲ ਆਊਟਸਾਈਡਰ ਦਾ ਹੀਰੋ ਆਖਦਾ ਹੈ, ਮਾਂ ਕੱਲ੍ਹ ਮਰ ਗਈ, ਸ਼ਾਇਦ ਪਰਸੋਂ। ਪਰ ਇਹ ਸਭ ਇਉਂ ਕਿਉਂ ਹੋ ਜਾਂਦਾ ਹੈ? ਜੋਤੀ ਨੂੰ ਸਮਝ ਨਹੀਂ ਸੀ ਲੱਗ ਰਹੀ। ਯੂਰਪ ਦੇ ਲੋਕ ਇਹ ਜਾਣਦੇ ਹਨ ਕਿ ਕਿਸੇ ਦਾ ਕਿਸੇ ਨਾਲ ਵੀ ਰਿਸ਼ਤਾ ਨਹੀਂ ਹੁੰਦਾ। ਰਿਸ਼ਤੇ ਸਭ ਲੋੜਾਂ ਦੇ ਹੁੰਦੇ ਨੇ। ਆਊਟਸਾਈਡਰ ਦਾ ਹੀਰੋ ਆਪਣੀ ਮਾਂ ਦੇ ਮੁੱਕ ਜਾਣ ਉੱਤੇ ਇਸ ਲਈ ਔਖਾ ਨਹੀਂ, ਉਦਾਸ ਨਹੀਂ, ਕਿਉਂਕਿ ਮਾਂ ਉਹਦੀ ਜ਼ਿੰਦਗੀ ਵਿੱਚੋਂ ਬਹੁਤ ਪਹਿਲਾਂ ਹੀ ਮੁੱਕ ਗਈ ਹੋਈ ਸੀ। ਹੁਣ ਉਹਦੀ ਕਿਸੇ ਵੀ ਲੋੜ ਦੀ ਪੂਰਤੀ ਨਹੀਂ ਸੀ। ਨਹੀਂ, ਇਉਂ ਨਹੀਂ ਹੋ ਸਕਦਾ, ਜੋਤੀ ਨੇ ਘਬਰਾ ਕੇ ਆਖਿਆ। ਇਉਂ ਹੀ ਹੁੰਦਾ। ਅਸੀਂ ਮੁੱਕ ਗਏ ਨੂੰ ਨਹੀਂ, ਆਪਣੀਆਂ ਲੋੜਾਂ ਨੂੰ ਰੋਂਦੇ ਹਾਂ, ਪਰ ਸਮਝਦੇ ਇਹਦੇ ਉਲਟਾ। ਤੁਹਾਨੂੰ ਇਹ ਕਿਵੇਂ ਪਤਾ ਕਿ ਤੁਹਾਡੀਆਂ ਲੋੜਾਂ ਦੀ ਪੂਰਤੀ ਮੈਂ ਹੀ ਹਾਂ? ਜੋਤੀ ਨੇ ਆਖਿਆ ਸੀ। ਮੇਰਾ ਮਨ ਕਹਿੰਦਾ ਹੈ। ਪਰ ਲੋਕ ਕੀ ਆਖਣਗੇ? ਤੁਹਾਡੇ ਘਰ ਦੇ ਕੀ ਆਖਣਗੇ? ਮੈਂ ਲੋਕਾਂ ਦੇ ਅਨੁਸਾਰ ਨਹੀਂ ਜੀ ਸਕਦਾ। ਇੰਨੀ ਸ਼ਰਾਬ ਕਿਉਂ ਪੀਂਦੇ ਰਹਿੰਦੇ ਹੋ? ਰੋਕਣ ਵਾਲਾ ਜੋ ਕੋਈ ਨਹੀਂ, ਨਾ ਪੀਆ ਕਰੋ। ਜੋਤੀ ਨੇ ਆਪਣਾ ਤਭਾਵ ਨਾਲ ਕਿਹਾ। ਤੂੰ ਆ ਜਾ ਮੇਰੇ ਕੋਲ, ਫਿਰ ਪੀਣ ਦੀ ਲੋੜ ਹੀ ਨਹੀਂ ਰਹਿਣੀ। ਤੁਸੀਂ ਨਾ ਜਾਣੇ ਜੋਤੀ ਕੀ ਆਖਣ ਲੱਗੀ ਸੀ ਕਿ ਬਾਹਰ ਪੈੜ ਚਾਲ ਹੋਈ। ਜੋਤੀ ਨੇ ਬੂਹੇ ਵੱਲ ਵੇਖਿਆ। ਬਿੱਲੂ ਸੀ ਤੇ ਬਿੱਲੂ ਨੇ ਬੂਹੇ ਵਿੱਚ ਖੜੋ ਕੇ ਟੌਫੀਆਂ ਦਾ ਪੈਕੇਟ ਉਹਨਾਂ ਅੱਗੇ ਸੁੱਟ ਦਿੱਤਾ ਤੇ ਮੁੜ ਪਿਆ ਸੀ। 2 ਮਹੀਨੇ ਮਗਰੋਂ ਬਿੱਲੂ ਤੇ ਰਾਮੂ ਟੋਕਰੀ ਨਾਲ ਰੱਸੀ ਬੰਨ੍ਹੀ ਥੰਮਲੇ ਦੀ ਓਟ ਵਿੱਚ ਲੁਕੇ ਬੈਠੇ ਚਿੜੀ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਚਿੜੀ ਉੱਡ ਗਈ। ਟੋਕਰੀ, ਰੋਟੀ ਦੇ ਭੋਰੇ, ਚੂਰੇ, ਰਾਮੂ, ਬਿੱਲੂ ਤੇ ਚਿੜੀ। ਹਾਂ ਰਾਮੂ, ਮੰਮੀ ਬਿਮਾਰ ਹੈ ਨਾ, ਹਸਪਤਾਲ 'ਚ ਹੈ। ਮੁਝੇ ਨਹੀਂ ਪਤਾ, ਰਾਮੂ ਨੇ ਕਿਹਾ। ਹਾਂ, ਉਹ ਬਿਮਾਰ ਹੈ, ਹਸਪਤਾਲ 'ਚ। ਪਿਤਾ ਜੀ ਆਖਦੇ ਸੀ ਡਾਕਟਰ ਉਹਦੇ ਕੋਲ ਕਿਸੇ ਨੂੰ ਨਹੀਂ ਜਾਣ ਦਿੰਦਾ। मैं डैडी ਨੂੰ चिट्ठी लिखूँगा, मम्मी बीमार है। नहीं, वो अस्पताल में नहीं है, वो अंकल के पास ही है, उनसे शादी की है। कुछ चिर मगरों रामू ने भांडे धोंदियां सहज सुभाई किया। पल 2 पल ਲਈ बिल्लू चुप कर गया, फिर बोलिया, पिछले साल मम्मी ने मेरे नाल शादी की सी। लो, आपसे शादी कैसी हो सकती है? आप तो इतने छोटे हो। रामू ने हंस के किया। बिल्लू गंभीर हो के बोलिया, नहीं, पिछले साल मैं 24 साल का सी। रामू फिर हसन लग पिया। सोच के बिल्लू बोलिया, मैं डैडी नू चिट्ठी लिखांगा। अब मम्मी कभी नहीं आएगी, रामू बोलिया। बिल्लू रामू दे ठुड्डे मारन लग पिया। भगवान कसम, मैं सच कहता हूँ, अब वो कभी नहीं आएगी, रामू ने परा हुंदियां कहा। मैं डैडी नू आखांगा मैनू पिस्टल लै दो, ठा ठा तेरे गोली मार देनी है। बिल्लू हत्थां दा पिस्तौल बना के निशाना सिन दा बोलिया। इक्का एक रामू नू याद आया, ये सब तो काका जी को नहीं बताना था। तो बोलिया, नहीं, मैं तो हंसी कर रहा था। अस्पताल से अच्छा होकर वो इधर ही तो आएंगी। नहीं, वो अंकल के घर दिल्ली चली गई है, मैनू पता है। मैं मम्मी नू कोई चिट्ठी नहीं लिखांगा, आखदा रोन हाका होया अंदर चला गया। कुछ चिर मगरों बंटे कढ़ लिया तो रामू नू आखन लग्या, आ खेडीए। ਉਹ ਦੋਵੇਂ ਬੰਟੇ ਖੇਡ ਰਹੇ ਸਨ ਜਦੋਂ ਉਹਦਾ ਦਾਦਾ ਬਾਜ਼ਾਰੋਂ ਆਇਆ। ਉਹ ਬਿੱਲੂ ਲਈ ਹਾਕੀ ਤੇ ਗੇਂਦ ਲੈ ਆਇਆ ਸੀ। ਹਾਕੀ ਤੇ ਗੇਂਦ ਲੈ ਕੇ ਬਿੱਲੂ ਖੁਸ਼ ਹੋ ਗਿਆ। ਫਿਰ ਨਾ ਜਾਣੇ ਉਹਨੂੰ ਕੀ ਯਾਦ ਆਇਆ। ਹਾਕੀ ਤੇ ਗੇਂਦ ਧਰਤੀ ਉੱਤੇ ਸੁੱਟ ਖੜਾ ਹੋ ਗਿਆ। ਬੋਲਿਆ, ਪਿਤਾ ਜੀ, ਡੈਡੀ ਨੂੰ ਚਿੱਠੀ ਲਿਖ ਦਿਓ, ਆ ਜਾਣ। ਦਾਦਾ ਇਹ ਗੱਲਾਂ ਸੁਣ ਕੇ ਪਰੇਸ਼ਾਨ ਜਿਹਾ ਹੋ ਗਿਆ। ਆਖਣ ਲੱਗਾ, ਮੈਂ ਤੇਰੇ ਲਈ ਇੱਕ ਤਸਵੀਰਾਂ ਵਾਲੀ ਕਿਤਾਬ ਵੀ ਲੈ ਕੇ ਆਇਆ। ਤੇ ਇੱਕ ਲਿਫਾਫੇ ਵਿੱਚੋਂ ਕਿਤਾਬ ਕੱਢੀ। ਨਹੀਂ, ਮੈਂ ਕਿਤਾਬ ਨਹੀਂ ਲੈਣੀ। ਕੀ ਗੱਲ? ਉਹਦੇ ਦਾਦੇ ਨੇ ਪਿਆਰ ਨਾਲ ਉਹਦੇ ਮੋਢੇ ਉੱਤੇ ਹੱਥ ਫੇਰਿਆ। ਮੈਂ ਮੰਮੀ ਕੋਲ ਜਾਣਾ, ਬਿੱਲੂ ਖਿੱਝ ਕੇ ਬੋਲਿਆ। ਜਦੋਂ ਠੀਕ ਹੋ ਗਈ ਉਹ ਆਪੇ ਹੀ ਇੱਥੇ ਆਏਗੀ। ਅਜੇ ਡਾਕਟਰ? ਨਹੀਂ, ਤੁਸੀਂ ਝੂਠ ਬੋਲਦੇ ਹੋ, ਮੈਨੂੰ ਪਤਾ ਹੈ, ਉਹ ਅੰਕਲ ਦੇ ਘਰ ਚਲੀ ਗਈ ਹੈ, ਬਿੱਲੂ ਨੇ ਰੋਣ ਹਾਕਾ ਹੋ ਕੇ ਕਿਹਾ। ਦਾਦਾ ਉਹਦਾ ਉਦਾਸ ਹੋ ਗਿਆ। ਉਹਨੂੰ ਆਪਣਾ ਆਪ ਗੁਨਾਹਗਾਰ ਜਿਹਾ ਲੱਗਿਆ। ਉਹਨੂੰ ਉਹ ਵੇਲਾ ਯਾਦ ਆਇਆ ਜਦੋਂ ਜੋਤੀ ਨੇ ਪੁੱਛਿਆ ਸੀ, ਪਿਤਾ ਜੀ, ਮੈਂ ਦਿੱਲੀ ਚਲੀ ਜਾਵਾਂ? ਤੇਰੀ ਮਰਜ਼ੀ ਹੈ ਬੇਟੀ, ਉਹਨਾਂ ਦਾ ਜਵਾਬ ਸੀ। ਬਿੱਲੂ ਨੂੰ ਵੀ ਲੈ ਜਾਵਾਂ? ਤੁਹਾਨੂੰ ਪਿੱਛੋਂ ਤੰਗ ਕਰੇਗਾ। ਨਹੀਂ, ਇਹ ਠੀਕ ਨਹੀਂ। ਔਖਾ ਕਰੇਗਾ ਤਾਂ ਮੈਂ ਇਹਨੂੰ ਹੋਸਟਲ 'ਚ ਭੇਜ ਦਿਆਂਗਾ। ਹੌਲੀ ਹੌਲੀ ਆਪੇ ਜੀ ਲਾ ਲੂ। ਬਗਾਨੇ ਘਰ ਮੈਂ ਇਹਨੂੰ ਨਹੀਂ ਭੇਜਾਂਗਾ। ਤੇ ਅੱਜ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਬਿੱਲੂ ਨੂੰ ਕਿਵੇਂ ਸਮਝਾਵੇ।
ਤੈਨੂੰ ਮੰਮੀ ਦੇ ਕੋਲ ਭੇਜ ਦਿਆਂ, ਅੰਕਲ ਦੇ ਘਰ? ਉਹਦੇ ਦਾਦੇ ਨੇ ਡੁੱਬਦੀ ਆਵਾਜ਼ 'ਚ ਪੁੱਛਿਆ। ਨਹੀਂ, ਮੈਂ ਅੰਕਲ ਦੇ ਘਰ ਨਹੀਂ ਜਾਵਾਂਗਾ। ਮੰਮੀ ਨੂੰ ਚਿੱਠੀ ਲਿਖ ਦਿਓ, ਆ ਜਾਣ, ਨਾਲੇ ਡੈਡੀ ਨੂੰ ਵੀ। ਤੈਨੂੰ ਅੰਕਲ ਚੰਗੇ ਨਹੀਂ ਲੱਗਦੇ? ਨਹੀਂ। ਅੱਛਾ, ਆ ਪਹਿਲਾਂ ਖਾਣਾ ਖਾਈਏ। ਉਹਦਾ ਹੱਥ ਫੜ ਕੇ ਉਹਦੇ ਦਾਦੇ ਨੇ ਕਿਹਾ। ਨਹੀਂ, ਮੈਂ ਖਾਣਾ ਨਹੀਂ ਖਾਣਾ। ਤੂੰ ਰੋਜ਼ ਆਖਦਾ ਸੀ ਨਾ ਛੋਟਾ ਜਿਹਾ ਸਾਈਕਲ ਲੈ ਦਿਓ। ਨਹੀਂ, ਮੈਂ ਸਾਈਕਲ ਵੀ ਨਹੀਂ ਲੈਣਾ। ਪਹਿਲਾਂ ਮੰਮੀ ਕੋਲ ਚੱਲੋ, ਆਪਾਂ ਉਹਨੂੰ ਲੈ ਕੇ ਆਵਾਂਗੇ। ਉਹਦਾ ਦਾਦਾ ਬਹੁਤ ਬੇਚੈਨ ਹੋ ਗਿਆ। ਅੱਗੇ ਰੱਖੀ ਰੋਟੀ ਉਹਨੇ ਚੁਕਵਾ ਦਿੱਤੀ। ਬਿੱਲੂ ਨੂੰ ਇੱਕ ਸਿਓ ਦਿੰਦਾ ਬੋਲਿਆ, ਬਿੱਲੂ ਤੂੰ ਵੱਡਾ ਹੋ ਕੇ ਕੀ ਬਣੇਗਾ? ਮੈਂ ਕੁਛ ਨਹੀਂ ਬਣਾਂਗਾ, ਮੈਂ ਪੜ੍ਹਾਂਗਾ ਵੀ ਨਹੀਂ। ਮੈਂ ਡੈਡੀ ਕੋਲ ਚਲਿਆ ਜਾਵਾਂਗਾ, ਉੱਥੋਂ ਕਦੇ ਨਹੀਂ ਆਵਾਂਗਾ, ਬਿੱਲੂ ਨੇ ਹਰਖ ਨਾਲ ਕਿਹਾ। ਦਾਦਾ ਉਹਦਾ ਭੈ ਭੀਤ ਹੋਇਆ ਉਹਦੇ ਮੂੰਹ ਵੱਲ ਦੇਖ ਰਿਹਾ ਸੀ। ਫਿਰ ਉਹਨੇ 5 ਰੁਪਏ ਦਾ ਨੋਟ ਕੱਢ ਕੇ ਬਿੱਲੂ ਨੂੰ ਦਿੰਦਿਆਂ ਕਿਹਾ, ਲੈ ਪੈਸੇ, ਸ਼ਾਮ ਨੂੰ ਪਟਾਕੇ ਲਿਆਵਾਂਗੇ। ਬਿੱਲੂ ਖੁਸ਼ ਹੋ ਗਿਆ। ਪੈਸੇ ਲੈ ਕੇ ਰਸੋਈ ਵਿੱਚ ਰਾਮੂ ਨੂੰ ਵਿਖਾਉਣ ਚਲਿਆ ਗਿਆ ਕਿ ਵੇਖ ਮੇਰੇ ਕੋਲ ਕਿੰਨੇ ਪੈਸੇ ਨੇ। ਦਾਦਾ ਉਹਦਾ ਅੱਖਾਂ ਬੰਦ ਕਰਕੇ ਬੈਠਾ ਰਿਹਾ ਤੇ ਨਾ ਜਾਣੇ ਮਨ ਵਿੱਚ ਕੀ ਕੀ ਸੋਚਦਾ ਰਿਹਾ। ਤੇ ਫਿਰ ਇੱਕ ਦਿਨ ਬਿੱਲੂ ਦੀ ਕੈਨੇਡਾ ਵਾਲੀ ਆਂਟੀ ਆਈ। ਪਹਿਲੇ ਪਿਤਾ ਜੀ ਦੀ ਗੱਲ ਲੱਗ ਕੇ ਬਹੁਤ ਰੋਈ। ਫਿਰ ਕਿੰਨਾ ਚਿਰ ਉਹ ਗੌਤਮ ਦੀਆਂ, ਜੋਤੀ ਦੀਆਂ ਤੇ ਬਿੱਲੂ ਦੀਆਂ ਉਹਨਾਂ ਨਾਲ ਗੱਲਾਂ ਕਰਦੀ ਰਹੀ। ਆਥਣੇ ਉਹਨੇ ਬਿੱਲੂ ਨੂੰ ਕਿੰਨੀਆਂ ਸਾਰੀਆਂ ਚੀਜ਼ਾਂ ਦਿੱਤੀਆਂ। ਚਾਬੀ ਨਾਲ ਚੱਲਣ ਵਾਲੀ ਕਾਰ, ਤਿਤਲੀਆਂ ਵਾਲਾ ਸਵੈਟਰ, ਘਰ ਬਣਾਉਣ ਵਾਲੇ ਬਲੌਕਸ ਤੇ ਡਾਂਸ ਕਰਨ ਵਾਲੀ ਡਾਲ ਵੀ। ਅਗਲੇ ਦਿਨ ਬਿੱਲੂ ਨੇ ਉਹ ਚੀਜ਼ਾਂ ਆਪਣੇ ਦੋਸਤਾਂ ਨੂੰ ਵਿਖਾਈਆਂ ਤੇ ਦੱਸਿਆ, ਮੇਰੀ ਆਂਟੀ ਕੈਨੇਡਾ ਤੋਂ ਲੈ ਕੇ ਆਈ ਹੈ। ਉਸ ਰਾਤ ਆਂਟੀ ਨੇ ਬਿੱਲੂ ਨੂੰ ਆਪਣੇ ਨਾਲ ਹੀ ਸਵਾਇਆ ਤੇ ਪੁੱਛਿਆ, ਮੇਰੇ ਨਾਲ ਕੈਨੇਡਾ ਚੱਲੇਗਾ? ਉੱਥੇ 2 ਤੇਰੇ ਹੋਰ ਭਰਾ ਵੀ ਨੇ। ਉਹਦਾ ਭਾਵ ਆਪਣੇ ਲੜਕਿਆਂ ਤੋਂ ਸੀ। ਆਪਣੇ ਘਰ ਰੰਗੀਨ ਟੈਲੀਵਿਜ਼ਨ ਵੀ ਹੈ। ਘਰ ਬੈਠਾ ਹੀ ਸਿਨੇਮਾ ਦੇਖੋ। ਤੇ ਆਪਣੇ ਉੱਥੇ ਵੱਡੀ ਸਾਰੀ ਕਾਰ ਵੀ ਹੈ। ਬਿੱਲੂ ਨੇ ਹੈਰਾਨ ਜਿਹਾ ਹੋ ਕੇ ਆਪਣੇ ਦਾਦੇ ਵੱਲ ਵੇਖਿਆ। ਹਾਂ ਪੁੱਤਰ, ਮੈਂ ਵੀ ਜਾਇਆ ਕਰਾਂਗਾ ਮਿਲਣ ਉੱਥੇ, ਉਹ ਬੋਲੇ। ਬਿੱਲੂ ਕੈਨੇਡਾ ਵਾਲੀ ਆਂਟੀ ਦੇ ਨਾਲ ਜਾਣਾ ਮੰਨ ਗਿਆ ਸੀ। ਆਂਟੀ ਉਹਨੂੰ ਚੰਗੀ ਵੀ ਲੱਗੀ ਸੀ, ਪਰ ਫਿਰ ਵੀ ਕੁਝ ਉਖੜਿਆ ਸੀ। ਰਾਮੂ, ਅਸੀਂ ਮੰਮੀ ਨੂੰ ਨਾਲ ਲੈ ਜਾਵਾਂਗੇ, ਉਹਨੇ ਸਭ ਤੋਂ ਚੋਰੀਆਂ ਰਾਮੂ ਨੂੰ ਦੱਸਿਆ। ਰਾਮੂ ਕੁਝ ਨਹੀਂ ਬੋਲਿਆ। ਤੈਨੂੰ ਪਤਾ ਮੰਮੀ ਅੰਕਲ ਕੋਲ ਰਹਿੰਦੀ ਹੈ, ਉਹਨੇ ਅੱਖਾਂ ਭਰ ਕੇ ਰਾਮੂ ਨੂੰ ਕਿਹਾ। ਜਾਣ ਤੋਂ ਪਹਿਲਾਂ ਉਹਨੇ ਆਪਣੀ ਛੋਟੀ ਜਿਹੀ ਹਾਕੀ, ਬੰਟੇ, ਦੂਰਬੀਨ, ਫਲੀਟ ਬੂਟ, ਕੁਝ ਫਾਲਤੂ ਕੱਪੜੇ, ਮੰਮੀ ਦੀਆਂ ਚੱਪਲਾਂ, ਆਪਣੀਆਂ ਕਾਮਿਕਸ ਅਲਮਾਰੀ ਵਿੱਚ ਰੱਖ ਕੇ ਜੰਦਰੀ ਮਾਰੀ ਤੇ ਚਾਬੀ ਬਕਸੂਏ ਵਿੱਚ ਪਾ ਕੇ ਆਪਣੇ ਕਮੀਜ਼ ਦੀ ਜੇਬ ਨੂੰ ਲਾ ਲਈ। ਸ਼ਾਇਦ ਸੋਚਦਾ ਸੀ ਜਦੋਂ ਵਾਪਸ ਆਵਾਂਗਾ ਇਹ ਚੀਜ਼ਾਂ ਗੁੰਮ ਨਾ ਹੋ ਜਾਣ। ਤੁਰਨ ਤੋਂ ਕੁਝ ਚਿਰ ਪਹਿਲਾਂ ਉਹਨੇ ਆਪਣੇ ਕੁੱਤੇ ਟੌਮੀ ਨੂੰ ਪਿਆਰ ਕੀਤਾ ਤੇ ਫਿਰ ਨਾਲ ਦੇ ਘਰ ਆਪਣੇ ਦੋਸਤ ਨੂੰ ਨਾ ਜਾਣੇ ਕੀ ਆਖਣ ਗਿਆ, ਸ਼ਾਇਦ ਇਹੀ ਕਿ ਮੈਂ ਜਾ ਰਿਹਾ ਕੈਨੇਡਾ। ਉੱਥੇ ਸਾਡੇ ਕੋਲ ਟੈਲੀਵਿਜ਼ਨ ਵੀ ਹੈ ਤੇ ਕਾਰ ਵੀ ਹੈ ਤੇ ਉੱਥੇ ਮੇਰੇ 2 ਹੋਰ ਭਰਾ ਵੀ ਨੇ, ਆਂਟੀ ਦੇ ਲੜਕੇ। ਦਾਦਾ ਜੀ ਉਹਦੇ ਦਿੱਲੀ ਤੱਕ ਛੱਡਣ ਆਏ। ਇਹਦਾ ਖਿਆਲ ਰੱਖਿਓ। ਏਅਰਪੋਰਟ ਤੋਂ ਜਦੋਂ ਉਹ ਅੰਦਰ ਜਾਣ ਲੱਗੇ, ਦਾਦੇ ਉਹਦੇ ਨੇ ਕੰਬਦੇ ਹੱਥਾਂ ਨਾਲ ਉਹਦਾ ਸਿਰ ਪਲੋਸ ਕੇ ਆਪਣੀ ਧੀ ਨੂੰ ਕਿਹਾ, ਮੈਂ 1 ਮਹੀਨੇ ਤੱਕ ਵਾਪਸ ਆ ਜਾਵਾਂਗਾ ਜਦੋਂ ਮੇਰਾ ਸਕੂਲ ਖੁੱਲ੍ਹੇਗਾ। ਬਿੱਲੂ ਨੇ ਦਾਦੇ ਨੂੰ ਉਦਾਸ ਜਿਹਾ ਦੇਖ ਕੇ ਕਿਹਾ ਤੇ ਫਿਰ ਉਹ ਏਅਰਪੋਰਟ 'ਤੇ ਰੰਗ ਬਿਰੰਗੇ ਮੁਸਾਫਰਾਂ ਵੱਲ ਵੇਖਦਾ ਬਾਕੀ ਸਭ ਕਾਸੇ ਬਾਰੇ ਜਿਵੇਂ ਭੁੱਲ ਹੀ ਗਿਆ। ਜਹਾਜ਼ ਵਿੱਚ ਉਹ ਪਹਿਲੀ ਵਾਰੀ ਚੜ੍ਹਿਆ ਸੀ। ਜਹਾਜ਼ ਜਦੋਂ ਉੱਡਿਆ ਉਹਦੇ ਜੀਅ ਨੂੰ ਕੁਝ ਹੋਇਆ, ਪਰ ਉਹ ਛੋਟੀ ਜਿਹੀ ਬਾਰੀ ਦੇ ਸ਼ੀਸ਼ੇ ਵਿੱਚੋਂ ਬਾਹਰ ਵੇਖਣ ਲੱਗਿਆ ਕਿ ਦਿਨ ਦੇ ਛਿਪਾਵਲੀ ਲੋਕਾਂ ਦੀ ਭੀੜ ਵਿੱਚ ਪਿਤਾ ਜੀ ਸ਼ਾਇਦ ਕਿਧਰੇ ਦਿਸ ਪੈਣ, ਪਰ ਦਿਸੇ ਨਹੀਂ। ਫਿਰ ਤਾਂ ਜਹਾਜ਼ ਇੰਨਾ ਉੱਚਾ ਉੱਡ ਪਿਆ ਕਿ ਹੇਠਾਂ ਸ਼ਹਿਰ, ਸੜਕਾਂ, ਖੇਤ ਸਭ ਖਿਡੌਣੇ ਜਿਹੇ ਲੱਗਣ ਲੱਗ ਪਏ। ਤੇ ਫਿਰ ਜਦੋਂ ਜਹਾਜ਼ ਬੱਦਲਾਂ ਤੋਂ ਵੀ ਉੱਚਾ ਉੱਡਣ ਲੱਗਿਆ ਤਾਂ ਹੇਠਲਾ ਸਭ ਕੁਝ ਦਿਸਣੋਂ ਹੀ ਹਟ ਗਿਆ। ਬਿੱਲੂ ਠੀਕ ਹੈ ਨਾ? ਆਂਟੀ ਨੇ ਉਹਦਾ ਹੱਥ ਫੜ ਕੇ ਪੁੱਛਿਆ। ਉਹਨੇ ਹਾਂ 'ਚ ਸਿਰ ਹਿਲਾਇਆ ਤੇ ਧਿਆਨ ਨਾਲ ਆਂਟੀ ਵੱਲ ਵੇਖਿਆ। ਉਹਦਾ ਆਖਣ ਨੂੰ ਮਨ ਕੀਤਾ, ਆਂਟੀ ਮੈਨੂੰ ਤਾਂ ਪਿਤਾ ਜੀ ਕੋਲ ਹੀ ਛੱਡ ਆਓ, ਪਰ ਉਹਨੇ ਆਖਿਆ ਨਹੀਂ। ਆਂਟੀ ਉਹਦੀ ਨੇ ਪਰਸ ਖੋਲ੍ਹਿਆ, ਸ਼ੀਸ਼ਾ ਕੱਢਿਆ, ਲਿਪਸਟਿਕ ਕੱਢੀ ਤੇ ਸ਼ੀਸ਼ੇ 'ਚ ਵੇਖ ਕੇ ਲਿਪਸਟਿਕ ਠੀਕ ਕਰਨ ਲੱਗੀ। ਬਿੱਲੂ ਨੇ ਦੇਖਿਆ ਆਂਟੀ ਨੇ ਅੱਜ ਮੁੰਡਿਆਂ ਵਰਗਾ ਕਮੀਜ਼ ਪਾਇਆ ਹੋਇਆ ਸੀ, ਮੁੰਡਿਆਂ ਵਰਗੀ ਪੈਂਟ ਤੇ ਵਾਲ ਕੱਟੇ ਹੋਏ ਸਨ। ਮੇਰੀ ਮੰਮੀ ਦੇ ਵਾਲ ਬਹੁਤ ਜ਼ਿਆਦਾ ਲੰਬੇ ਨੇ। ਜਿਸ ਦਿਨ ਉਹ ਵਾਲ ਧੋਂਦੀ ਹੁੰਦੀ ਸੀ, ਮੈਂ ਕੰਘੀ ਨਾਲ ਉਹਦੇ ਵਾਲ ਵਾਹੁੰਦਾ ਹੁੰਦਾ ਸੀ। ਉਹਨੇ ਆਂਟੀ ਨੂੰ ਦੱਸਣਾ ਚਾਹਿਆ ਪਰ ਦੱਸਿਆ ਨਹੀਂ। ਆਂਟੀ, ਉੱਥੇ ਚੂਚੇ ਹੈਗੇ? ਇਕਾਇਕ ਬਿੱਲੂ ਨੇ ਪੁੱਛਿਆ। ਨਹੀਂ, ਉੱਥੇ ਘਰਾਂ 'ਚ ਚੂਚੇ ਨਹੀਂ ਰੱਖਦੇ।
ਆਂਟੀ ਨੇ ਉਸੇ ਤਰ੍ਹਾਂ ਸ਼ੀਸ਼ੇ ਵਿੱਚ ਵੇਖਦਿਆਂ ਕਿਹਾ, ਆਂਟੀ ਪਿਤਾ ਜੀ ਆਪਾਂ ਨੂੰ ਕਦੋਂ ਮਿਲਣ ਆਉਣਗੇ? ਉਹਦੇ ਇਸ ਸਵਾਲ 'ਤੇ ਉਹਦੀ ਆਂਟੀ ਹੱਸ ਪਈ। ਅੱਜ ਤਾਂ ਉਹ ਉੱਥੋਂ ਚੱਲੇ ਸਨ ਅਤੇ ਅੱਜ ਹੀ ਬਿੱਲੂ ਪੁੱਛਣ ਲੱਗ ਪਿਆ ਕਿ ਪਿਤਾ ਜੀ ਕਦੋਂ ਮਿਲਣ ਆਉਣਗੇ। ਲਿਪਸਟਿਕ ਠੀਕ ਕਰਕੇ ਉਹਦੀ ਆਂਟੀ ਨੇ ਨਿੱਕੇ ਜਿਹੇ ਕੰਘੇ ਨਾਲ ਆਪਣੇ ਵਾਲ ਠੀਕ ਕੀਤੇ ਅਤੇ ਜ਼ਰਾ ਕੁ ਮੱਥੇ ਉੱਪਰ ਨੂੰ ਡੇਗੇ। ਆਂਟੀ ਮੈਂ ਇਕੱਲਾ ਵਾਪਸ ਆ ਸਕਦਾ? ਇਸ ਤਰ੍ਹਾਂ ਸੀਟ 'ਤੇ ਬੈਠ ਜੂੰ ਅਤੇ ਬੈਲਟ ਵੀ ਆਪੇ ਕੱਸ ਲੂੰ? ਬਿੱਲੂ ਨੇ ਪੁੱਛਿਆ। ਅਜੇ ਤਾਂ ਬਿੱਲੂ ਜੀ ਆਪਾਂ ਜਾ ਹੀ ਰਹੇ ਹਾਂ, ਆਂਟੀ ਨੇ ਹੱਸ ਕੇ ਕਿਹਾ। ਬਿੱਲੂ ਉਦਾਸ ਜਿਹਾ ਹੋ ਗਿਆ ਅਤੇ ਫਿਰ ਚੁੱਪ ਕਰਕੇ ਬੈਠ ਗਿਆ। ਏਅਰ ਹੋਸਟੈਸ ਜੂਸ ਦੇ ਗਈ। ਆਂਟੀ ਨੇ ਪੀ ਲਿਆ ਪਰ ਬਿੱਲੂ ਨੇ ਨਹੀਂ ਪੀਤਾ। ਆਂਟੀ ਦੇ ਆਖਣ 'ਤੇ ਵੀ ਨਹੀਂ। ਬੋਲਿਆ, ਆਂਟੀ ਪੀਣਾ ਨਹੀਂ। ਨਹੀਂ ਇਹ ਤਾਂ ਪੀਣਾ ਪਏਗਾ, ਆਂਟੀ ਨੇ ਜਦੋਂ ਆਖਿਆ। ਬਿੱਲੂ ਨੇ ਆਂਟੀ ਦੇ ਮੂੰਹ ਵੱਲ ਵੇਖਿਆ ਅਤੇ ਫਿਰ ਚੁੱਪਚਾਪ ਜੂਸ ਨੂੰ ਦਵਾਈ ਵਾਂਗ ਪੀ ਗਿਆ। ਬਿੱਲੂ ਨਾ ਜਾਣੇ ਕੀ ਸੋਚਦਾ ਰਿਹਾ। ਬਾਹਰ ਹਨੇਰਾ ਹੋ ਗਿਆ ਸੀ। ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ। ਡਿਨਰ ਵੇਲੇ ਆਂਟੀ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜਾਗਿਆ ਨਹੀਂ। ਸਵੇਰੇ ਜਦੋਂ ਆਂਟੀ ਨੇ ਉਹਨੂੰ ਜਗਾਇਆ ਤਾਂ ਉਹ ਲੰਡਨ ਦੀ ਏਅਰਪੋਰਟ 'ਤੇ ਪਹੁੰਚੇ ਹੋਏ ਸਨ। ਬਿੱਲੂ ਨੇ ਸਿਆਣਿਆਂ ਵਾਂਗ ਆਪਣੇ ਬੂਟ ਦੇ ਤਸਮੇ ਕਸੇ, ਕਮੀਜ਼ ਪੈਂਟ ਦੇ ਵਿੱਚ ਪਾਇਆ ਅਤੇ ਆਂਟੀ ਤੋਂ ਛੋਟਾ ਏਅਰ ਬੈਗ ਫੜ ਕੇ ਉਹਦੇ ਮਗਰ ਜਹਾਜ਼ ਵਿੱਚ ਉਤਰਿਆ। ਅੱਗੇ ਅੰਕਲ ਅਤੇ ਆਂਟੀ ਦੇ ਦੋਵੇਂ ਬੱਚੇ ਉਹਨਾਂ ਨੂੰ ਲੈਣ ਆਏ ਹੋਏ ਸਨ। ਕਾਰ ਵਿੱਚ ਆਂਟੀ ਅੱਗੇ ਅੰਕਲ ਕੋਲ ਬੈਠ ਗਈ ਅਤੇ ਉਹਨੂੰ ਪਿੱਛੇ ਬੱਚਿਆਂ ਕੋਲ ਬਿਠਾ ਦਿੱਤਾ। ਉਹ ਸਾਰੇ ਗੱਲਾਂ ਕਰ ਰਹੇ ਸਨ। ਬਿੱਲੂ ਹੀ ਬਸ ਚੁੱਪਚਾਪ ਬੈਠਾ ਸੀ। ਆਂਟੀ ਦੇ ਘਰ ਟੈਲੀਵਿਜ਼ਨ ਵੀ ਸੀ ਅਤੇ ਕਾਰ ਵੀ। ਘਰ ਵੀ ਬਹੁਤ ਸੋਹਣਾ ਸੀ। ਚਿੱਟੀਆਂ ਸੰਗਮਰਮਰ ਵਰਗੀਆਂ ਕੰਧਾਂ ਅਤੇ ਹੇਠਾਂ ਸਾਵੇ ਘਾਹ ਵਰਗਾ ਕਾਰਪੈਟ, ਵਿੱਚ ਸ਼ੀਸ਼ੇ ਦਾ ਡਾਈਨਿੰਗ ਸੈੱਟ ਅਤੇ ਲੈਦਰ ਦਾ ਸੋਫਾ ਸੈੱਟ, ਬਿਜਲੀ ਨਾਲ ਝੂਠੀ ਮੁੱਠੀ ਦੀ ਅੱਗ ਬਲਦੀ ਵਿਖਾਉਣ ਵਾਲਾ ਫਾਇਰ ਪਲੇਸ, ਦਿੱਲੀ ਦੇ ਹੋਟਲ ਵਰਗਾ ਬਾਥਰੂਮ, ਮੱਖਣ, ਜੈਮ, ਦੁੱਧ, ਜੂਸ, ਫਲ, ਸਬਜ਼ੀਆਂ ਅਤੇ ਅੰਡਿਆਂ ਨਾਲ ਭਰਿਆ ਫਰਿੱਜ, ਜਿਸ ਨੂੰ ਜਦੋਂ ਭੁੱਖ ਲੱਗਦੀ ਜੋ ਜੀਅ ਕਰਦਾ ਕੱਢ ਕੇ ਖਾ ਲੈਂਦਾ। ਪਰ ਬਿੱਲੂ ਕੋਈ ਚੀਜ਼ ਉਦੋਂ ਹੀ ਲੈਂਦਾ ਜਦੋਂ ਆਂਟੀ ਆਖਦੀ। ਦੂਜੇ ਬੱਚੇ ਚੀਜ਼ਾਂ ਵੇਚਣ ਵਾਲੀ ਵੈਨ ਆਉਣ 'ਤੇ ਪੈਸੇ ਮੰਗਦੇ, ਕਈ ਵਾਰੀ ਝਗੜਾ ਕਰਦੇ, ਸਵਿਮਿੰਗ 'ਤੇ ਜਾਣ ਲਈ ਜ਼ਿੱਦ ਕਰਦੇ, ਆਪਸ ਵਿੱਚ ਲੜ ਕੇ ਕੱਪੜੇ ਤੱਕ ਫਾੜ ਲੈਂਦੇ। ਪਰ ਬਿੱਲੂ ਇਉਂ ਨਹੀਂ ਸੀ ਕਰਦਾ। ਆਂਟੀ ਆਖਦੀ ਸੀ, ਬਿੱਲੂ ਬਹੁਤ ਅੱਛਾ ਬੱਚਾ ਹੈ। ਦੂਸਰਾ ਕੋਈ ਬੱਚਾ ਉਹਨੂੰ ਜਦ ਕਦੇ ਛੇੜਦਾ ਮਾਰਦਾ ਤਾਂ ਬਸ ਰੋ ਪੈਂਦਾ। ਬੱਚੇ ਉਹਨੂੰ ਇਉਂ ਰੋ ਪੈਣ 'ਤੇ ਸਿੱਸੀ ਬੁਆਏ ਆਖ ਕੇ ਖਿਝਾਉਣ ਲੱਗ ਪਏ। ਹੁਣ ਉਹ ਰੋਂਦਾ ਵੀ ਨਹੀਂ ਸੀ। ਅੱਖਾਂ ਦਾ ਪਾਣੀ ਵਿੱਚੇ ਵਿੱਚ ਪੀ ਜਾਂਦਾ ਜਾਂ ਗੁਸਲਖਾਨੇ 'ਚ ਚਲਿਆ ਜਾਂਦਾ, ਮੂੰਹ ਮਾਹ ਧੋ ਕੇ ਵਾਪਸ ਆਉਂਦਾ। ਕੁਝ ਦਿਨ ਨਵੇਂ ਸਕੂਲ ਵਿੱਚ ਉਹਦਾ ਜੀਅ ਨਹੀਂ ਲੱਗਿਆ। ਕਈ ਵਾਰੀ ਉਹਨਾਂ ਬੱਚਿਆਂ ਦੀ ਅੰਗਰੇਜ਼ੀ ਵੀ ਉਹਨੂੰ ਸਮਝ ਨਾ ਲੱਗਦੀ। ਉਹ ਕੁਝ ਹੋਰ ਹੀ ਤਰ੍ਹਾਂ ਬੋਲਦੇ ਸਨ, ਪਰ ਛੇਤੀ ਉਹਨਾਂ ਵਿੱਚ ਰਚ ਮਿਚ ਗਿਆ। ਨਿੱਕੀ ਜਿਹੀ ਇੱਕ ਕੁੜੀ ਐਲਿਸ ਉਹਦੀ ਸਹੇਲੀ ਬਣ ਗਈ। ਐਲਿਸ ਨੂੰ ਉਹ ਗਲਤ ਫਲਤ ਅੰਗਰੇਜ਼ੀ ਵਿੱਚ ਹੀ ਦੱਸਦਾ, ਉਹ ਇੰਡੀਆ ਤੋਂ ਆਇਆ, ਉੱਥੇ ਸਾਡਾ ਘਰ ਹੈ, ਮੇਰਾ ਇੱਕ ਕੁੱਤਾ ਹੈ ਟੌਮੀ, ਸਾਡੇ ਘਰ 'ਚ ਅੰਬਾਂ ਦੇ ਬੂਟੇ ਲੱਗੇ ਹੋਏ ਨੇ। ਤੇਰੇ ਮੰਮੀ ਡੈਡੀ? ਜਦੋਂ ਪੁੱਛਦੀ ਉਹ ਆਖਦਾ, ਡੈਡੀ ਅਮਰੀਕਾ ਗਏ ਨੇ। ਮੰਮੀ ਮਰੀ ਨਹੀਂ, ਅੰਕਲ ਕੋਲ ਰਹਿੰਦੀ ਹੈ। ਮੈਂ ਵੱਡਾ ਹੋ ਕੇ ਜਾਵਾਂਗਾ, ਮੰਮੀ ਨੂੰ ਲੈ ਕੇ ਆਵਾਂਗਾ। ਕਦੇ ਕਦੇ ਉਹ ਸੋਚਦਾ, ਮੰਮੀ ਅੰਕਲ ਨੂੰ ਛੱਡ ਕੇ ਸਾਡੇ ਕੋਲ ਕਿਉਂ ਨਹੀਂ ਆ ਜਾਂਦੀ। ਕਈ ਵਾਰੀ ਆਂਟੀ ਦੇ ਕੋਲ ਜਦੋਂ ਕੋਈ ਬਹੁਤ ਸੋਹਣੀ ਚੀਜ਼ ਦੇਖਦਾ, ਜਿਵੇਂ ਕਿ ਆਂਟੀ ਦੇ ਬਰਥਡੇ 'ਤੇ ਅੰਕਲ ਨੇ ਡਾਇਮੰਡ ਦੀ ਰਿੰਗ ਲਿਆ ਕੇ ਦਿੱਤੀ ਸੀ, ਉਹ ਸੋਚਦਾ ਮੈਂ ਵੀ ਮੰਮੀ ਲਈ ਇੱਕ ਇਹੋ ਜਿਹੀ ਰਿੰਗ ਬਣਾਵਾਂਗਾ। ਕਦੇ ਕਦੇ ਦੂਜਿਆਂ ਬੱਚਿਆਂ ਦੇ ਨਾਲ ਜਦੋਂ ਵੀਕਐਂਡ 'ਤੇ ਸ਼ਾਪਿੰਗ ਲਈ ਜਾਂਦਾ ਤਾਂ ਆਪਣੀ ਪਾਕਟ ਮਨੀ ਵਿੱਚੋਂ ਕਦੇ ਕੁੜੀਆਂ ਵਾਲਾ ਸਕਾਰਫ ਲੈ ਆਉਂਦਾ, ਕਦੇ ਪਲਾਸਟਿਕ ਦੀ ਪੱਖੀ, ਕਦੇ ਕੋਈ ਤਸਵੀਰਾਂ ਵਾਲੀ ਕਿਤਾਬ। ਤਾਂ ਦੂਜੇ ਬੱਚੇ ਆਪਣੀ ਮਾਂ ਨੂੰ ਦੱਸਦੇ, ਮੰਮੀ ਬਿੱਲੂ ਤਾਂ ਲੜਕੀ ਹੈ ਅਤੇ ਉਹਨੂੰ ਛੇੜਦੇ। ਕਿੰਨੇ ਕਿੰਨੇ ਦਿਨ ਨਾ ਜਾਣੇ ਕੀ ਸੋਚਦਾ, ਇਹ ਚੀਜ਼ਾਂ ਉਹ ਆਪਣੀ ਅਲਮਾਰੀ ਵਿੱਚ ਰੱਖ ਛੱਡਦਾ ਅਤੇ ਫਿਰ ਕਿਸੇ ਦਿਨ ਨਾ ਜਾਣੇ ਕੀ ਸੋਚ ਕੇ ਲਿਆ ਕੇ ਆਂਟੀ ਨੂੰ ਦੇ ਦਿੰਦਾ। ਆਂਟੀ ਆਖਦੀ, ਬਿੱਲੂ ਨੂੰ ਹੀ ਸਿਰਫ ਮੇਰਾ ਖਿਆਲ ਹੈ। ਕਦੇ ਕਦੇ ਜਦੋਂ ਸਾਰੇ ਕਿਸੇ ਪੰਜਾਬੀ ਪਰਿਵਾਰ ਨੂੰ ਮਿਲਣ ਜਾਂਦੇ ਤਾਂ ਬਿੱਲੂ ਬਾਰੇ ਅਗਲੇ ਪੁੱਛਦੇ, ਭਰਾ ਦਾ ਲੜਕਾ ਹੈ, ਮਾਂ ਪਿਓ ਨਹੀਂ ਰਹੇ, ਆਂਟੀ ਆਖਦੀ ਅਤੇ ਹੌਕਾ ਭਰਦੀ। ਬਿੱਲੂ ਦਾ ਆਖਣ ਨੂੰ ਮਨ ਕਰਦਾ, ਆਂਟੀ ਮੈਨੂੰ ਪਤਾ ਮੰਮੀ ਕਿੱਥੇ ਰਹਿੰਦੀ ਹੈ, ਪਰ ਉਹ ਕੁਝ ਨਾ ਆਖਦਾ। ਕ੍ਰਿਸਮਿਸ ਆਈ, ਬੱਚਿਆਂ ਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਗਏ, ਪ੍ਰੈਜ਼ੈਂਟਸ ਵੀ, ਅਤੇ ਬੱਚਿਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਣ ਲਈ ਗ੍ਰੀਟਿੰਗ ਕਾਰਡਸ ਵੀ ਖਰੀਦੇ।
ਬਿੱਲੂ ਨੇ ਸਿਰਫ 2 ਕਾਰਡ ਖਰੀਦੇ। ਇੱਕ ਉਹ ਆਪਣੇ ਦਾਦੇ ਨੂੰ ਭੇਜਣਾ ਚਾਹੁੰਦਾ ਸੀ ਅਤੇ ਇੱਕ ਮੰਮੀ ਨੂੰ। ਆਂਟੀ ਪਿਤਾ ਜੀ ਦਾ ਐਡਰੈਸ ਲਿਖਦੇ। ਉਹਨੇ ਬੱਚਿਆਂ ਲਈ ਰਾਤ ਨੂੰ ਪ੍ਰੈਜ਼ੈਂਟ ਰੱਖ ਜਾਣ ਵਾਲੇ ਮਿਥਿਹਾਸਿਕ ਬਾਬੇ ਦੀ ਤਸਵੀਰ ਵਾਲਾ ਕਾਰਡ ਉਹਨੂੰ ਫੜਾਉਂਦਿਆਂ ਕਿਹਾ। ਆਂਟੀ ਨੇ ਪਤਾ ਲਿਖ ਦਿੱਤਾ ਅਤੇ ਪੁੱਛਿਆ, ਦੂਸਰਾ ਕਾਰਡ ਕਿਹਨੂੰ ਭੇਜਣਾ? ਬਿੱਲੂ ਖੋ ਜਿਹਾ ਗਿਆ ਅਤੇ ਬੋਲਿਆ, ਇਹ ਕਾਰਡ ਮੈਂ ਆਂਟੀ ਤੁਹਾਨੂੰ ਭੇਜਾਂਗਾ। ਪਰ ਤੇਰੀਆਂ ਅੱਖਾਂ 'ਚੋਂ ਪਾਣੀ ਕਿਉਂ ਆ ਗਿਆ? ਆਂਟੀ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ। ਨਹੀਂ ਤਾਂ, ਉਹਨੇ ਪੁੱਠੇ ਹੱਥਾਂ ਨਾਲ ਅੱਖਾਂ ਪੂੰਝਦੇ ਨੇ ਕਿਹਾ। ਬਿੱਲੂ, ਤੇਰਾ ਇੱਥੇ ਜੀ ਨਹੀਂ ਲੱਗਿਆ? ਆਂਟੀ ਨੇ ਧਿਆਨ ਨਾਲ ਉਸ ਵੱਲ ਵੇਖ ਕੇ ਪੁੱਛਿਆ। ਆਂਟੀ, ਮੇਰੇ ਡੈਡੀ ਅਮਰੀਕਾ ਗਏ ਨੇ ਕਿ ਮਰ ਗਏ ਨੇ? ਇੱਕ ਦਿਨ ਇੱਕਾ-ਇੱਕ ਉਹਨੇ ਪੁੱਛਿਆ। ਉਹ ਤਾਂ ਬੇਟਾ ਮਰ ਗਏ ਨੇ। ਉਹਨਾਂ ਨੂੰ ਪਹਿਲਾਂ ਹੀ ਤੈਨੂੰ ਦੱਸ ਦੇਣਾ ਚਾਹੀਦਾ ਸੀ। ਮੈਨੂੰ ਪਤਾ ਸੀ ਉਹ ਝੂਠ ਬੋਲਦੇ ਨੇ। ਮੇਰੇ ਡੈਡੀ ਮਰ ਗਏ ਨੇ ਤਦ ਹੀ ਤਾਂ ਮੇਰੀ ਮੰਮੀ ਰੋਂਦੀ ਹੁੰਦੀ ਸੀ। ਤੈਨੂੰ ਮੰਮੀ ਯਾਦ ਆਉਂਦੀ ਹੈ? ਬਿੱਲੂ ਨੇ ਦੋਸ਼ੀਆਂ ਵਾਂਗ ਹਾਂ 'ਚ ਸਿਰ ਹਿਲਾਇਆ। ਉਹ ਵੀ ਮਰ ਗਈ ਹੋਈ ਹੈ। ਆਂਟੀ ਨੇ ਜਦੋਂ ਆਖਿਆ, ਬਿੱਲੂ ਨੂੰ ਪਤਾ ਸੀ ਆਂਟੀ ਝੂਠ ਆਖਦੀ ਹੈ। ਮੰਮੀ ਤਾਂ ਅੰਕਲ ਕੋਲ ਚਲੀ ਗਈ ਹੈ। ਆਪਾਂ ਪਿਤਾ ਜੀ ਨੂੰ ਮਿਲਣ ਕਦੋਂ ਜਾਵਾਂਗੇ ਇੰਡੀਆ? ਉਹ ਜਦੋਂ ਬਿਮਾਰ ਹੋ ਜਾਂਦੇ ਸੀ ਮੈਂ ਰਾਮੂ ਨਾਲ ਜਾ ਕੇ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਸੀ। ਬਿੱਲੂ ਨੇ ਫਿਕਰਮੰਦ ਹੋ ਕੇ ਕਿਹਾ। ਅਗਲੇ ਸਾਲ ਚੱਲਾਂਗੇ। ਇੰਡੀਆ ਜਾਣ ਦੇ ਕਿੰਨੇ ਪੈਸੇ ਲੱਗਦੇ ਨੇ? ਆਂਟੀ, ਮੈਂ ਸਵੇਰੇ ਸਵੇਰੇ ਅਖਬਾਰ ਦੇਣ ਚਲਿਆ ਜਾਇਆ ਕਰਾਂ ਆਪਣੇ ਫਰੈਂਡ ਬੌਬੀ ਨਾਲ। ਉਹਨੂੰ 2 ਪੌਂਡ ਮਿਲਦੇ ਨੇ ਵੀਕ ਦੇ। ਬੌਬੀ ਦੇ ਡੈਡ ਵੀ ਮਰ ਗਏ ਹੋਏ ਨੇ। ਬਿੱਲੂ ਨੇ ਜਦੋਂ ਆਖਿਆ, ਆਂਟੀ ਦੀਆਂ ਅੱਖਾਂ ਭਰ ਆਈਆਂ। ਉਹ ਉੱਠ ਕੇ ਗੁਸਲਖਾਨੇ ਚਲੀ ਗਈ। ਉਹ ਬਿੱਲੂ ਦੇ ਸਾਹਮਣੇ ਰੋਣਾ ਨਹੀਂ ਸੀ ਚਾਹੁੰਦੀ। ਕੈਨੇਡਾ ਵਾਲੇ ਅੰਕਲ ਵੀ ਉਹਨੂੰ ਬੜਾ ਪਿਆਰ ਕਰਦੇ ਸਨ। ਜਦੋਂ ਆਂਟੀ ਨਾਲ ਨਾ ਹੁੰਦੀ ਤਾਂ ਉਹ ਕਾਰ ਵਿੱਚ ਬਿੱਲੂ ਨੂੰ ਅੱਗੇ ਆਪਣੇ ਨਾਲ ਬਿਠਾਉਂਦੇ ਅਤੇ ਦੂਜੇ ਦੋਵਾਂ ਬੱਚਿਆਂ ਨੂੰ ਪਿੱਛੇ। ਉਹ ਬਿੱਲੂ ਨਾਲ ਦੋਸਤਾਂ ਵਾਂਗ ਗੱਲਾਂ ਕਰਦੇ। ਇੱਕ ਵਾਰੀ ਉਹ ਬਿੱਲੂ ਦੀ ਆਂਟੀ ਨੂੰ ਕੰਮ ਤੋਂ ਲੈਣ ਗਏ ਰਾਹ 'ਚ ਉਹਨਾਂ ਪੁੱਛਿਆ, ਬਿੱਲੂ ਯਾਰ, ਵਿਆਹ ਹਿੰਦੁਸਤਾਨੀ ਕੁੜੀ ਨਾਲ ਕਰੇਂਗਾ ਕਿ ਮੇਮ ਨਾਲ? ਮੈਂ ਸ਼ਾਦੀ ਨਹੀਂ ਕਰਾਂਗਾ ਅੰਕਲ। ਬਿੱਲੂ ਨੇ ਜਦੋਂ ਕਿਹਾ ਤਾਂ ਅੰਕਲ ਨੇ ਕਾਰ ਚਲਾਉਂਦਿਆਂ ਮੁੜ ਕੇ ਉਸ ਵੱਲ ਵੇਖਿਆ। ਕਿਉਂ ਯਾਰ? ਦੇਖੋ ਨਾ, ਸ਼ਾਦੀ ਕਰੋ ਤਾਂ ਫਿਰ ਬੱਚੇ ਹੋ ਜਾਂਦੇ ਨੇ ਅਤੇ ਜੇ ਡੈਡੀ ਮਰ ਜਾਏ ਫਿਰ ਬੱਚਿਆਂ ਨੂੰ ਕੌਣ ਰੱਖੇਗਾ? ਬਿੱਲੂ ਨੇ ਜਦੋਂ ਸਿਆਣਿਆਂ ਵਾਂਗ ਬੱਚਿਆਂ ਵਾਲੀ ਦਲੀਲ ਦਿੱਤੀ, ਉਹਦੇ ਅੰਕਲ ਹੱਸ ਪਏ। ਟਿੰਕੂ ਦੱਸਦਾ ਸੀ, ਤੇਰੀ ਗਰਲਫਰੈਂਡ ਬੜੀ ਸੋਹਣੀ ਹੈ, ਵਿਖਾਈ ਤਾਂ ਸਹੀ ਕਦੀ। ਹੁਣ ਉਹ ਮੇਰੀ ਗਰਲਫਰੈਂਡ ਨਹੀਂ, ਉਹ ਟੈਸਟਾਂ 'ਚ ਫੇਲ ਹੋ ਗਈ ਸੀ। ਨਾਲੇ ਵਾਲ ਲੰਬੇ ਨਹੀਂ ਰੱਖਦੀ, ਕੱਟ ਦਿੰਦੀ ਹੈ। ਤੈਨੂੰ ਲੰਬੇ ਵਾਲ ਚੰਗੇ ਲੱਗਦੇ ਨੇ? ਅੰਕਲ ਨੇ ਧਿਆਨ ਨਾਲ ਉਸ ਵੱਲ ਵੇਖ ਕੇ ਪੁੱਛਿਆ। ਲੜਕੀਆਂ ਦੇ ਤਾਂ ਲੰਬੇ ਵਾਲ ਹੀ ਹੁੰਦੇ ਨੇ, ਛੋਟੇ ਤਾਂ ਮੁੰਡਿਆਂ ਦੇ ਹੁੰਦੇ ਨੇ, ਉਹ ਬੋਲਿਆ। ਅੰਕਲ ਉਹਦਾ ਹੱਸਣ ਲੱਗ ਪਿਆ ਕਿ ਇਹ ਹੈ ਹਿੰਦੁਸਤਾਨੀ ਅੰਸ਼। ਅੰਕਲ, ਤੁਹਾਨੂੰ ਪਿਸਟਲ ਚਲਾਉਣਾ ਆਉਂਦਾ? ਇੱਕਾ-ਇੱਕ ਬਿੱਲੂ ਨੇ ਪੁੱਛਿਆ। ਨਹੀਂ, ਕੀ ਗੱਲ? ਮੇਰੇ ਡੈਡੀ ਕੋਲ ਪਿਸਟਲ ਵੀ ਸੀ। ਵੱਡੇ ਹੋਏ ਨੂੰ ਤੈਨੂੰ ਵੀ ਲੈ ਦਿਆਂਗੇ। ਮੈਂ ਵੱਡਾ ਕਿੰਨੇ ਸਾਲਾਂ 'ਚ ਹੋਊਂਗਾ? ਘੱਟ ਤੋਂ ਘੱਟ 10 ਸਾਲ ਨੂੰ। ਉਂਝ ਤਾਂ ਤੂੰ ਹੁਣੇ ਵੱਡਾ ਹੈ, ਆਖ ਅੰਕਲ ਨੇ ਮਜ਼ਾਕ ਕੀਤਾ। ਅੰਕਲ, ਮੈਂ ਇਕੱਲਾ ਇੰਡੀਆ ਜਾ ਸਕਦਾ? ਤੂੰ ਇੰਡੀਆ ਜਾ ਕੇ ਕੀ ਕਰਨਾ? ਪਿਤਾ ਜੀ ਅਗਲੇ ਸਾਲ ਆਪਾਂ ਨੂੰ ਮਿਲਣ ਆ ਹੀ ਰਹੇ ਨੇ। ਉੱਥੇ ਮੇਰਾ ਇੱਕ ਕੁੱਤਾ ਹੈ, ਟੌਮੀ, ਨਾਲੇ ਰਾਮੂ ਹੈ। ਮੇਰਾ ਇੱਕ ਦੋਸਤ ਸੀ ਦਸਤੇਜ, ਇੱਕ ਮਲਕਾ ਸੀਗੀ, ਨਾਲੇ ਕੀ? ਨਾਲੇ ਸਾਡੀ ਇੱਕ ਤਸਵੀਰਾਂ ਵਾਲੀ ਐਲਬਮ ਹੈ। ਤੁਸੀਂ ਮੇਰੇ ਡੈਡੀ ਦੇਖੇ ਸੀ? ਇੱਕ ਮੇਰੀ ਮੰਮੀ ਸੀ। ਬਿੱਲੂ ਨੇ ਜਦੋਂ ਆਖਿਆ, ਅੰਕਲ ਨੇ ਉਹਦਾ ਮਨ ਹੋਰ ਪਾਸੇ ਪਾਉਣ ਲਈ ਪੁੱਛਿਆ, ਭਲਾ ਦੱਸ ਖਾਂ ਬਿੱਲੂ, ਇੰਗਲੈਂਡ ਦੀ ਮਲਕਾ ਦੇ ਕਿੰਨੇ ਬੱਚੇ ਨੇ? ਅੰਕਲ, ਉਹਨਾਂ ਦਾ ਡੈਡੀ ਹੈਗਾ। ਹੋਰ ਕੀ ਦੇਖਿਆ ਸੀ ਤੂੰ ਟੈਲੀਵਿਜ਼ਨ 'ਤੇ? ਅੱਜ ਕੱਲ੍ਹ ਉਹ ਕੈਨੇਡਾ ਆਏ ਹੋਏ ਨੇ। ਬਿੱਲੂ ਕੁਝ ਸੋਚਣ ਲੱਗ ਪਿਆ। ਅੱਛਾ, ਇਹ ਦੱਸ ਤੂੰ ਵੱਡਾ ਹੋ ਕੇ ਕੀ ਬਣੇਗਾ? ਮੰਮੀ ਵੀ ਪੁੱਛਦੀ ਹੁੰਦੀ ਸੀ, ਤੂੰ ਵੱਡਾ ਹੋ ਕੇ ਕੀ ਬਣੇਗਾ? ਮੈਂ ਤਾਂ ਕੁਛ ਨਹੀਂ ਬਣਾਂਗਾ। ਕਿਉਂ ਬੇਟੇ, ਤੂੰ ਇੰਨਾ ਲਾਇਕ ਹੈ, ਬਣੇਗਾ ਕਿਉਂ ਨਹੀਂ ਕੁਝ? ਬਿੱਲੂ ਨੂੰ ਇਹਦਾ ਕੋਈ ਜਵਾਬ ਨਹੀਂ ਔੜਿਆ। ਅੱਛਾ, ਫਰਜ਼ ਕਰੋ ਜੇ ਤੇਰੀ ਲੋਟਰੀ ਨਿਕਲ ਆਏ ਲੱਖ ਪੌਂਡ ਦੀ, ਤੂੰ ਕੀ ਕਰੇ? ਅੰਕਲ ਨੇ ਸ਼ਰਾਰਤ ਨਾਲ ਪੁੱਛਿਆ। ਫਿਰ ਆਪਾਂ ਇੱਕ ਜਹਾਜ਼ ਖਰੀਦ ਲਈਏ, ਜਿਹੋ ਜਿਹੇ ਵਿੱਚ ਮੈਂ ਤੇ ਆਂਟੀ ਇੰਡੀਆ ਤੋਂ ਆਏ ਸੀ। ਤੇਰਾ ਇੰਡੀਆ ਜਾਣ ਨੂੰ ਜੀ ਕਰਦਾ ਹੈ? ਮੈਂ ਫਿਰ ਵਾਪਸ ਆ ਜਾਊਂਗਾ ਅੰਕਲ। ਅੱਛਾ, ਅਗਲੇ ਸਾਲ ਆਪਾਂ ਚੱਲਾਂਗੇ, ਅੰਕਲ ਨੇ ਕਿਹਾ। ਬਿੱਲੂ ਨੂੰ ਇਹ ਸਮਝ ਨਹੀਂ ਸੀ ਲੱਗ ਰਹੀ ਕਿ ਅਗਲਾ ਸਾਲ ਕਦੋਂ ਆਉਂਦਾ ਹੁੰਦਾ। ਉਹਨੇ ਉਤਾਵਲੇ ਮੂੰਹ ਨਾਲ ਪੁੱਛਿਆ, ਅੰਕਲ, ਅਗਲਾ ਸਾਲ ਇਸ ਵੀਕ ਐਂਡ ਤੱਕ ਨਹੀਂ ਆ ਸਕਦਾ? ਉਹ ਦੇਖ, ਤੇਰੀ ਆਂਟੀ ਤੁਰੀ ਆ ਰਹੀ ਹੈ, ਆਪਾਂ ਜ਼ਰਾ ਲੇਟ ਹੋ ਗਏ। ਆਂਟੀ ਦੇ ਕੋਲ ਜਾ ਕੇ ਅੰਕਲ ਨੇ ਕਾਰ ਰੋਕੀ। ਬਿੱਲੂ ਉਤਰ ਕੇ ਪਿਛਲੀ ਸੀਟ 'ਤੇ ਚਲਾ ਗਿਆ
ਤੇ ਆਂਟੀ ਅੱਗੇ ਬੈਠ ਗਈ। ਦੂਜੇ ਬੱਚੇ ਨਹੀਂ ਆਏ? ਨਹੀਂ, ਉਹ ਫੁੱਟਬਾਲ ਖੇਡਣ ਚਲੇ ਗਏ। ਤੂੰ ਨਹੀਂ ਗਿਆ ਬਿੱਲੂ? ਆਂਟੀ ਕੱਲ੍ਹ ਗਿਰ ਕੇ ਗੋਡਿਆਂ ਤੋਂ ਪੈਂਟ ਫਟ ਗਈ ਸੀ ਨਾ, ਮੈਂ ਸੋਚਿਆ ਅੱਜ ਫੇਰ ਨਾ ਦੇਖ ਲਓ। ਕੱਲ੍ਹ ਮੈਂ ਬਿੱਲੂ ਦੇ ਬਸ ਇੱਕ ਪੋਲਾ ਜਿਹਾ ਥੱਪੜ ਹੀ ਲਾਇਆ ਸੀ ਤੇ ਖੇਡਣ ਨਹੀਂ ਗਿਆ। ਉਹਨਾਂ ਬਾਂਦਰਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਮਾਰ ਲਓ। ਇਹ ਤਾਂ ਅੱਛਾ ਬੱਚਾ ਹੈ, ਅੰਕਲ ਬੋਲੇ। ਟਿੰਕੂ ਦੇ ਵੀ ਥੱਪੜ ਲਾਇਆ ਸੀ, ਉਹਨੇ ਰੋ ਰੋ ਕੇ ਸਾਰਾ ਘਰ ਸਿਰ 'ਤੇ ਚੁੱਕ ਲਿਆ ਸੀ, ਤੇ ਬਿੱਲੂ ਤਾਂ ਰੋਇਆ ਵੀ ਨਹੀਂ, ਸਗੋਂ ਬੋਲਿਆ ਸੀ, ਸੌਰੀ ਆਂਟੀ, ਉਹ ਦੱਸ ਰਹੀ ਸੀ। ਪਰ ਬਿੱਲੂ ਨੂੰ ਯਾਦ ਸੀ ਮੰਮੀ ਜਦੋਂ ਕਦੇ ਮਾਰਦੀ ਸੀ ਉਹ ਵੀ ਬਹੁਤ ਰੋਂਦਾ ਹੁੰਦਾ ਸੀ। ਫਿਰ ਉਹ ਬਹੁਤ ਪਿਆਰ ਕਰਦੀ, ਸੌਰੀ ਬੋਲਦੀ ਤੇ ਚੀਜ਼ਾਂ ਲੈ ਕੇ ਦਿੰਦੀ, ਤਾਂ ਜਾ ਕੇ ਮੰਨਦਾ ਸੀ। ਪਰ ਹੁਣ ਉਹ ਇਉਂ ਨਹੀਂ ਸੀ ਕਰਦਾ। ਤੈਨੂੰ ਬਿੱਲੂ ਫਿਰ ਕੀ ਲੈ ਕੇ ਦਿਆਂ? ਉਹ ਤਾਂ ਆਏ ਨਹੀਂ ਦੂਜੇ ਦੋਵੇਂ, ਆਂਟੀ ਨੇ ਪੁੱਛਿਆ। ਕੁਛ ਨਹੀਂ ਆਂਟੀ, ਤੇਰਾ ਸਕੂਲ ਦਾ ਬੈਗ ਫਟਿਆ ਹੋਇਆ, ਉਹ ਲੈਣਾ ਸੀ। ਚਲੋ ਫਿਰ ਕਿਸੇ ਦਿਨ ਲੈ ਲਾਂਗੇ, ਅੱਜ ਘਰ ਹੀ ਚੱਲਦੇ ਹਾਂ ਸਿੱਧੇ। ਦਫ਼ਤਰ ਕੰਮ ਵੀ ਬੜਾ ਸੀ, ਮੈਂ ਥੱਕ ਵੀ ਗਈ ਹਾਂ, ਉਹ ਬੋਲੀ। ਚੱਲ ਫਿਰ ਤੂੰ ਆਪਣੇ ਹੇਅਰ ਕੱਟ ਕਰਵਾ ਲੈ, ਅੰਕਲ ਨੇ ਆਂਟੀ ਨੂੰ ਕਿਹਾ। ਨਹੀਂ ਆਂਟੀ, ਤੁਸੀਂ ਹੇਅਰ ਕੱਟ ਨਾ ਕਰਵਾਓ, ਬਿੱਲੂ ਤੋਂ ਬਿਨਾਂ ਸੋਚਿਆਂ ਕਿਹਾ ਗਿਆ। ਨਹੀਂ ਬੇਟੇ, ਇੱਥੇ ਲੰਬੇ ਵਾਲਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ, ਕੌਣ ਸੈੱਟ ਕਰਦਾ ਫਿਰ ਇਹ ਹਰ ਰੋਜ਼। ਆਂਟੀ ਤੁਹਾਡੇ ਵਾਲ ਮੈਂ ਵਾਧਿਆ ਕਰਾਂਗਾ, ਬਿੱਲੂ ਨੇ ਜਦੋਂ ਆਖਿਆ। ਅੰਕਲ ਤੇ ਆਂਟੀ ਉੱਚੀ ਉੱਚੀ ਹੱਸ ਪਏ। ਰਾਤ ਬਹੁਤ ਬੀਤ ਗਈ ਸੀ। ਜਤਿੰਦਰ ਕਦੋਂ ਦਾ ਸੌਂ ਚੁੱਕਿਆ ਸੀ, ਪਰ ਜੋਤੀ ਨੂੰ ਅਜੇ ਵੀ ਨੀਂਦ ਨਹੀਂ ਸੀ ਆ ਰਹੀ। ਹਵਾ ਨਾਲ ਬੂਹਾ ਖੜਕਿਆ। ਜੋਤੀ ਚੌਂਕ ਕੇ ਉੱਠ ਬੈਠੀ। ਉਹਨੂੰ ਲੱਗਿਆ ਜਿਵੇਂ ਬਾਹਰ ਬਿੱਲੂ ਖੜਾ ਹੈ। ਬਿੱਲੂ, ਉਹਨੇ ਮਨ ਹੀ ਮਨ ਜਿਵੇਂ ਬਿੱਲੂ ਨੂੰ ਆਵਾਜ਼ ਦਿੱਤੀ। ਬਾਹਰ ਬੱਦਲ ਗਰਜਿਆ, ਮੀਂਹ ਵਰਦੇ 'ਚ ਨੱਚਦਾ ਟੱਪਦਾ ਬਿੱਲੂ ਉਹਦੇ ਜ਼ਿਹਨ ਵਿੱਚ ਆ ਖਲੋਤਾ। ਦੇਖੋ ਮੰਮੀ ਦੇਖੋ, ਮੀਂਹ ਵਿੱਚ ਵੇਲਾਂ ਨਾਲ ਬੂਟੇ ਡਾਂਸ ਕਰ ਰਹੇ ਨੇ, ਉਹ ਬੋਲਿਆ। ਬੇਵਕੂਫਾ, ਠੰਡ ਲੱਗ ਜਾਏਗੀ। ਠੰਡ ਵੇਲਾਂ ਨੂੰ ਨਹੀਂ ਲੱਗਦੀ, ਬੂਟਿਆਂ ਨੂੰ ਨਹੀਂ ਲੱਗਦੀ, ਮੈਨੂੰ ਕਿਉਂ ਲੱਗ ਜਾਏਗੀ? ਆਖਦਾ ਉਹ ਬਾਹਰ ਨੂੰ ਭੱਜ ਗਿਆ। ਜੋਤੀ ਆਵਾਜ਼ਾਂ ਮਾਰਦੀ ਰਹੀ, ਉਹਨੇ ਇੱਕ ਨਹੀਂ ਸੁਣੀ। ਤੇ ਫਿਰ ਸੱਚਮੁੱਚ ਹੀ ਠੰਡ ਲੱਗ ਜਾਣ ਨਾਲ ਬਿੱਲੂ ਨੂੰ ਬੁਖਾਰ ਚੜ੍ਹ ਗਿਆ ਸੀ। ਉਸ ਦਿਨ ਤੋਂ ਪਿੱਛੋਂ ਸਰਦੀਆਂ ਦੇ ਮੌਸਮ ਵਿੱਚ ਹਮੇਸ਼ਾ ਜੋਤੀ ਉਹਨੂੰ ਸ਼ਹਿਦ ਤੇ ਬਰਾਂਡੀ ਦਿੰਦੀ ਰਹਿੰਦੀ ਸੀ। ਤੇ ਅੱਜ ਵੀ ਬੜੀ ਠੰਡ ਸੀ। ਜੋਤੀ ਨੂੰ ਲੱਗਿਆ ਖਬਰੇ ਅੱਜ ਵੀ ਬਿੱਲੂ ਬਿਮਾਰ ਹੈ, ਸ਼ਾਇਦ ਇਸੇ ਲਈ ਅੱਜ ਉਹਨੂੰ ਇੰਨਾ ਯਾਦ ਆ ਰਿਹਾ। ਤੇ ਫਿਰ ਬਿੱਲੂ ਦਾ ਬਿਮਾਰ ਮੂੰਹ ਨੂੰ ਕੁਝ ਕਹਿੰਦਾ ਜਾਪਿਆ, ਜਿਹਦੀ ਉਹਨੂੰ ਸਮਝ ਨਹੀਂ ਸੀ ਲੱਗ ਰਹੀ। ਉਹਦੇ ਕਾਲਜੇ ਨੂੰ ਧੂ ਜਿਹੀ ਪਈ, ਅੱਖਾਂ ਭਰ ਆਈਆਂ। ਸੁੱਤੇ ਪਏ ਜਤਿੰਦਰ ਵੱਲ ਵੇਖ ਕੇ ਛੇਤੀ ਨਾਲ ਅੱਖਾਂ ਪੂੰਝ ਲਈਆਂ। ਕੁਝ ਦਿਨ ਹੋਏ ਝਕਦਿਆਂ ਝਕਦਿਆਂ ਉਹਨੇ ਜਤਿੰਦਰ ਨੂੰ ਕਿਹਾ ਸੀ, ਕਿਸੇ ਤੋਂ ਬਿੱਲੂ ਹੋਰਾਂ ਦੀ ਰਾਜੀ ਖੁਸ਼ੀ ਦਾ ਪਤਾ ਨਹੀਂ ਲੱਗ ਸਕਦਾ। ਕੀ ਗੱਲ? ਜਤਿੰਦਰ ਨੇ ਤਿਊੜੀਆਂ ਪਾ ਕੇ ਪੁੱਛਿਆ। ਉਂਝ ਹੀ ਸੁਪਨੇ ਵਿੱਚ ਬਿੱਲੂ ਦਿਸਿਆ ਸੀ, ਬੜਾ ਹੀ ਮਾੜਾ ਹੋਇਆ ਸੀ। ਇੰਨਾ ਹੀ ਫਿਕਰ ਸੀ ਤਾਂ ਉੱਥੇ ਹੀ ਰਹਿ ਪੈਣਾ ਸੀ, ਜਤਿੰਦਰ ਨੇ ਚਿੜ ਕੇ ਕਿਹਾ। ਕੀ ਹੋ ਗਿਆ ਤੁਹਾਨੂੰ? ਜੋਤੀ ਨੇ ਰੋਣ ਹੱਕੀ ਆਵਾਜ਼ 'ਚ ਕਿਹਾ। ਫਰਜ਼ ਕਰੋ ਬਿੱਲੂ ਬਿਮਾਰ ਹੈ, ਫਿਰ ਖਬਰ ਲੈਣ ਜਾ ਸਕਦੀ ਹੈ? ਜੇ ਨਹੀਂ ਤਾਂ ਫਿਰ ਠੀਕ ਬੇਠੀਕ ਦਾ ਪਤਾ ਕਰਨ ਦਾ ਕੀ ਫਾਇਦਾ? ਮੈਂ ਦੇਖਿਆ ਲੋਕਾਂ ਦੇ ਜਵਾਨ ਜਹਾਨ ਪੁੱਤਰ ਮਰ ਜਾਂਦੇ ਨੇ, ਕੁਝ ਚਿਰ ਰੋ ਧੋ ਕੇ ਮੁੜ ਨੋਰਮਲ ਜ਼ਿੰਦਗੀ ਜਿਉਣ ਲੱਗ ਜਾਂਦੇ ਨੇ। ਇੱਕ ਤੂੰ ਹੈ ਕਿ ਜਿਉਂਦਿਆਂ ਲੋਕਾਂ ਦਾ ਹੀ ਸੋਗ ਮਨਾਉਂਦੀ ਰਹਿੰਦੀ ਹੈ। ਮੈਨੂੰ ਇਹ ਪਤਾ ਹੁੰਦਾ ਮੈਂ ਕਦੇ ਵਿਆਹ ਨਾ ਕਰਦਾ। ਜੋਤੀ ਕੁਝ ਨਹੀਂ ਬੋਲੀ, ਰੋ ਪਈ। ਬਸ ਇੱਕ ਕੰਮ ਆਉਂਦਾ ਤੈਨੂੰ, ਰੋਣ ਦਾ। ਲੋਕਾਂ ਦੇ ਘਰੇ ਜਾ ਕੇ ਦੇਖ ਕੀ ਕੁਝ ਕਰਦੀਆਂ ਨੇ ਪਤਨੀਆਂ। ਇਹਦਾ ਮਤਲਬ ਹੈ ਤੂੰ ਖੁਸ਼ ਨਹੀਂ, ਭਾਵ ਮੈਂ ਤੇਰੇ ਲਈ ਕੋਈ ਅਰਥ ਨਹੀਂ ਰੱਖਦਾ। ਇਹ ਸਭ ਕੁਝ ਜੋ ਮੈਂ ਕੀਤਾ ਫਜ਼ੂਲ ਸੀ, ਤੂੰ ਅਜੇ ਵੀ ਕਿਤੇ ਹੋਰ ਹੀ ਜਿਉਂਦੀ ਹੈ, ਜਤਿੰਦਰ ਬੋਲਿਆ। ਜੋਤੀ ਬਸ ਰੋਂਦੀ ਰਹੀ। ਬੰਦ ਕਰ ਇਹ ਪਖੰਡ। ਜਤਿੰਦਰ ਰੋਣ ਉੱਤੇ ਖਿਝ ਪਿਆ ਸੀ। ਕਿਉਂ ਰੋਂਦੀ ਹੈ? ਤੈਨੂੰ ਤਕਲੀਫ ਕੀ ਹੈ ਹੁਣ? ਜੋਤੀ ਚੁੱਪ ਰਹੀ। ਵਾਪਸ ਚਲੀ ਜਾ ਜੇ ਇੰਨੀ ਦੁਖੀ ਹੈ ਇੱਥੇ। ਜੋਤੀ ਫਿਰ ਵੀ ਨਹੀਂ ਬੋਲੀ। ਆਖਰ ਮੈਨੂੰ ਕੀ ਮਿਲਿਆ ਤੇਰੇ ਨਾਲ ਵਿਆਹ ਕਰਵਾ ਕੇ? ਮੈਂ ਸਮਝਿਆ ਸੀ ਤੂੰ ਮੇਰਾ ਬੜਾ ਖਿਆਲ ਰੱਖੇਂਗੀ, ਤੂੰ ਮੈਨੂੰ ਬੜਾ ਪਿਆਰ ਕਰੇਂਗੀ, ਪਰ ਤੂੰ ਇੱਕ ਖੁਦਗਰਜ਼ ਔਰਤ ਹੈ। ਤੈਨੂੰ ਆਪਣੇ ਆਪ ਤੋਂ ਹੀ ਵੇਲ ਨਹੀਂ ਮਿਲਦੀ। ਤੂੰ ਸ਼ਾਇਦ ਮੇਰੇ ਵਿੱਚੋਂ ਗੌਤਮ ਨੂੰ ਪਾਉਣ ਲਈ ਵਿਆਹ ਕੀਤਾ ਸੀ, ਇੱਕ ਸਬਸਟੀਟਿਊਟ ਸਮਝ ਲਿਆ ਮੈਨੂੰ। ਇਉਂ ਨਾ ਔਖੇ ਹੋ, ਜੋਤੀ ਨੇ ਉਹਦਾ ਹੱਥ ਫੜ ਕੇ ਕਿਹਾ। ਨਹੀਂ, ਇਹ ਸਭ ਕੁਝ ਠੀਕ ਹੈ। ਤੂੰ ਕਦੇ ਸੋਚਿਆ ਹੀ ਨਹੀਂ ਕਿ ਮੈਂ ਵੀ ਇੱਕ ਇਨਸਾਨ ਹਾਂ, ਮੇਰੀਆਂ ਵੀ ਕੁਝ ਲੋੜਾਂ ਨੇ। ਇਸ ਤੋਂ ਇੱਕ ਅਨਪੜ੍ਹ ਲੜਕੀ ਨਾਲ ਸ਼ਾਦੀ ਕੀਤੀ ਹੁੰਦੀ, ਉਸ ਲਈ ਸਭੋ ਕੁਝ ਮੈਂ ਹੀ ਤਾਂ ਹੁੰਦਾ। ਇੰਨੀ ਸ਼ਰਾਬ ਨਾ ਪੀਆ ਕਰੋ, ਜੋਤੀ ਨੇ ਅੱਖਾਂ ਭਰ ਕੇ ਕਿਹਾ। ਹੋਰ ਕੀ ਕਰਿਆ ਕਰਾਂ? ਮੈਨੂੰ ਜਿਵੇਂ ਆਖੋਗੇ ਕਰ ਲਿਆ ਕਰਾਂਗੀ। ਮੈਂ ਕਿਉਂ ਆਖਾਂ ਤੈਨੂੰ?
ਜੇ ਆਪ ਤੈਨੂੰ ਖਿਆਲ ਨਹੀਂ ਮੇਰਾ, ਮੈਂ ਕਿਉਂ ਆਖਾਂਗਾ। ਝੱਟ ਹੀ ਟਪਾਉਣਾ ਹੁੰਦਾ, ਸ਼ਰਾਬ ਪੀ ਕੇ ਸਹੀ। ਹੁਣ ਜਤਿੰਦਰ ਹਰ ਰੋਜ਼ ਬਹੁਤ ਸ਼ਰਾਬ ਪੀ ਕੇ ਘਰ ਆਉਂਦਾ ਸੀ। ਇਸ ਵੇਲੇ ਸੁੱਤੇ ਪਏ ਜਤਿੰਦਰ ਨੇ ਪਾਸਾ ਪਰਤਿਆ। ਜੋਤੀ ਨੂੰ ਜਾਗਦੀ ਵੇਖ ਪੁੱਛਿਆ, ਗੌਤਮ ਯਾਦ ਆ ਰਿਹਾ? ਜੋਤੀ ਕੁਝ ਨਹੀਂ ਬੋਲੀ। ਜਤਿੰਦਰ ਕੁਝ ਪਲ ਉਸ ਵੱਲ ਵੇਖਦਾ ਰਿਹਾ ਤੇ ਫਿਰ ਉਸ ਵੱਲ ਪਿੱਠ ਕਰਕੇ ਸੌਂ ਗਿਆ। ਜਦੋਂ ਜਾਗਿਆ, ਬਾਹਰ ਵਰਖਾ ਹੋ ਰਹੀ ਸੀ। ਕਿੰਨਾ ਚਿਰ ਉਹ ਸੁੱਤੀ ਪਈ ਜੋਤੀ ਦੇ ਮੂੰਹ ਵੱਲ ਤੱਕਦਾ ਰਿਹਾ। ਫਿਰ ਉਹਨੇ ਪੋਲੇ ਜਿਹੇ ਜੋਤੀ ਦੇ ਸਿਰ ਉੱਤੇ ਹੱਥ ਰੱਖਿਆ। ਜੋਤੀ ਨੇ ਤਰਬਕ ਕੇ ਅੱਖਾਂ ਖੋਲ੍ਹ ਲਈਆਂ। ਚਾਹ ਦਾ ਕੱਪ ਲਿਆਵਾਂ? ਉਹਨੇ ਉੱਠਦੀ ਨੇ ਪੁੱਛਿਆ। ਲੈ ਆ, ਜਤਿੰਦਰ ਨੇ ਕਿਹਾ। ਜੋਤੀ ਚਾਹ ਬਣਾ ਲਿਆਈ। ਬੈਠ ਜਾ, ਜਤਿੰਦਰ ਨੇ ਚਾਹ ਦਾ ਕੱਪ ਫੜਦਿਆਂ ਕਿਹਾ। ਜੋਤੀ ਸਹਿਮੀ ਜੀ ਬੈਠ ਗਈ। ਠੀਕ ਹੋ ਕੇ ਬੈਠ ਜਾ। ਉਹ ਠੀਕ ਹੋ ਕੇ ਬੈਠ ਗਈ ਤੇ ਉਸ ਵੱਲ ਝਾਕੀ। ਜੋਤੀ, ਜਤਿੰਦਰ ਨੇ ਕੁਝ ਪਲ ਦੀ ਚੁੱਪ ਮਗਰੋਂ ਕਿਹਾ। ਦੱਸੋ। ਤੈਨੂੰ ਪਤਾ ਨਾ ਮੈਂ ਤੈਨੂੰ ਬਹੁਤ ਪਿਆਰ ਕਰਦਾ। ਜੋਤੀ ਦੀਆਂ ਅੱਖਾਂ ਭਰ ਆਈਆਂ। ਮੈਂ ਚੰਗਾ ਬੰਦਾ ਨਹੀਂ ਨਾ, ਤੈਨੂੰ ਦੁਖੀ ਕਰਦਾ? ਜੋਤੀ ਨੇ ਕੋਈ ਉੱਤਰ ਨਾ ਦਿੱਤਾ। ਜਤਿੰਦਰ ਤੋਂ ਕੱਪ ਫੜ ਕੇ ਮੇਜ਼ ਉੱਤੇ ਰੱਖ ਦਿੱਤਾ। ਮੈਨੂੰ ਇਹ ਗੱਲਾਂ ਆਪਣੇ ਆਪ ਨੂੰ ਵੀ ਮਾੜੀਆਂ ਲੱਗਦੀਆਂ ਨੇ। ਮੈਂ ਕਿਧਰੇ ਉਲਝ ਜਿਹਾ ਗਿਆ, ਸਾਫ਼-ਸਾਫ਼ ਕੁਝ ਸਮਝ ਨਹੀਂ ਆਉਂਦਾ। ਮੈਂ ਤੁਹਾਨੂੰ ਸੁੱਖ ਨਹੀਂ ਦੇ ਸਕੀ, ਆਖਦੀ ਜੋਤੀ ਰੋ ਪਈ। ਨਹੀਂ, ਗਲਤੀ ਮੇਰੀ ਹੀ ਹੈ। ਮੈਂ ਸਭ ਕੁਝ ਜਾਣਦਿਆਂ ਤੇਰੇ ਨਾਲ ਸ਼ਾਦੀ ਕੀਤੀ ਸੀ, ਪਰ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੈਨੂੰ ਤੇਰੇ ਨਾਲ ਇੰਨਾ ਮੋਹ ਹੋ ਜਾਊਗਾ ਕਿ ਮੇਰੇ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਤੂੰ ਕਿਸੇ ਵੀ ਹੋਰ ਬਾਰੇ ਸੋਚੇ। ਮੈਂ ਇਹ ਸੋਚ ਕੇ ਉਦਾਸ ਹੋ ਜਾਂਦਾ ਕਿ ਤੈਨੂੰ ਇਸ ਸਭ ਕਾਸੇ ਵਿੱਚੋਂ ਕਿਉਂ ਲੰਘਣਾ ਪਿਆ। ਤੂੰ ਪਹਿਲਾਂ ਹੀ ਕਿਉਂ ਮੈਨੂੰ ਮਿਲ ਨਾ ਗਈ। ਚਾਹੁੰਦੀ ਹਾਂ ਪਿਛਲਾ ਸਭ ਕੁਝ ਭੁੱਲ ਜਾਵਾਂ, ਤੁਹਾਨੂੰ ਸੁੱਖ ਦੇ ਸਕਾਂ। ਜੋਤੀ ਨੇ ਉਹਦੇ ਮੋਢੇ ਨਾਲ ਸਿਰ ਲਾਉਂਦਿਆਂ ਕਿਹਾ। ਨਹੀਂ ਜੋਤੀ, ਤੂੰ ਇਹ ਨਹੀਂ ਚਾਹੁੰਦੀ। ਤੂੰ ਅਜੇ ਵੀ ਪਾਸਟ ਵਿੱਚ ਹੀ ਜਿਉਂ ਰਹੀ ਹੈ। ਮੇਰਾ ਪਿਆਰ ਸ਼ਾਇਦ ਕਾਫੀ ਨਹੀਂ ਕਿ ਤੈਨੂੰ ਮੋੜ ਲਿਆਵੇ। ਕਈ ਵਾਰ ਮੈਨੂੰ ਗੌਤਮ ਨਾਲ ਈਰਖਾ ਹੁੰਦੀ ਹੈ ਕਿ ਉਹ ਮਰਿਆ ਵੀ ਮੇਰੇ ਜਿਉਂਦੇ ਨਾਲੋਂ ਬਲਵਾਨ ਹੈ ਤੇ ਮੈਨੂੰ ਪਛਾੜੀ ਜਾ ਰਿਹਾ, ਤੈਨੂੰ ਨਾਲ ਲਈ ਜਾ ਰਿਹਾ। ਆਖਿਆ ਸੀ ਮੇਰੇ ਲਈ 2 ਰੁਮਾਲ ਲੈ ਆਵੀਂ। ਕੱਲ੍ਹ ਤੂੰ ਬਾਜ਼ਾਰ ਗਈ ਵੀ, ਪਰ ਰੁਮਾਲ ਨਹੀਂ ਲਿਆਈ। ਚੇਤਾ ਹੀ ਨਹੀਂ ਰਿਹਾ। ਬੰਟੇ ਲਿਆਉਣ ਦਾ ਪਤਾ ਨਹੀਂ ਕਿੱਥੋਂ ਚੇਤਾ ਆ ਗਿਆ। ਬਿੱਲੂ ਖੇਡਦਾ ਹੁੰਦਾ ਸੀ ਨਾ ਬੰਟਿਆਂ ਨਾਲ, ਪਰ ਹੁਣ ਤੂੰ ਉਹ ਕਾਹਦੇ ਲਈ ਲੈ ਕੇ ਆਈ? ਜੋਤੀ ਨੇ ਕੋਈ ਉੱਤਰ ਨਾ ਦਿੱਤਾ। ਕਸੂਰਵਾਰਾਂ ਵਾਂਗ ਸਿਰ ਨਵਾਈ ਬੈਠੀ ਰਹੀ। ਜੋਤੀ, ਦੱਸੋ। ਤੂੰ ਇੱਥੇ ਦੁਖੀ ਹੈ ਤਾਂ ਬੇਸ਼ੱਕ ਚਲੀ ਜਾ। ਕਿੱਥੇ? ਜਿੱਥੇ ਵੀ ਤੇਰਾ ਜੀਅ ਕਰੇ। ਇਸ ਤਰ੍ਹਾਂ ਇਕੱਠਿਆਂ ਰਹਿਣ ਦਾ ਵੀ ਕੀ ਫਾਇਦਾ? ਜੋਤੀ ਭਵੱਤਰ ਗਈ। ਤੈਨੂੰ ਜੋ ਕੁਝ ਵੀ ਚਾਹੀਦਾ ਇਸ ਘਰ 'ਚੋਂ ਲਿਜਾ ਸਕਦੀ ਹੈ। ਜੋਤੀ ਦੀ ਕਲਪਨਾ ਵਿੱਚ ਉਹ ਘਰ ਉਘੜਿਆ ਜਿਸ ਵੱਲ ਪਿੱਠ ਕਰਕੇ ਉਹ ਤੁਰ ਆਈ ਸੀ। ਸਭ ਬੂਹੇ ਬਾਰੀਆਂ ਬੰਦ ਸਨ, ਤਾਲੇ ਲੱਗੇ ਹੋਏ ਸਨ। ਪਿਤਾ ਜੀ ਦਾ ਖੱਤ ਚੇਤੇ ਆਇਆ। ਜੋਤੀ ਬੇਟੀ, ਬਿੱਲੂ ਤੈਨੂੰ ਨਹੀਂ ਭੁੱਲ ਸਕੇਗਾ ਜਦੋਂ ਤੀਕ ਇਹ ਨਾ ਆਖਾਂ ਕਿ ਤੂੰ ਮਰ ਗਈ ਹੈ। ਸੋਚ ਸਮਝ ਲੈ। ਕੀ ਸੋਚ ਰਹੀ ਹੈ ਜੋਤੀ? ਜਤਿੰਦਰ ਨੇ ਉਹਦਾ ਹੱਥ ਫੜ ਕੇ ਕਿਹਾ। ਜੋਤੀ ਨੇ ਚੌਂਕ ਕੇ ਜਤਿੰਦਰ ਵੱਲ ਵੇਖਿਆ ਤੇ ਰੋ ਪਈ। ਤੂੰ ਰੋ ਕਿਉਂ ਰਹੀ ਹੈ? ਜੋਤੀ ਕੁਝ ਨਹੀਂ ਬੋਲੀ। ਇਹ ਤੇਰਾ ਕਸੂਰ ਨਹੀਂ, ਮੇਰੀ ਬਦਕਿਸਮਤੀ ਹੈ ਜੋਤੀ, ਕਿ ਤੂੰ ਮੈਨੂੰ ਜਿਉਂਦੇ ਨੂੰ ਭੁਲਾ ਸਕਦੀ ਹੈ, ਗੌਤਮ ਮਰੇ ਨੂੰ ਨਹੀਂ। ਅੱਛਾ, ਕਦੇ ਫੇਰ ਕਿਸੇ ਹੋਰ ਜਨਮ ਵਿੱਚ ਮਿਲਾਂਗਾ। ਇਸ ਵਾਰੀ ਤਾਂ ਕਿਧਰੇ ਕੁਝ ਗਲਤ ਹੋ ਗਿਆ। ਤੁਸੀਂ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ, ਆਖਦੀ ਜੋਤੀ ਦੇ ਹੱਥ ਜਤਿੰਦਰ ਦੇ ਪੈਰਾਂ ਵੱਲ ਚਲੇ ਗਏ। ਜੋਤੀ, ਮੇਰਾ ਕਸੂਰ ਇਹੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਨਹੀਂ ਤਾਂ। ਪਰ ਜੋਤੀ, ਤੂੰ ਇਹ ਕਿਉਂ ਨਹੀਂ ਸੋਚਦੀ? ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ, ਪਰ ਤੂੰ ਸ਼ਾਇਦ ਸਭ ਕੁਝ ਠੀਕ ਠੀਕ ਸੋਚ ਹੀ ਨਹੀਂ ਸਕੀ। ਗੌਤਮ ਦੀ ਮੌਤ ਕਾਰਨ ਇੰਨੀ ਬੌਂਦਲ ਗਈ ਕਿ ਤੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਰੀ ਕੀ ਜਾ ਰਹੀ ਹੈ। ਉਸ ਨਾਲ ਤੇਰਾ ਇੰਨਾ ਪਿਆਰ ਨਾ ਹੁੰਦਾ ਤਾਂ ਤੂੰ ਕਿਵੇਂ ਨਾ ਕਿਵੇਂ ਸਭ ਕੁਝ ਜਰ ਲੈਣਾ ਸੀ ਤੇ ਭੁੱਲ ਜਾਣਾ ਸੀ। ਪਰ ਕਈ ਵਾਰੀ ਬੰਦੇ ਨੂੰ ਆਪਣੇ ਆਪ ਦੀ ਵੀ ਸਮਝ ਨਹੀਂ ਹੁੰਦੀ। ਤੂੰ ਕੀ ਸੋਚ ਕੇ ਮੇਰੇ ਨਾਲ ਸ਼ਾਦੀ ਕੀਤੀ ਸੀ? ਜੋਤੀ ਕੁਝ ਨਹੀਂ ਬੋਲੀ। ਜੋਤੀ, ਕੀ ਤੂੰ ਮੇਰੀ ਨਹੀਂ ਹੋ ਸਕਦੀ? ਸਿਰਫ ਮੇਰੀ। ਤੁਹਾਡੀ ਤਾਂ ਹਾਂ। ਸਿਰਫ ਜਿਸਮ ਹੀ ਨਹੀਂ, ਮਨ ਵੀ, ਰੂਹ ਵੀ, ਜਿਵੇਂ ਤੂੰ ਗੌਤਮ ਦੀ ਸੀ। ਗੌਤਮ ਦੇ ਨਾਮ ਉੱਤੇ ਜੋਤੀ ਚੌਂਕ ਪਈ। ਖਿਆਲ ਆਇਆ, ਗੌਤਮ ਕੌਣ ਸੀ? ਸ਼ਾਇਦ ਇੱਕ ਸੁਪਨਾ।
ਉਹਦੇ ਅੰਦਰੋਂ ਹੀ ਜਿਵੇਂ ਕਿਸੇ ਨੇ ਜਵਾਬ ਦਿੱਤਾ, ਬੈਠੀ ਬੈਠੀ ਕੀ ਸੁਪਨੇ ਵੇਖਣ ਲੱਗ ਜਾਂਦੀ ਹੈ। ਉੱਠ ਕੇ ਬ੍ਰੈਕਫਾਸਟ ਤਿਆਰ ਕਰ, ਦਫ਼ਤਰ ਜਾਣ ਦਾ ਵੇਲਾ ਹੋ ਗਿਆ। ਜਤਿੰਦਰ ਨੇ ਜੋਤੀ ਦਾ ਮੋਢਾ ਥਾਪੜ ਕੇ ਕਿਹਾ। ਦਫ਼ਤਰ ਉਹ ਵੇਲੇ ਸਿਰ ਪਹੁੰਚ ਗਿਆ। ਵੱਡਾ ਸਾਹਿਬ ਅੱਜ ਛੁੱਟੀ ਉੱਤੇ ਸੀ। ਉੱਪਰੋਂ ਕਾਗਜ਼ ਆਉਣੇ ਨਹੀਂ ਸਨ। ਹਥਲਾ ਕੰਮ ਉਹਨੇ 2 ਕੁ ਘੰਟਿਆਂ 'ਚ ਮੁਕਾ ਲਿਆ। ਚਾਹੁੰਦਾ ਤਾਂ ਘਰ ਜਾ ਸਕਦਾ ਸੀ, ਪਰ ਗਿਆ ਨਹੀਂ। ਲਿਫਾਫੇ ਵਿੱਚੋਂ ਉਹਨੇ ਗੌਤਮ ਦੀ ਡਾਇਰੀ ਕੱਢੀ, ਜਿਹਨੂੰ ਜੋਤੀ ਵੇਲਾ ਮਿਲਣ ਉੱਤੇ ਅਕਸਰ ਪੜ੍ਹਦੀ ਰਹਿੰਦੀ ਸੀ, ਅਤੇ ਕੱਲ੍ਹ ਉਹ ਦਫ਼ਤਰ ਨੂੰ ਲੈ ਆਇਆ ਸੀ। ਸੋਚਿਆ ਸੀ ਦਫ਼ਤਰ ਰੱਖ ਆਵਾਂਗਾ। ਪੜ੍ਹਨ ਬੈਠ ਗਿਆ। ਜਿੱਥੋਂ ਵਰਕਾ ਖੁੱਲ੍ਹਿਆ ਲਿਖਿਆ ਸੀ, ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਅਸੀਂ ਇੱਥੋਂ ਤੁਰ ਜਾਣਾ ਹੈ। ਕੁਝ ਸਾਲ ਪਹਿਲਾਂ ਇਹਨਾਂ ਘਰਾਂ 'ਚ ਕੋਈ ਹੋਰ ਲੋਕ ਰਹਿੰਦੇ ਸਨ। ਕੁਝ ਸਾਲਾਂ ਨੂੰ ਇਹਨਾਂ ਘਰਾਂ 'ਚ ਹੋਰ ਲੋਕ ਰਹਿੰਦੇ ਹੋਣਗੇ। ਫਿਰ ਇਹ ਮੋਹ ਮਮਤਾ ਕਹੀ, ਦੁੱਖ ਸੁੱਖ ਕਿਹਾ। ਜ਼ਿੰਦਗੀ ਇੱਕ ਸਫ਼ਰ ਹੈ। ਅਸੀਂ ਸਭ ਸਫ਼ਰੀ ਲੋਕ ਹਾਂ। ਰਾਤ ਦੇ 12 ਵੱਜ ਰਹੇ ਨੇ। ਜੋਤੀ ਇੱਕ ਬਾਲੜੀ ਵਾਂਗ ਮੇਰੇ ਕੋਲ ਸਿਮਟੀ ਪਈ ਹੈ। ਕਿੱਡੀ ਗਹਿਰੀ ਨੀਂਦ ਸੌਂ ਰਹੀ ਹੈ। ਨਹੀਂ ਜਾਣਦੀ ਇਹ ਸਭ ਕੁਝ ਹਮੇਸ਼ਾ ਇਉਂ ਨਹੀਂ ਰਹਿਣਾ। ਅਤੇ ਜਤਿੰਦਰ ਨੇ ਘਬਰਾ ਕੇ ਡਾਇਰੀ ਬੰਦ ਕਰ ਦਿੱਤੀ। ਚਪੜਾਸੀ ਤੋਂ ਮੰਗਵਾ ਕੇ ਪਾਣੀ ਦਾ ਗਲਾਸ ਪੀਤਾ। ਖਿਆਲ ਆਇਆ, ਕੁਝ ਸਾਲ ਪਹਿਲਾਂ ਇਹਨਾਂ ਘਰਾਂ 'ਚ ਕਈ ਹੋਰ ਲੋਕ ਰਹਿੰਦੇ ਸਨ। ਕੁਝ ਸਾਲਾਂ ਨੂੰ ਇਹਨਾਂ ਘਰਾਂ 'ਚ ਕੋਈ ਹੋਰ ਲੋਕ ਰਹਿੰਦੇ ਹੋਣਗੇ। ਖੋ ਪਈ। ਮਨ ਕੀਤਾ ਨੇੜੇ ਦੇ ਹੋਟਲ ਵਿੱਚ ਜਾ ਕੇ ਸ਼ਰਾਬ ਪੀਵੇ। ਚਪੜਾਸੀ ਨੂੰ ਆਖਿਆ, ਜੇ ਕੋਈ ਪੁੱਛੇ ਤਾਂ ਆਖ ਦੇਈਂ ਤਬੀਅਤ ਖਰਾਬ ਸੀ, ਘਰ ਚਲੇ ਗਏ। ਗੌਤਮ ਵਾਲੀ ਡਾਇਰੀ ਹੱਥ 'ਚ ਫੜੀ ਉਹ ਦਫ਼ਤਰ ਦੀਆਂ ਪੌੜੀਆਂ ਉਤਰ ਆਇਆ। ਸਾਹਮਣੇ ਸੜਕ 'ਤੇ ਲੋਕ ਆ ਜਾ ਰਹੇ ਸਨ। ਇਹ ਸਭ ਕਿੱਧਰ ਨੂੰ ਆ ਜਾ ਰਹੇ ਨੇ, ਉਹਨੂੰ ਲੱਗਿਆ। ਅਸਮਾਨ ਵੱਲ ਤੱਕਿਆ। ਉਹ ਸਾਰੇ ਬੱਦਲ ਰਾਤ ਜੋ ਗਰਜ ਰਹੇ ਸਨ ਕਿੱਥੇ ਚਲੇ ਗਏ। ਉਹਨੂੰ ਹੋਟਲ ਵੱਲ ਤੁਰੇ ਜਾਂਦੇ ਨੂੰ ਖਿਆਲ ਆਇਆ, ਹੋਟਲ ਦੇ ਅੱਗੇ ਉਹੀ ਬੁੱਢਾ ਮੰਗਤਾ ਹੱਥ ਅੱਡੀ ਬੈਠਾ ਸੀ। ਜਤਿੰਦਰ ਨੇ 10 ਰੁਪਏ ਦਾ ਨੋਟ ਜੇਬ ਵਿੱਚੋਂ ਕੱਢ ਕੇ ਉਹਦੇ ਹੱਥ ਉੱਤੇ ਧਰ ਦਿੱਤਾ। ਉਹ ਹੈਰਾਨ ਪਰੇਸ਼ਾਨ ਹੋਇਆ ਜਤਿੰਦਰ ਵੱਲ ਵੇਖ ਰਿਹਾ ਸੀ ਕਿ ਇਹਨੂੰ ਅੱਜ ਕੀ ਹੋ ਗਿਆ। ਜਤਿੰਦਰ ਹੋਟਲ ਦੇ ਅੰਦਰ ਲੰਘ ਗਿਆ। ਕੋਨੇ ਵਾਲੀ ਖਾਲੀ ਮੇਜ਼ ਕੋਲ ਕੁਰਸੀ 'ਤੇ ਬੈਠ ਗਿਆ। ਬੈਰਾ ਪਾਣੀ ਦਾ ਗਲਾਸ ਰੱਖ ਗਿਆ। ਪਾਣੀ ਦਾ ਘੁੱਟ ਭਰਦੇ ਨੇ ਉਹਨੇ ਦੇਖਿਆ, ਪਰਾਂ ਇੱਕ ਪਾਸੇ ਵਾਲੇ ਮੇਜ਼ ਕੋਲ ਇੱਕ ਮੁੰਡਾ ਤੇ ਇੱਕ ਕੁੜੀ ਬੈਠੇ ਕੌਫੀ ਪੀ ਰਹੇ ਸਨ। ਮੁੰਡਾ ਕੋਈ ਗੱਲ ਕਰ ਰਿਹਾ ਸੀ ਅਤੇ ਕੁੜੀ ਬਿਨਾਂ ਹੀ ਗੱਲ 'ਤੇ ਹੱਸੀ ਜਾ ਰਹੀ ਸੀ, ਮੁਸਕਰਾਈ ਜਾ ਰਹੀ ਸੀ। ਉਹ ਇੰਨੇ ਖੁਸ਼ ਜਤਿੰਦਰ ਨੂੰ ਕੁਝ ਓਪਰੇ ਲੱਗੇ। ਖਿਆਲ ਆਇਆ, ਪਤਾ ਨਹੀਂ ਲੋਕ ਇੰਨੇ ਖੁਸ਼ ਕਿਵੇਂ ਹੁੰਦੇ ਨੇ। ਕੋਲ ਵਾਲੇ ਮੇਜ਼ ਕੋਲ ਕੁਰਸੀ 'ਤੇ ਬੈਠਾ ਇੱਕ ਬਜ਼ੁਰਗ ਕਿੰਨੇ ਚਿਰ ਤੋਂ ਅਖਬਾਰ ਪੜ੍ਹ ਰਿਹਾ ਸੀ ਅਤੇ ਕੋਲ ਪਈ ਚਾਹ ਉੱਤੇ ਸਿੱਕਰੀ ਆ ਗਈ ਸੀ। ਭਲਾ ਤੈਅ ਕੀ ਲੈਣਾ ਅਖਬਾਰ 'ਚੋਂ, ਜਤਿੰਦਰ ਨੇ ਮਨ 'ਚ ਆਖਿਆ ਅਤੇ ਸੋਚਿਆ। ਪਤਾ ਨਹੀਂ ਲੋਕ ਇੰਨਾ ਚਿਰ ਅਖਬਾਰ 'ਚੋਂ ਕੀ ਭਾਲਦੇ ਰਹਿੰਦੇ ਨੇ। ਨਾਲੇ ਅਖਬਾਰੀ ਖਬਰਾਂ ਦੇ ਤੁਹਾਨੂੰ ਪਤਾ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ। ਬਹਿਰਾ ਆਰਡਰ ਲੈਣ ਲਈ ਕੋਲ ਆ ਖੜੋਤਾ। ਵਿਸਕੀ, ਜਤਿੰਦਰ ਨੇ ਉਸ ਵੱਲ ਝਾਕ ਕੇ ਕਿਹਾ। ਉਹ ਮੁਸਕਰਾਉਂਦਾ ਚਲਾ ਗਿਆ, ਸ਼ਾਇਦ ਇਸ ਲਈ ਕਿ ਅਜਿਹੇ ਗਾਹਕ ਟਿਪ ਬਹੁਤ ਸਾਰੀ ਦੇ ਕੇ ਜਾਂਦੇ ਹੁੰਦੇ ਨੇ। ਇੰਨੇ ਨੂੰ ਇੱਕ ਨਵ ਵਿਆਹਿਆ ਜੋੜਾ ਹੋਟਲ ਦੇ ਅੰਦਰ ਵੜਿਆ। ਲਵੀ ਜਿਹੀ ਕਣਕ ਵੰਨੇ ਰੰਗ ਵਾਲੀ ਕੁੜੀ ਨੇ ਲਾਲ ਚੂੜਾ ਪਾਇਆ ਸੀ ਅਤੇ ਮੁੰਡੇ ਦੇ ਵਾਲ ਕੱਟੇ ਹੋਏ ਸਨ, ਪਰ ਦਾੜ੍ਹੀ ਥੋੜ੍ਹੀ ਥੋੜ੍ਹੀ ਰੱਖੀ ਸੀ। ਇਹਨਾਂ ਦਾ ਵਿਆਹ ਹੋਇਆ, ਫਿਰ ਬੱਚੇ ਹੋਣਗੇ, ਫਿਰ ਇਹ ਉਹਨਾਂ ਨੂੰ ਪਾਲਣਗੇ, ਪੜ੍ਹਾਉਣਗੇ, ਵਿਆਹੁਣਗੇ ਅਤੇ ਆਪ ਬੁੱਢੇ ਹੋ ਜਾਣਗੇ, ਫਿਰ ਮਰ ਜਾਣਗੇ। ਜਤਿੰਦਰ ਉਹਨਾਂ ਦੀ ਪੂਰੀ ਕਹਾਣੀ ਚਿੱਤ ਵਰਿਆ ਸੀ। ਕੁੜੀ ਨੇ ਚੂੜਾ ਪਾਇਆ ਹੋਇਆ, ਇਹਨਾਂ ਸਭ ਗੱਲਾਂ ਦੇ ਮਤਲਬ ਹੁੰਦੇ ਨੇ। ਜੋਤੀ ਨੇ ਚੂੜਾ ਨਹੀਂ ਨਾ ਪਾਇਆ, ਖਬਰੇ ਇਸੇ ਲਈ, ਉਹ ਸੋਚ ਰਿਹਾ ਸੀ। ਬਹਿਰਾ ਪੈਗ ਦੇ ਗਿਆ। ਇੱਕੋ ਸਾਹ ਪੀ ਕੇ ਗਲਾਸ ਮੇਜ਼ 'ਤੇ ਰੱਖ ਕੇ ਉਹ ਮੁੜ ਗੌਤਮ ਦੀ ਡਾਇਰੀ ਖੋਲ੍ਹ ਕੇ ਪੜ੍ਹਨ ਲੱਗ ਪਿਆ। ਸਭੋ ਕੁਝ ਇਸ ਡਾਇਰੀ 'ਚ ਗੌਤਮ ਦਾ ਆਪਣਾ ਲਿਖਿਆ ਹੋਇਆ ਨਹੀਂ ਸੀ, ਸਗੋਂ ਬਹੁਤ ਕੁਝ ਨਾ ਜਾਣੇ ਕਿੱਥੋਂ ਕਿੱਥੋਂ ਨੋਟ ਕੀਤਾ ਹੋਇਆ ਸੀ। ਉਹ ਕੁਝ ਜੋ ਗੌਤਮ ਨੂੰ ਚੰਗਾ ਲੱਗਿਆ ਸੀ ਜਾਂ ਜੋ ਉਹਨੇ ਯਾਦ ਰੱਖਣਾ ਚਾਹਿਆ ਸੀ। ਇਸ ਵੇਲੇ ਜਿਹੜਾ ਵਰਕਾ ਖੁੱਲ੍ਹਿਆ, ਉਸ ਉੱਪਰ ਲਿਖਿਆ। ਜਤਿੰਦਰ ਪੜ੍ਹਦਾ ਗਿਆ। ਪੜ੍ਹਦਿਆਂ ਪੜ੍ਹਦਿਆਂ ਅੱਖਰ ਜਿਵੇਂ ਧੁੰਦਲੇ ਹੋਣ ਲੱਗੇ। ਉਹ ਐਨਕ ਉਤਾਰ ਕੇ ਰੁਮਾਲ ਨਾਲ ਸਾਫ਼ ਕਰਨ ਲੱਗ ਪਿਆ। ਅੱਖਾਂ ਝਪਕੀਆਂ। ਸੱਚੀ ਸਭ ਕੁਝ ਧੁੰਦਲਾ ਧੁੰਦਲਾ ਨਜ਼ਰ ਆਇਆ। ਗਲਾਸ ਖਾਲੀ ਦੇਖ ਬਹਿਰਾ ਹੋਰ ਪੁੱਛਣ ਆ ਗਿਆ।
ਹਾਂ ਲਿਆ ਦੇ। ਆਖੋ ਉਸ ਅਧਖੜ ਜਿਹੇ ਬਹਿਰੇ ਬਾਰੇ ਹੀ ਸੋਚਣ ਲੱਗ ਪਿਆ ਕਿ ਕੀ ਇਹ ਸਾਰੀ ਜ਼ਿੰਦਗੀ ਇਉਂ ਹੀ ਕੱਟ ਦੇਗਾ। ਇਹ ਲੋਕ ਕਾਹਦੇ ਆਸਰੇ ਜਿਉਂਦੇ ਨੇ। ਪਰ ਨਹੀਂ, ਘਰ ਦੀ ਵਹੁਟੀ ਹੋਏਗੀ। ਜਿਹੜੀ ਸੋਚਦਿਆਂ ਉਹਨੂੰ ਜੋਤੀ ਦਾ ਖਿਆਲ ਆ ਗਿਆ। ਉੱਠ ਖੜ੍ਹਾ ਹੋਇਆ। ਰਾਹ ਵਿੱਚ ਬਹਿਰੇ ਤੋਂ ਗਲਾਸ ਫੜ ਲਿਆ। ਕਾਊਂਟਰ ਕੋਲ ਖੜੋ ਕੇ ਇੱਕੋ ਸਾਹ ਮੁਕਾ ਦਿੱਤਾ ਅਤੇ ਬਿੱਲ ਦੇਣ ਲਈ ਪੈਂਟ ਦੀ ਜੇਬ ਵਿੱਚੋਂ ਬਟੂਆ ਕੱਢਿਆ। ਪੈਸੇ ਦੇਣ ਲੱਗਿਆ ਉਹਨੇ ਦੇਖਿਆ ਬਟੂਏ 'ਚ ਪਤਾ ਨਹੀਂ ਕਦੋਂ ਉਹਨੇ ਜੋਤੀ ਦੀ ਫੋਟੋ ਰੱਖੀ ਸੀ ਅਤੇ ਫੋਟੋ ਵਿਚਲੀ ਜੋਤੀ ਬਿੱਟ ਬਿੱਟ ਉਹਦੇ ਵੱਲ ਝਾਕ ਰਹੀ ਸੀ। ਪੈਸੇ ਦੇ ਦਿੱਤੇ, ਬਾਕੀ ਦੇ ਵੀ ਉਹਨੇ ਨਹੀਂ ਲਏ। ਬਹਿਰੇ ਲਈ ਛੱਡ ਆਇਆ ਅਤੇ ਕਾਹਲੀ ਨਾਲ ਹੋਟਲ 'ਚੋਂ ਬਾਹਰ ਆ ਗਿਆ। ਮੁੜ ਕੇ ਫਿਰ ਅੰਦਰ ਗਿਆ। ਡਾਇਰੀ ਦਾ ਉਹ ਕਾਊਂਟਰ ਉੱਪਰ ਹੀ ਭੁੱਲ ਆਇਆ ਸੀ। ਫਿਰ ਉਹ ਘਰ ਵੱਲ ਨੂੰ ਤੁਰ ਪਿਆ। ਪਤਾ ਨਹੀਂ ਕਿਉਂ ਉਹਦਾ ਜੀਅ ਬੜਾ ਕਾਹਲਾ ਪੈ ਰਿਹਾ ਸੀ। ਸੋਚਣ ਲੱਗਿਆ, ਜੋਤੀ ਨੂੰ ਆਖਾਂਗਾ ਤੂੰ ਜੋ ਮਰਜ਼ੀ ਕਰ ਲਿਆ ਕਰ, ਅੱਗੇ ਤੋਂ ਮੈਂ ਤੈਨੂੰ ਕੁਝ ਨਹੀਂ ਆਖਾਂਗਾ। ਰਸਤੇ 'ਚ ਪੋਸਟ ਆਫਿਸ ਤੋਂ ਇੱਕ ਲਿਫਾਫਾ ਲਿਆ ਅਤੇ ਉੱਥੇ ਖੜ੍ਹੇ ਹੋ ਕੇ ਆਪਣੀ ਮਾਂ ਨੂੰ ਖੱਤ ਲਿਖਿਆ। ਅਸੀਂ ਠੀਕ ਠਾਕ ਹਾਂ ਅਤੇ ਅੱਗੋਂ ਉਹਨੂੰ ਸਮਝ ਨਾ ਲੱਗੇ ਕੀ ਲਿਖੇ। ਹਾਰ ਕੇ ਇੰਨਾ ਲਿਖ ਕੇ ਖੱਤ ਪਾ ਦਿੱਤਾ। ਖਿਆਲ ਆਇਆ ਜੋਤੀ ਅਗਰ ਘਰ ਨਾ ਹੋਈ ਵਕਤ ਤੋਂ ਪਹਿਲਾਂ ਜੋ ਜਾ ਰਿਹਾ, ਪਰ ਨਹੀਂ, ਉਹ ਮੈਨੂੰ ਛੱਡ ਕੇ ਕਿਧਰੇ ਨਹੀਂ ਜਾ ਸਕਦੀ। ਮੈਂ ਉਹਨੂੰ ਨਹੀਂ ਜਾਣ ਦਿਆਂਗਾ। ਸੋਚਦਾ ਉਹ ਗੱਲ ਨੂੰ ਕਿੱਧਰ ਦੀ ਕਿੱਧਰ ਲੈ ਗਿਆ। ਰਾਹ ਵਿੱਚੋਂ ਹੀ ਉਹ ਕਲੱਬ ਵੱਲ ਨੂੰ ਮੁੜ ਪਿਆ। ਇੱਕ ਦੋ ਪੈਗ ਪੀ ਕੇ ਪਾਰ ਜਾਵਾਂਗਾ ਸੋਚਿਆ। ਕਲੱਬ ਬੈਠੇ ਨੇ ਇੰਟਰਨੈਸ਼ਨਲ ਕਮਿਊਨੀਕੇਸ਼ਨ ਦੇ ਦਫ਼ਤਰ ਨੂੰ ਫੋਨ ਕੀਤਾ। ਉਹਨਾਂ ਪਹਿਲੇ ਲੰਡਨ ਕਾਲ ਕੀਤੀ, ਉੱਥੋਂ ਬਿੱਲੂ ਦੇ ਅੰਕਲ ਦੇ ਘਰ। ਬਿੱਲੂ ਠੀਕ ਠਾਕ ਹੈ, ਪਰ ਤੁਸੀਂ ਕੌਣ ਹੋ? ਬਿੱਲੂ ਦਾ ਅੰਕਲ ਪੁੱਛ ਰਿਹਾ ਸੀ। ਮੈਂ ਕੋਈ ਨਹੀਂ। ਜੋਤੀ ਬਿੱਲੂ ਦਾ ਹਾਲ ਜਾਣਨਾ ਚਾਹੁੰਦੀ ਹੈ, ਜਤਿੰਦਰ ਨੇ ਆਖਿਆ ਸੀ ਅਤੇ ਸੋਚਿਆ ਜੋਤੀ ਨੂੰ ਜਦੋਂ ਦੱਸਾਂਗਾ ਕਿੱਡੀ ਖੁਸ਼ ਹੋਏਗੀ। ਜੇ ਕੋਈ ਮੁੜ ਕੇ ਫੋਨ ਕਰੇ ਤਾਂ ਆਖ ਦਿਓ ਇੱਥੇ ਫੋਨ ਕਰਨ ਦੀ ਲੋੜ ਨਹੀਂ, ਬਿੱਲੂ ਦੀ ਆਂਟੀ ਨੇ ਉਹਦੇ ਅੰਕਲ ਨੂੰ ਪਿੱਛੋਂ ਆਖਿਆ ਸੀ। ਬਿੱਲੂ ਦੇ ਸਾਹਮਣੇ ਇਹ ਸਭ ਗੱਲਾਂ ਹੋਈਆਂ ਸਨ। ਉਹ ਲਾਈਟਾਂ ਬੁੱਝ ਜਾਣ ਮਗਰੋਂ ਅਤੇ ਸਭ ਦੇ ਸੌਂ ਜਾਣ ਮਗਰੋਂ ਸਿਰਹਾਣੇ 'ਚ ਮੂੰਹ ਦੇ ਕੇ ਰੋਇਆ ਸੀ ਅਤੇ ਰੋਂਦਾ ਰੋਂਦਾ ਹੀ ਸੌਂ ਗਿਆ ਸੀ। ਉਸ ਦਿਨ ਕਾਫੀ ਲੇਟ ਜਤਿੰਦਰ ਘਰ ਪਹੁੰਚਿਆ। ਉਹਦੀ ਨਜ਼ਰ ਬਾਰੀ ਵੱਲ ਗਈ ਜਿੱਥੇ ਜੋਤੀ ਖੜ੍ਹੀ ਸੀ ਜਦੋਂ ਦਫ਼ਤਰ ਨੂੰ ਗਿਆ ਸੀ। ਜੋਤੀ ਦੀ ਸ਼ਕਲ ਯਾਦ ਆਈ, ਖੂਬਸੂਰਤ ਪਰ ਕੁਮਲਾਈ ਜਿਹੀ। ਜੋਤੀ, ਜੋਤੀ। ਕੋਈ ਜਵਾਬ ਨਹੀਂ ਆਇਆ। ਅੰਦਰ ਲੰਘ ਕੇ ਉਹ ਸੌਣ ਵਾਲੇ ਕਮਰੇ 'ਚ ਗਿਆ। ਜੋਤੀ ਚਿੱਟੀ ਚਾਦਰ ਲਈ ਸੁੱਤੀ ਪਈ ਸੀ। ਜੋਤੀ। ਜਤਿੰਦਰ ਨੇ ਉਹਦੇ ਮੱਥੇ ਉੱਤੇ ਹੱਥ ਰੱਖ ਕੇ ਬੁਲਾਇਆ, ਪਰ ਕੋਈ ਸੁਰਤ ਨਹੀਂ ਸੀ ਜੋਤੀ ਨੂੰ। ਜਤਿੰਦਰ ਨੇ ਘਬਰਾ ਕੇ ਆਲੇ ਦੁਆਲੇ ਵੇਖਿਆ। ਪਾਣੀ ਦੇ ਖਾਲੀ ਗਲਾਸ ਹੇਠਾਂ ਇੱਕ ਲਿਫਾਫਾ ਪਿਆ ਸੀ, ਕੋਲ ਨੀਂਦ ਦੀਆਂ ਗੋਲੀਆਂ ਦੀ ਖਾਲੀ ਸ਼ੀਸ਼ੀ। ਲਿਫਾਫਾ ਚੁੱਕ ਕੇ ਜਤਿੰਦਰ ਨੇ ਪੈਂਟ ਦੀ ਜੇਬ 'ਚ ਪਾ ਲਿਆ। ਅਜੇ ਪੜ੍ਹਨ ਦਾ ਟਾਈਮ ਨਹੀਂ ਸੀ। ਉਹਨੇ ਜੋਤੀ ਨੂੰ ਝੰਜੋੜਿਆ, ਫਿਰ ਛਾਤੀ 'ਤੇ ਹੱਥ ਰੱਖ ਕੇ ਵੇਖਿਆ। ਅਜੇ ਸਾਹ ਚੱਲ ਰਹੇ ਸਨ। ਉਹਨੇ ਹਸਪਤਾਲ ਨੂੰ ਫੋਨ ਕੀਤਾ ਅਤੇ ਆਪਣਾ ਪਤਾ ਦੱਸਿਆ ਅਤੇ ਨਾਲੇ ਆਖਿਆ ਕਿ ਐਮਰਜੈਂਸੀ ਹੈ, ਛੇਤੀ ਐਂਬੂਲੈਂਸ ਲੈ ਕੇ ਪਹੁੰਚੋ। ਬੜੀ ਛੇਤੀ ਐਂਬੂਲੈਂਸ ਪਹੁੰਚ ਗਈ। ਸਟ੍ਰੈਚਰ 'ਤੇ ਪਾ ਕੇ ਜੋਤੀ ਨੂੰ ਹੇਠਾਂ ਉਤਾਰਿਆ ਗਿਆ ਅਤੇ ਐਂਬੂਲੈਂਸ ਵਿੱਚ ਚਾੜ੍ਹਿਆ ਗਿਆ। ਬੇਹੋਸ਼ ਪਈ ਜੋਤੀ ਦਾ ਹੱਥ ਆਪਣੇ ਹੱਥ ਵਿੱਚ ਫੜੀ ਜਤਿੰਦਰ ਉਹਦੇ ਕੋਲ ਬੈਠਾ ਉਹਦੇ ਮੂੰਹ ਵੱਲ ਤੱਕ ਰਿਹਾ ਸੀ। ਹਸਪਤਾਲ ਪਹੁੰਚ ਕੇ ਜੋਤੀ ਨੂੰ ਉਹਦੇ ਅੰਦਰੋਂ ਜ਼ਹਿਰ ਧੋਣ ਲਈ ਅੰਦਰ ਲੈ ਗਏ ਅਤੇ ਜਤਿੰਦਰ ਬਾਹਰ ਰਹਿ ਗਿਆ। ਘੰਟਾ ਬੀਤ ਗਿਆ, 2 ਘੰਟੇ ਬੀਤ ਗਏ। ਉਹ ਚੌਂਕ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਂਦੇ ਡਾਕਟਰਾਂ, ਕੰਪਾਊਂਡਰਾਂ ਵੱਲ ਹਿਰਾਸੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਇੱਕ ਵਾਰੀ ਵੱਡਾ ਡਾਕਟਰ ਬਾਹਰ ਆਇਆ। ਸ਼ਾਇਦ ਉਹਦਾ ਫੋਨ ਆਇਆ ਸੀ ਉਹ ਸੁਣਨ। ਡਾਕਟਰ ਸਾਹਿਬ, ਕਿਵੇਂ ਨਾ ਕਿਵੇਂ ਬਚਾ ਲਓ ਉਹਨੂੰ, ਜਤਿੰਦਰ ਨੇ ਜਿਵੇਂ ਤਰਲੇ ਨਾਲ ਆਖਿਆ। ਡਾਕਟਰ ਨੇ ਕੋਈ ਉੱਤਰ ਨਹੀਂ ਦਿੱਤਾ। ਜੋਤੀ। ਜਤਿੰਦਰ ਨੇ ਮਨ ਹੀ ਮਨ ਕਈ ਵਾਰੀ ਜੋਤੀ ਨੂੰ ਆਵਾਜ਼ਾਂ ਦਿੱਤੀਆਂ। ਫਿਰ ਅੱਖਾਂ ਭਰ ਆਈਆਂ ਉਹਦੀਆਂ। ਅੱਖਾਂ ਪੂੰਝਣ ਲਈ ਜੇਬ 'ਚੋਂ ਰੁਮਾਲ ਕੱਢਣ ਲੱਗੇ ਤਾਂ ਲਿਫਾਫਾ ਰੜਕਿਆ। ਯਾਦ ਆਇਆ ਪਾਣੀ ਦੇ ਖਾਲੀ ਗਲਾਸ ਕੋਲੇ ਲਿਫਾਫਾ ਪਿਆ ਸੀ। ਲਾਈਟ ਦੇ ਨੇੜੇ ਜਾ ਕੇ ਖੋਲ੍ਹਿਆ। 2 ਖੱਤ ਸਨ। ਪਹਿਲਾ ਖੱਤ ਬਿੱਲੂ ਦੇ ਨਾਮ ਸੀ। ਲਿਖਿਆ ਸੀ, ਮੇਰੇ ਬਿੱਲੂ, ਤੂੰ ਸੋਚਦਾ ਹੋਏਗਾ ਮੈਂ ਤੇਰੀ ਕਿਹੋ ਜਿਹੀ ਮਾਂ, ਪਰ ਬੇਟੇ ਅਜੇ ਤੂੰ ਇਹ ਗੱਲਾਂ ਨਹੀਂ ਸਮਝ ਸਕੇਂਗਾ, ਪਰ ਸ਼ਾਇਦ ਕਦੇ ਸਮਝ ਸਕੇ ਕਿ ਤੂੰ ਮੈਨੂੰ ਬਹੁਤ ਯਾਦ ਆਉਣਾ ਹੈ। ਮੈਂ ਤੈਨੂੰ ਬੁੱਕਲ 'ਚ ਲੈ ਕੇ ਪਿਆਰ ਕਰਨਾ ਚਾਹੁੰਦੀ ਹਾਂ। ਮੈਂ ਤੇਰੀ ਸ਼ਕਲ ਦੇਖਣ ਨੂੰ ਵੀ ਤਰਸ ਗਈ ਹਾਂ। ਬਿੱਲੂ, ਮਾਨੀ ਮਨ ਮੈਂ ਕਿੰਨੀ ਵਾਰੀ ਤੇਰੇ ਨਾਲ ਗੱਲਾਂ ਕਰਦੀ ਹਾਂ, ਤੇਰੇ ਪਾਪਾ ਨਾਲ ਵੀ ਗੱਲਾਂ ਕਰਦੀ ਹਾਂ, ਰੋ ਕੇ ਉਹਨੂੰ ਦੱਸਦੀ ਹਾਂ ਆਪਣਾ ਇੱਕ ਘਰ ਹੁੰਦਾ ਸੀ,
ਜਿਹਦੇ ਵਿਹੜੇ 'ਚ ਅੰਬਾਂ ਦੇ ਦਰਖਤ ਸਨ। ਆਪਣਾ ਇੱਕ ਬਿੱਲੂ ਹੁੰਦਾ ਸੀ ਕਿ ਆਪਣੇ ਘਰ ਉੱਤੇ ਬੰਬ ਡਿੱਗਿਆ ਸੀ। ਆਪਾਂ ਸਾਰੇ ਜਿਵੇਂ ਟੁਕੜੇ ਟੁਕੜੇ ਹੋ ਕੇ ਬਿਖਰ ਗਏ ਹੋਈਏ। ਇੱਕ ਜਤਿੰਦਰ ਹੈ, ਮੇਰੇ ਟੁਕੜੇ ਜੋੜਦਾ ਖੁਦ ਟੁੱਟ ਗਿਆ। ਬਿੱਲੂ, ਮੈਂ ਨਹੀਂ ਕਹਿੰਦੀ ਤੂੰ ਮੈਨੂੰ ਮਾਫ਼ ਕਰ ਦੇਈਂ। ਮਾਫ਼ ਤਾਂ ਮੈਂ ਖੁਦ ਵੀ ਆਪਣੇ ਆਪ ਨੂੰ ਨਹੀਂ ਕਰ ਸਕੀ। ਮੈਂ ਆਪਣੇ ਆਪ ਨੂੰ ਮਾਫ਼ ਕਰਨਾ ਚਾਹੁੰਦੀ ਵੀ ਨਹੀਂ। ਬਿੱਲੂ, ਮੈਨੂੰ ਸਾਡੇ ਪਿੰਡ ਦੀ ਇੱਕ ਬੜੀ ਪੁਰਾਣੀ ਗੱਲ ਯਾਦ ਆ ਰਹੀ ਹੈ। ਇੱਕ ਔਰਤ ਆਪਣੇ ਬੱਚੇ ਨੂੰ ਔਲੂ ਵਿੱਚ ਨੁਹਾ ਰਹੀ ਸੀ। ਕਿਸੇ ਨੇ ਆ ਕੇ ਦੱਸਿਆ, ਸੱਥ 'ਚ ਲੜਾਈ ਹੋ ਪਈ, ਤੇਰਾ ਤਾਂ ਆਦਮੀ ਮਾਰਤਾ। ਉਹ ਬੱਚੇ ਨੂੰ ਉੱਥੇ ਹੀ ਛੱਡ ਘਬਰਾ ਕੇ ਸੱਥ ਵੱਲ ਨੂੰ ਭੱਜੀ। ਸੱਚੀ ਉਹਦਾ ਆਦਮੀ ਮਾਰਿਆ ਪਿਆ ਸੀ। ਰੋਂਦੀ ਪਿੱਟਦੀ ਨੂੰ ਬੱਚਾ ਯਾਦ ਆਇਆ। ਖੂਹ ਵੱਲ ਨੂੰ ਨੱਠੀ ਜਾਂਦੀ ਨੂੰ ਬੱਚਾ ਔਲੂ 'ਚ ਡੁੱਬ ਕੇ ਮਰ ਗਿਆ ਸੀ। ਬਿੱਲੂ, ਕੀ ਉਹ ਔਰਤ ਆਪਣੇ ਆਪ ਨੂੰ ਕਦੇ ਮਾਫ਼ ਕਰ ਸਕੇਗੀ? ਕੀ ਉਹਦੇ ਦੁੱਖ ਨੂੰ ਕਦੇ ਕੋਈ ਜਾਣ ਸਕੇਗਾ? ਤੂੰ ਵੀ ਅਜੇ ਸਭ ਕੁਝ ਨਹੀਂ ਸਮਝ ਸਕੇਗਾ। ਜੀ ਕਰਦਾ ਇੱਕ ਵਾਰੀ ਤੈਨੂੰ ਵੇਖ ਸਕਾਂ, ਬਸ ਇੱਕੋ ਵਾਰੀ ਤੈਨੂੰ ਘੁੱਟ ਕੇ ਕਾਲਜੇ ਨਾਲ ਲਾ ਸਕਾਂ। ਬਿੱਲੂ, ਇੱਕ ਤੇਰਾ ਡੈਡੀ ਹੁੰਦਾ ਸੀ, ਤੈਨੂੰ ਯਾਦ ਹੈ ਨਾ? ਉਹ ਚੰਗਾ ਭਲਾ ਇੱਕ ਦਿਨ ਘਰੋਂ ਕਾਲਜ ਗਿਆ ਸੀ, ਮੁੜ ਕੇ ਮੂੰਹ ਦੇਖਣਾ ਨਸੀਬ ਨਹੀਂ ਸੀ ਹੋਇਆ। ਮੈਂ ਬੌਂਦਲ ਗਈ ਸੀ ਬਿੱਲੂ। ਮੈਂ ਜਿਵੇਂ ਇਸ ਸੱਚ ਤੋਂ ਮੁਨਕਰ ਹੋਣਾ ਚਾਹੁੰਦੀ ਸੀ ਕਿ ਗੌਤਮ ਹੁਣ ਕਿਧਰੇ ਨਹੀਂ। ਸ਼ਾਇਦ ਮੈਨੂੰ ਲੱਗਿਆ ਜਤਿੰਦਰ ਵਿੱਚ ਕਿਧਰੇ ਗੌਤਮ ਹੈ, ਪਰ ਜਤਿੰਦਰ ਹੋਰ ਸਭ ਕੁਝ ਸੀ, ਉਹ ਗੌਤਮ ਨਹੀਂ ਸੀ। ਅਤੇ ਉਹ ਵੀ ਨਾ ਜਾਣੇ ਮੈਨੂੰ ਕੌਣ ਸਮਝ ਬੈਠਾ ਸੀ ਅਤੇ ਮੈਂ ਉਹ ਨਹੀਂ ਸੀ। ਗੌਤਮ ਨੂੰ ਮੈਂ ਇੰਨਾ ਪਿਆਰ ਨਾ ਕਰਦੀ ਹੁੰਦੀ ਤਾਂ ਮੈਂ ਉਹਦੀ ਮੌਤ ਜਰ ਲੈਂਦੀ, ਪਰ ਮੈਂ ਜਰ ਨਹੀਂ ਸੀ ਸਕੀ। ਉਹਨੂੰ ਟੋਲਣ ਤੁਰ ਪਈ ਅਤੇ ਫਿਰ ਜਿਵੇਂ ਸੁਪਨੇ ਵਿੱਚ ਹੀ ਤੁਰਦੀ ਗਈ। ਕਿਤੇ ਦੀ ਕਿਤੇ ਪਹੁੰਚ ਗਈ। ਤੂੰ ਵੀ ਕਿਧਰੇ ਗੁਆਚ ਗਿਆ। ਮੈਂ ਆਪ ਹੀ ਸ਼ਾਇਦ ਕਿਸੇ ਹੋਰ ਰਾਹ ਚਲੀ ਗਈ। ਤੂੰ ਆਵਾਜ਼ਾਂ ਵੀ ਦਿੱਤੀਆਂ ਹੋਣਗੀਆਂ, ਮੈਨੂੰ ਸੁਣੀਆਂ ਨਹੀਂ ਉਦੋਂ, ਪਰ ਹੁਣ ਜਦੋਂ ਤੂੰ ਆਵਾਜ਼ਾਂ ਨਹੀਂ ਦਿੰਦਾ, ਮੈਨੂੰ ਤੇਰੀਆਂ ਹਾਕਾਂ ਸੁਣਦੀਆਂ ਰਹਿੰਦੀਆਂ ਨੇ। ਬਿੱਲੂ, ਤੂੰ ਮੇਰੇ ਢਿੱਡ ਦੀ ਆਂਦਰਸ ਹੈ। ਮੈਂ ਕਦੇ ਆਪਣੇ ਆਪ ਨੂੰ ਮਾਫ਼ ਨਹੀਂ ਕੀਤਾ। ਪਿਓ ਤੇਰਾ ਮਰ ਕੇ ਗੁਆਚਿਆ ਸੀ ਅਤੇ ਮਾਂ ਜਿਉਂਦੀ ਮਰ ਗਈ। ਸਰਦੀਆਂ ਵਿੱਚ ਤੇਰੇ ਪੈਰ ਠਰ ਜਾਂਦੇ ਹੁੰਦੇ ਸੀ ਅਤੇ ਸੌਣ ਵੇਲੇ ਮੈਂ ਆਪਣੇ ਹੱਥਾਂ 'ਚ ਲੈ ਕੇ ਗਰਮ ਕਰਦੀ ਹੁੰਦੀ ਸੀ, ਨਾਲੇ ਤੈਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਸੁਣਿਆ ਵਲੈਤ ਤਾਂ ਬਹੁਤ ਠੰਡ ਪੈਂਦੀ ਹੈ, ਤੇਰੇ ਪੈਰ ਹੁਣ ਵੀ ਠਰ ਜਾਂਦੇ ਹੋਣਗੇ। ਕਦੇ ਕਦੇ ਮੈਂ ਸੋਚਦੀ ਹਾਂ, ਇੰਨੇ ਚਿਰ ਵਿੱਚ ਤੂੰ ਕਿੰਨਾ ਕੁ ਵੱਡਾ ਹੋ ਗਿਆ ਹੋਏਗਾ। ਕਦੇ ਲੱਗਦਾ ਜਿਵੇਂ ਹੁਣੇ ਤੂੰ ਬੂਹੇ 'ਚ ਆ ਕੇ ਆਵਾਜ਼ ਦੇਏਗਾ, ਮੰਮੀ ਮੈਂ ਆ ਗਿਆ। ਤੂੰ ਆਖਦਾ ਹੁੰਦਾ ਸੀ ਜਦੋਂ ਤੂੰ ਵੱਡਾ ਹੋ ਗਿਆ ਲੇਖਕ ਬਣੇਗਾ, ਕਿਉਂਕਿ ਤੈਨੂੰ ਆਪਣੇ ਡੈਡੀ ਦਾ ਉਹ ਦੋਸਤ ਚੰਗਾ ਲੱਗਦਾ ਸੀ ਜਿਹੜਾ ਕਿਤਾਬਾਂ ਲਿਖਦਾ ਸੀ ਅਤੇ ਤੇਰੇ ਡੈਡੀ ਨੂੰ ਆਪਣੀ ਹਰ ਇੱਕ ਨਵੀਂ ਕਿਤਾਬ ਦੇ ਕੇ ਜਾਂਦਾ ਹੁੰਦਾ ਸੀ। ਜਦੋਂ ਤੂੰ ਲੇਖਕ ਬਣ ਗਿਆ, ਤੂੰ ਬੇਸ਼ੱਕ ਆਪਣੀ ਕਿਤਾਬ ਵਿੱਚ ਲਿਖ ਦੇਈਂ ਕਿ ਮਾਂ ਸਿਰਫ ਇੱਕ ਅਜਿਹਾ ਬੂਟਾ ਹੀ ਨਹੀਂ ਹੁੰਦੀ ਜਿਹੜਾ ਫੁੱਲਾਂ ਦੇ ਮੁਰਝਾ ਜਾਂਦਾ, ਸਗੋਂ ਅਜਿਹੀਆਂ ਮਾਵਾਂ ਵੀ ਹੁੰਦੀਆਂ ਨੇ ਜੋ ਫੁੱਲਾਂ ਨੂੰ ਛੱਡ ਕੇ ਕਿਧਰੇ ਚਲੀਆਂ ਜਾਂਦੀਆਂ ਨੇ। ਬਿੱਲੂ, ਜਦੋਂ ਤੂੰ ਵੱਡਾ ਹੋ ਗਿਆ, ਫਿਰ ਤੇਰਾ ਵਿਆਹ ਹੋਏਗਾ, ਤੇਰੀ ਵਹੁਟੀ ਆਏਗੀ। ਮੈਂ ਆਪਣੀ ਹੱਥੀਂ ਉਸ ਉੱਪਰ ਦੀ ਪਾਣੀ ਵਾਰਨਾ ਸੀ। ਜੱਦੀ ਪੁਸ਼ਤੀ ਨੱਥ ਮਛਲੀ ਪਰੀਬੰਦ ਅਤੇ ਰਾਣੀ ਹਾਰੋ ਨੂੰ ਦੇਣਾ ਸੀ। ਪਰ ਹਾਂ, ਤੇਰੀ ਆਂਟੀ ਅਤੇ ਤੇਰੇ ਅੰਕਲ ਬੜੇ ਚੰਗੇ ਨੇ, ਤੂੰ ਉਹਨਾਂ ਦੇ ਆਖੇ ਲੱਗਿਆ ਕਰੀਂ, ਕਿਸੇ ਗੱਲੋਂ ਜਿੱਦ ਨਹੀਂ ਕਰੀਦੀ। ਬਿੱਲੂ, ਮੈਨੂੰ ਮਾਫ਼ ਕਰ ਦੇਈਂ। ਮੇਰੇ ਲਈ ਤੇਰੇ ਮਨ 'ਚ ਜੋ ਕਲੇਸ਼ ਹੈ, ਉਸ ਤੋਂ ਮੁਕਤ ਹੋ ਜਾਈਂ। ਮੇਰੀ ਬਦਨਸੀਬੀ ਮੇਰੇ ਤੱਕ ਹੀ ਰਹਿਣ ਦੇਈਂ। ਬਿੱਲੂ, ਜੇ ਕਦੇ ਸਮਾਂ ਪੁੱਠਾ ਗਿੜ ਸਕਦਾ ਹੁੰਦਾ, ਮੈਂ ਇੱਕ ਵਾਰੀ ਆਪਣਾ ਘਰ ਵੇਖਣਾ ਚਾਹੁੰਦੀ ਹਾਂ, ਜਿੱਥੇ ਤੂੰ ਸੀ, ਤੇਰਾ ਡੈਡੀ ਸੀ, ਵਿਹੜੇ 'ਚ ਅੰਬਾਂ ਦੇ ਦਰਖਤ ਸਨ। ਉਸ ਘਰ ਦੇ ਹੇਠਾਂ ਧਰਤੀ ਵੀ ਸੀ ਅਤੇ ਉੱਪਰ ਅਸਮਾਨ ਵੀ ਸੀ। ਬਿੱਲੂ, ਇਹ ਕਿਸ ਜਨਮ ਦਾ ਸਰਾਪ ਹੈ ਕਿ ਹੁਣ ਨਾ ਮੇਰੇ ਪੈਰਾਂ ਹੇਠ ਧਰਤੀ ਹੈ ਅਤੇ ਨਾ ਹੀ ਸਿਰ ਉੱਤੇ ਅਸਮਾਨ। ਤੂੰ ਆਖਿਆ ਸੀ, ਮੰਮੀ ਮੈਂ ਵੱਡਾ ਹੋ ਜਾਵਾਂਗਾ। ਹਾਂ, ਤੂੰ ਆਖਿਆ ਸੀ, ਪਰ ਮੈਨੂੰ ਹੀ ਨਹੀਂ ਸੀ ਸੁਣਿਆ। ਤੂੰ ਜ਼ਰੂਰ ਸੋਚਦਾ ਹੋਏਗਾ, ਕਿਹੋ ਜਿਹੀ ਸੀ ਮੇਰੀ ਮੰਮੀ। ਦੂਸਰੇ ਬੱਚੇ ਜਦੋਂ ਆਪਣੀਆਂ ਮਾਵਾਂ ਦੀਆਂ ਗੱਲਾਂ ਕਰਦੇ ਹੋਣਗੇ, ਕੀ ਤੂੰ ਕੁਝ ਨਹੀਂ ਬੋਲਦਾ? ਕੀ ਤੂੰ ਆਖ ਦਿੰਦਾ ਮੇਰੀ ਮੰਮੀ ਮਰ ਗਈ ਹੈ? ਹਾਂ, ਤੇਰੀ ਮੰਮੀ ਮਰ ਗਈ ਹੈ। ਬਿੱਲੂ, ਜਿਹੜੀ ਇੱਕ ਦਿਨ ਜਦੋਂ ਤੈਨੂੰ ਘਰ ਛੱਡ ਕੇ ਕਿਸੇ ਕੰਮ ਚੰਡੀਗੜ੍ਹ ਗਈ ਸੀ,
ਤਾਂ ਤੂੰ ਸਾਰਾ ਦਿਨ ਕੁਝ ਨਹੀਂ ਸੀ ਖਾਧਾ ਪੀਤਾ। ਬਿੱਲੂ, ਤੇਰੇ ਅੰਕਲ ਜਤਿੰਦਰ ਦਾ ਇਸ 'ਚ ਕੋਈ ਕਸੂਰ ਨਹੀਂ। ਉਹ ਸੱਚਮੁੱਚ ਹੀ ਬੜੇ ਚੰਗੇ ਨੇ। ਉਹਨਾਂ ਸੱਚਮੁੱਚ ਹੀ ਚਾਹਿਆ ਸੀ ਮੇਰੀ ਮਦਦ ਕਰ ਸਕਣ, ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਲਈ ਕੋਈ ਵੀ ਕੁਝ ਨਹੀਂ ਕਰ ਸਕਦਾ ਹੁੰਦਾ, ਰੱਬ ਵੀ ਨਹੀਂ। ਬਿੱਲੂ, ਅਗਲੇ ਜਨਮ 'ਚ ਜੇ ਕੋਈ ਅਗਲਾ ਜਨਮ ਹੁੰਦਾ ਹੈ, ਮੈਂ ਚਾਹਾਂਗੀ ਤੂੰ ਮੁੜ ਕੇ ਮੈਨੂੰ ਮਿਲ ਜਾਏ, ਪਰ ਤੂੰ ਸ਼ਾਇਦ ਨਾ ਚਾਹੇ। ਹੁਣ ਮੈਨੂੰ ਭੁੱਲ ਜਾਈਂ, ਜਿਵੇਂ ਤੇਰੀ ਮੰਮੀ ਕਦੇ ਕੋਈ ਹੈ ਹੀ ਨਹੀਂ ਸੀ, ਜਿਵੇਂ ਤੇਰਾ ਕਦੇ ਕੋਈ ਘਰ ਹੈ ਹੀ ਨਹੀਂ ਸੀ, ਡੈਡੀ ਵੀ ਨਹੀਂ ਸੀ। ਬਸ ਤੂੰ ਜਿਵੇਂ ਕਿਸੇ ਦਰਖਤ ਨਾਲ ਲੱਗਿਆ ਹੋਵੇਂ। ਕੁਝ ਲੋਕ ਅਜਿਹੇ ਵੀ ਹੁੰਦੇ ਨੇ ਬਿੱਲੂ, ਜਿਨ੍ਹਾਂ ਦਾ ਐਡੀ ਵੱਡੀ ਦੁਨੀਆ 'ਚ ਕੋਈ ਵੀ ਨਹੀਂ ਹੁੰਦਾ। ਤੇਰੇ ਤਾਂ ਬੜੇ ਚੰਗੇ ਅੰਕਲ ਅਤੇ ਆਂਟੀ ਨੇ, ਰੱਬ ਉਹਨਾਂ ਨੂੰ ਸੁਖੀ ਰੱਖੇ। ਮੈਂ ਪਤਾ ਨਹੀਂ ਅੱਜ ਤੈਨੂੰ ਕੀ ਆਖਣਾ ਚਾਹੁੰਦੀ ਹਾਂ, ਸ਼ਾਇਦ ਇਹੀ ਕਿ ਤੂੰ ਹਰ ਪਲ ਮੈਨੂੰ ਯਾਦ ਰਹਿਣਾ। ਰੋਟੀ ਖਾਣ ਲੱਗਦੀ ਹਾਂ ਤੂੰ ਜਿਵੇਂ ਮੇਰੀਆਂ ਅੱਖਾਂ ਮੂਹਰੇ ਆ ਜਾਣਾ। ਮੈਂ ਸੋਚਦੀ ਹਾਂ ਤੂੰ ਰੋਟੀ ਖਬਰੇ ਅਜੇ ਖਾਧੀ ਹੋਊ ਕਿ ਨਾ, ਅਤੇ ਬੁਰਕੀ ਮੇਰੇ ਸੰਗ ਚੜ੍ਹਨ ਲੱਗ ਜਾਂਦੀ ਹੈ। ਤੈਨੂੰ ਜਦੋਂ ਤਾਪ ਚੜ੍ਹ ਜਾਂਦਾ ਸੀ ਤੂੰ ਦੰਦ ਕਰੀਚਦਾ ਹੁੰਦਾ ਸੀ। ਹੁਣ ਤਾਂ ਨਹੀਂ ਕਦੀ ਤਾਪ ਚੜ੍ਹਿਆ। ਤੇਰਾ ਇੱਕ ਨਿੱਕਾ ਜਿਹਾ ਕਮੀਜ਼ ਮੈਂ ਸਾਂਭ ਕੇ ਰੱਖਿਆ ਹੋਇਆ ਸੀ ਕਿ ਜਦੋਂ ਤੂੰ ਵੱਡਾ ਹੋ ਗਿਆ ਤੈਨੂੰ ਵਿਖਾਵਾਂਗੀ ਕਿ ਕਦੇ ਤੂੰ ਐਡਾ ਛੋਟਾ ਵੀ ਹੁੰਦਾ ਸੀ। ਪਿਤਾ ਜੀ ਦਾ ਕੀ ਹਾਲ ਹੈ ਬਿੱਲੂ? ਉਹਨਾਂ ਨੂੰ ਮੇਰੀ ਨਮਸਕਾਰ ਆਖੀ। ਮੈਂ ਵੀ ਕਿੱਡੀ ਬੇਵਕੂਫ ਹਾਂ। ਇਹ ਖੱਤ ਜਿਵੇਂ ਸੱਚੀ ਤੈਨੂੰ ਪਹੁੰਚ ਜਾਏਗਾ, ਜਾਂ ਵੱਡਾ ਹੋ ਕੇ ਜਦੋਂ ਤੂੰ ਦੇਸ ਪਰਤੇਂਗਾ ਇਹ ਖੱਤ ਤੈਨੂੰ ਜਦੋਂ ਮਿਲੂਗਾ। ਤੂੰ, ਤੇਰੀ ਮੰਮੀ ਜੋਤੀ। ਚਿੱਠੀ ਮੁਕਾ ਕੇ ਜਤਿੰਦਰ ਨੇ ਰੁਮਾਲ ਨਾਲ ਅੱਖਾਂ ਪੂੰਝੀਆਂ। ਘੜੀ ਵੇਖੀ, ਸਵੇਰ ਦੇ 5 ਵੱਜ ਰਹੇ ਸਨ। ਲੰਡਨ ਵਿੱਚ ਉਸ ਵੇਲੇ ਰਾਤ ਦੇ 12 ਵਜੇ ਹੋਣਗੇ ਅਤੇ ਬਿੱਲੂ ਸੁੱਤਾ ਪਿਆ ਹੋਏਗਾ। ਜਤਿੰਦਰ ਨੂੰ ਖਿਆਲ ਆਇਆ, ਪਰ ਉੱਥੇ ਸੁੱਤਾ ਸੁੱਤਾ ਬਿੱਲੂ ਬੁਰੜਾਇਆ। ਮੰਮੀ, ਮੰਮੀ, ਉਹਨੇ ਜਿਵੇਂ ਡਡਿਆ ਕੇ ਕਿਹਾ। ਬਿੱਲੂ ਬਰੜਾ ਰਿਹਾ। ਦੂਸਰੇ ਕਮਰੇ 'ਚ ਪਏ ਉਹਦੇ ਅੰਕਲ ਨੇ ਉਹਦੀ ਆਂਟੀ ਨੂੰ ਕਿਹਾ, ਕੋਈ ਨਹੀਂ, ਆਪੇ ਹਟ ਜੂਗਾ। ਆਖੋ ਪਾਸਾ ਪਰਤ ਕੇ ਸੌਂ ਗਈ। ਜਤਿੰਦਰ ਨੇ ਜੋਤੀ ਦੀ ਉਹ ਚਿੱਠੀ ਉਸੇ ਤਰ੍ਹਾਂ ਤੈਅ ਕਰਕੇ ਲਿਫਾਫੇ 'ਚ ਪਾ ਦਿੱਤੀ। ਲਿਫਾਫੇ 'ਚ ਇੱਕ ਹੋਰ ਖੱਤ ਵੀ ਸੀ ਜਿਹੜਾ ਜਤਿੰਦਰ ਲਈ ਸੀ, ਪਰ ਜਤਿੰਦਰ ਵਿੱਚ ਉਹ ਖੱਤ ਪੜ੍ਹ ਲੈਣ ਦੀ ਜਿਵੇਂ ਹਿੰਮਤ ਨਹੀਂ ਸੀ। ਉਹ ਬਹੁਤ ਥੱਕ ਗਿਆ ਸੀ, ਹੰਬ ਗਿਆ ਸੀ। ਉਹਨੇ ਲਿਫਾਫਾ ਬੰਦ ਕਰਕੇ ਮੁੜ ਜੇਬ 'ਚ ਪਾ ਲਿਆ। ਮੱਥੇ ਉੱਪਰੋਂ ਤਰੇੜੀ ਪੂੰਝੀ ਅਤੇ ਪਲ ਦੇ ਪਲ ਲਈ ਅੱਖਾਂ ਬੰਦ ਕਰਕੇ ਜੋਤੀ ਦਾ ਮੂੰਹ ਚਿਤਪਦਾ ਰਿਹਾ। ਦਰਵਾਜ਼ਾ ਫੇਰ ਖੁੱਲ੍ਹਿਆ। ਰਾਤ ਦੀ ਡਿਊਟੀ ਖ਼ਤਮ ਕਰਕੇ ਡਾਕਟਰ ਜਾ ਰਿਹਾ ਸੀ। ਉਹਦੀ ਥਾਂ ਦੂਜਾ ਡਾਕਟਰ ਆ ਗਿਆ ਸੀ। ਡਾਕਟਰ ਸਾਹਿਬ, ਜੋਤੀ ਬਚ ਜਾਏਗੀ ਨਾ? ਜਤਿੰਦਰ ਨੇ ਤਰਲੇ ਵਾਂਗ ਪੁੱਛਿਆ। ਕੋਸ਼ਿਸ਼ ਤਾਂ ਕਰ ਰਹੇ ਹਾਂ, ਅੱਗੇ ਭਗਵਾਨ ਦੇ ਹੱਥ ਹੈ, ਆਖ ਡਾਕਟਰ ਲੰਘ ਗਿਆ। ਮਨ ਹੀ ਮਨ ਜਤਿੰਦਰ ਨੇ ਭਗਵਾਨ ਅੱਗੇ ਜਿਵੇਂ ਗੋਡੇ ਟੇਕ ਦਿੱਤੇ ਅਤੇ ਆਖਿਆ, ਭਗਵਾਨ, ਮੈਂ ਸਾਰੀ ਜ਼ਿੰਦਗੀ ਤੇਰੇ ਕੋਲੋਂ ਕੁਝ ਨਹੀਂ ਮੰਗਿਆ ਅਤੇ ਨਾ ਹੀ ਮੰਗਾਂਗਾ। ਬਸ ਇੱਕ ਵਾਰੀ ਜੋਤੀ ਨੂੰ ਬਚਾ ਲੈ।